पवन गुरु पानी पिता माता धरत महत माता अपनी माँ है है ना। ਇਹ ਗੱਲਾਂ ਤੁਹਾਨੂੰ ਨਹੀਂ ਲੱਗਦਾ ਵੀ ਕਹਿਣ 'ਚ ਹੀ ਹੈ? ਅਸੀਂ ਨਾਨਕ ਨੂੰ ਮੰਨਦੇ ਆ, ਨਾਨਕ ਦੀ ਨਹੀਂ ਮੰਨਦੇ, ਗੁਸਤਾਖੀ ਮਾਫ। ਅੰਗਰੇਜ਼ੀ 'ਚੋਂ ਕਹਿੰਦੇ ਆ ਡੋਂਟ ਗਿਵ ਅ ਫਿਸ਼ ਟੀਚ ਹਿਮ ਹਾਊ ਟੂ ਫਿਸ਼। ਮੱਛੀ ਦੇ ਨਾਲ ਮਸਲਾ ਹੱਲ ਨਹੀਂ ਹੋਣਾ, ਮੱਛੀ ਫੜਨੀ ਕਿਵੇਂ ਉਹ ਸਿਖਾਣੀ, ਕੰਮ ਕਰਨਾ ਨਾ ਪਵੇ, ਪੈਸਾ ਲਾਣਾ ਨਾ ਪਵੇ, ਪ੍ਰੋਡਕਸ਼ਨ ਵੱਧ ਤੋਂ ਵੱਧ ਆ ਜਾਵੇ। ਤੋ ਇਹਦੇ ਨਾਲ ਕੀ ਕਰ ਰਹੇ ਹਾਂ ਅਸੀਂ, ਸੋਇਲ ਨੂੰ ਖਤਮ ਕਰ ਰਹੇ। ਖਤਮ ਕਹਿਣਾ ਗਲਤ ਹੈ, ਖਤਮ ਕਰ ਚੁੱਕੇ ਹਾਂ ਅਸੀਂ। ਵੀ ਮੈਂ ਸਵੇਰੇ ਸੈਰ ਕਰਨ ਜੰਗਲ ਦੇ ਵਿੱਚ ਜਾਣਾ, 2 ਮੀਟਰ ਦਾ ਡਿਸਟੈਂਸ ਤਾਂ ਆਰਾਮ ਨਾਲ ਹੀ ਹੁੰਦਾ। ਸਾਈਕਲ 'ਤੇ ਚੜ੍ਹੇ ਹੋਏ ਡਾਕਟਰ ਸਾਹਿਬ, ਡਬਲ ਮਾਸਕ ਲਾਇਆ ਹੋਇਆ ਉਹਨਾਂ ਨੇ। ਹੁਣ ਇਹ ਤਾਂ ਹਾਈਲੀ ਇੰਟੈਲੈਕਚੁਅਲ ਹੋ ਗਿਆ ਨਾ। ਪਹਿਲਾ ਬੰਦਾ ਇੱਥੋਂ ਸ਼ੁਰੂ ਹੋਇਆ, ਅਗਲੀ ਪੀੜ੍ਹੀ ਇੱਥੋਂ ਸ਼ੁਰੂ ਹੋਈ, ਅਗਲੀ ਪੀੜ੍ਹੀ ਇੱਥੋਂ ਸ਼ੁਰੂ ਹੋਈ। ਟੈਕਨੋਲੋਜੀ ਮਾੜੀ ਨਹੀਂ ਹੈਗੀ, ਟੈਕਨੋਲੋਜੀ ਦੀ ਵਰਤੋਂ ਕਿਵੇਂ ਕਰ ਰਹੇ ਹੋ ਉਹਦੇ 'ਤੇ ਸਵਾਲ ਹੋ ਸਕਦੇ ਨੇ। ਆਹ ਫੜ ਗੋਲੀ ਐਂਟੀਬਾਇਓਟਿਕ, ਦੇਖੋ ਨਾਂ ਕਿੰਨਾ ਸ਼ਾਨਦਾਰ ਹੈ। ਐਂਟੀ ਮਤਲਬ ਖਿਲਾਫ, ਬਾਇਓਟਿਕ ਮਤਲਬ ਜਿੰਦਾ। ਚੰਗੇ ਮਾੜੇ ਦਾ ਸਵਾਲ ਨਹੀਂ ਹੈਗਾ, ਤੁਸੀਂ ਗੋਲੀ ਛਕੀ ਉਹਨੇ ਚੰਗੇ ਮਾੜੇ ਦੋਹੇ ਉਡਾ ਦੇਣੇ ਨੇ। ਇਹ ਵੀ ਹੋ ਸਕਦਾ ਕਿ ਇਨਫੈਕਸ਼ਨ ਇੰਨੀ ਵੱਧ ਜਾਵੇ, ਇੱਕ ਭੋਗ ਦਾ ਕਾਰਡ ਛਾਪੇ, ਇਕੱਲੇ ਆਏ ਨਾਨਕਾ ਸਿੱਧੇ ਉੱਠ ਜਾਏ। ਆਪਣੇ ਵੱਟਾਂ ਦੇ ਉੱਤੇ ਕੱਖ ਵਾਧੂ ਹੋ ਰਹਿੰਦੇ ਆ ਤੇ ਆਪਾਂ ਕੀ ਕਰਦੇ ਆ, ਚੱਕ ਕੇ ਸਪਰੇਅ ਮਾਰਤੀ। ਪਹਿਲਾਂ ਬਜ਼ੁਰਗਾਂ ਦੀ ਕਹਾਵਤ ਹੁੰਦੀ ਸੀ ਵੀ ਇਹਦਾ ਕੱਖ ਨਾ ਰਹੇ, ਤੇ ਆਪਾਂ ਆਪਦਾ ਹੀ ਆਪਦਾ ਕੱਖ ਨਹੀਂ ਛੱਡਦੇ। ਕੀ ਬਾਤ ਹੈ, ਸਹੀ ਬਾਤ ਹੈ। ਅਗਲੀ ਗੱਲ, ਪੰਜਾਬ ਦੇ ਵਿੱਚ ਬਹੁਤੀਆਂ ਜਗ੍ਹਾ ਤੇ ਕੀ ਹੋ ਰਿਹਾ, ਉੱਥੇ JCB ਲਾ ਕੇ ਮਿੱਟੀ ਜਿਹੜੀ ਆ ਉਹ ਦੂਜੇ ਥਾਂ ਰੱਖੀ ਜਾਂਦੀ ਹੈ ਤੇ ਉਪਜਾਊ ਮਿੱਟੀ ਜਿਹੜੀ ਆ ਉਹ ਉੱਥੇ ਲਿਆਂਦੀ ਜਾਂਦੀ ਹੈ। ਬਜ਼ੁਰਗਾਂ ਦੀ ਇਹ ਵੀ ਕਹਾਵਤ ਸੀ ਵੀ ਫਲਾਣੇ ਦੀ ਮਿੱਟੀ ਪੱਟੀ ਗਈ। ਬਿਲਕੁਲ, ਕੀ ਬਾਤ ਹੈ ਨਾ। ਤੇ ਹੁਣ ਤੁਸੀਂ ਇਹ ਦੱਸੋ ਵੀ ਇਹ ਜਿਹੜੀ ਮਿੱਟੀ ਆਪਾਂ ਆਪੇ ਪੱਟ ਰਹੇ ਆ ਉਹਦੀ, ਸਾਡੀ ਮਾਨਸਿਕਤਾ ਇਹ ਹੋ ਗਈ ਵੀ ਕੋਈ ਮੇਰੇ ਵਾਸਤੇ ਕਰੇ ਔਰ ਫ੍ਰੀ ਕਰੇ, ਔਰ ਇਹ ਉਹਦੀ ਜ਼ਿੰਮੇਵਾਰੀ ਹੈ ਕਿ ਕਰੇ। ਇਹ ਵੰਡ ਛਕਣਾ ਦੇ ਵਿੱਚ ਨਹੀਂ ਆਉਂਦਾ ਹੈਗਾ। ਸਰਕਾਰਾਂ ਕੀ ਕਰ ਰਹੀਆਂ ਨੇ ਉਹ ਕਿਸੇ ਤੋਂ ਛੁਪਿਆ ਛੁਪਾਇਆ ਨਹੀਂ ਹੈਗਾ, ਕਿਉਂਕਿ ਸਰਕਾਰਾਂ ਦਾ ਕੰਮ ਹੈ ਉਹਨਾਂ ਦਾ ਲੁੱਟ ਖਸੁੱਟ ਕਰਨੀ ਹੈ। 48 ਦੇ ਵਿੱਚ ਇੱਕ ਨਵਾਂ ਮੁਲਕ ਬਣਿਆ ਜਿਹਨੂੰ ਇਜ਼ਰਾਈਲ ਕਹਿੰਦੇ ਨੇ, ਜਿਹੜਾ ਹੈ ਹੀ ਨਹੀਂ ਸੀ ਇਸ ਧਰਤੀ ਦੇ ਉੱਤੇ। ਬਿਲਕੁਲ। ਉੱਥੇ ਉਹਨਾਂ ਨੇ ਵੀ ਇਸੇ ਗੱਲ ਨੂੰ ਪਕੜਿਆ ਕਿ ਸਮੇਂ ਦੇ ਹਾਣੀ ਬਣਨਾ ਪੈਣਾ। ਉਹਨੇ ਆਪਣੇ ਉੱਥੇ ਦੇ ਬੱਚਿਆਂ ਨੂੰ ਇੰਨਾ ਜ਼ਿਆਦਾ ਮਤਲਬ ਇਸ ਪਾਸੇ ਤੋਰਿਆ, ਪੈਸ਼ਨੇਟ ਬੱਚਿਆਂ ਨੂੰ, ਕਿ ਸੰਨ 76 'ਚ ਜਦੋਂ ਆਲੇ ਦੁਆਲੇ ਵਾਲੀਆਂ ਸਾਰੀਆਂ ਮੁਸਲਮਾਨ ਕੰਟਰੀਆਂ ਨੇ ਉੱਤੇ ਅਟੈਕ ਕਰਿਆ, 7 ਦਿਨ 'ਚ ਸਾਰੇ ਨਿਬੇੜਦੇ। ਧਰਤੀ ਸਾਡੀ ਗੋਲ ਹੈ, ਸਭ ਨੂੰ ਪਤਾ ਹੈ, ਮਾੜੀ ਜਿਹੀ ਟੇਢੀ ਹੈ, ਇੱਥੇ ਸੂਰਜ ਪੈਂਦਾ। ਇਹ ਜਿਹੜੀ ਸੈਂਟਰ ਲਾਈਨ ਹੈ ਇਕੁਏਟਰ, ਇੱਥੇ ਸਭ ਤੋਂ ਜ਼ਿਆਦਾ ਸੂਰਜ ਪੈਂਦਾ। ਜਦੋਂ ਸਭ ਤੋਂ ਜ਼ਿਆਦਾ ਸੂਰਜ ਪੈਂਦਾ ਤਾਂ ਪਾਣੀ ਦਾ ਵਾਸ਼ਵੀਕਰਨ ਵੀ ਜ਼ਿਆਦਾ ਹੁੰਦੀ ਹੈ। ਉੱਥੇ ਬਾਰਿਸ਼ਾਂ ਵੀ ਬਹੁਤ ਹੁੰਦੀਆਂ ਨੇ। ਜਿੱਥੇ ਬਾਰਿਸ਼ਾਂ ਬਹੁਤ ਹੁੰਦੀਆਂ ਨੇ, ਉਹ ਚਾਹੇ ਕੋਂਗੋ ਦਾ ਜੰਗਲ ਹੈ, ਉਹ ਚਾਹੇ ਐਮਾਜ਼ੋਨ ਦਾ ਜੰਗਲ ਹੈ, ਇਹ ਪੂਰੀ ਬੈਲਟ ਨਾ, ਇਹਨੂੰ ਰੇਨ ਫੋਰੈਸਟ ਕਹਿੰਦੇ ਆ, ਢਕਿਆ ਰਹਿੰਦਾ। ਥੱਲਿਓਂ ਲੈ ਕੇ ਉੱਪਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਸੂਰਜ ਨਹੀਂ ਦਿਖਾਈ ਦਿੰਦਾ। ਐਫੀਸ਼ੀਐਂਸੀ ਹੈ, ਸੂਰਜ ਦਾ ਕੱਲਾ ਕੱਲਾ ਕਣ ਹਰ ਪੱਤਾ ਸੋਖ ਲੈਂਦਾ। ਠੀਕ ਹੈ, ਉਹ ਬੇਲਾਂ ਚੜੀਆਂ ਹੋਈਆਂ ਨੇ ਉੱਪਰ, ਥੱਲੇ ਛੋਟੀਆਂ ਉਹ ਬੂਟੀਆਂ ਨੇ, ਥੱਲੇ ਉਹਦੇ ਬਿਲਕੁਲ ਘਾਹ ਹੈ, ਫਿਰ ਜ਼ਮੀਨ ਦੇ ਥੱਲੇ ਕੰਦ ਮੂਲ ਨੇ। ਕੁਦਰਤ ਨੇ ਇੰਨੀ ਐਫੀਸ਼ੀਐਂਟਲੀ ਸਾਰੀ ਐਨਰਜੀ ਜਿਹੜੀ ਆ ਉਹਨੂੰ ਸੋਖ ਲਿਆ ਉਹਨਾਂ ਨੇ। ਉਰੇ ਤੁਸੀਂ ਕਹਿੰਦੇ ਸ਼ੇਡ ਦੇ ਥੱਲੇ ਸਾਡਾ ਬੂਟਾ ਹੀ ਨਹੀਂ ਹੋਣਾ। ਮੈਂ ਅੱਜ ਇਹ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਆਉਣ ਵਾਲੇ 3-4 ਸਾਲ ਬਾਅਦ, ਇਸ ਵੇਲੇ ਬੋਇਲਿੰਗ ਪੋਟ ਹੈ ਹਿੰਦੁਸਤਾਨ, ਇਹਦੇ 'ਚੋਂ ਸਭ ਤੋਂ ਸਿਕਿਉਰਡ, ਸਭ ਤੋਂ ਲੂਕਰੇਟਿਵ ਔਰ ਸਭ ਤੋਂ ਵਧੀਆ ਜੇ ਕੋਈ ਬਿਜ਼ਨਸ ਹੋਊਗਾ ਉਹ ਫਾਰਮਿੰਗ ਹੋਣ ਵਾਲੀ ਹੈ। ਮਿੱਟੀ ਹੈ, ਮਿੱਟੀ ਨੇ ਮਿੱਟੀ ਵਿੱਚ ਹੀ ਮਿਲ ਜਾਣਾ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਉਸ ਮਾਂ ਬਾਰੇ ਗੱਲਬਾਤ ਕਰਾਂਗੇ ਜਿਸ ਮਾਂ ਨੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਸਾਨੂੰ ਪਾਲਿਆ ਹੈ। ਮਿੱਟੀ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਰਾਜਪਾਲ ਮੱਖਣੀ ਜੀ, ਉਹਨਾਂ ਤੋਂ ਪੁੱਛਾਂਗੇ ਕਿਵੇਂ ਮਿੱਟੀ ਸਾਡੇ ਲਈ ਮਹੱਤਵਪੂਰਨ ਹੈ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਬਜੀਤ ਜੀ। ਪਹਿਲਾਂ ਸਾਨੂੰ ਇਹ ਦੱਸੋ ਵੀ ਮਿੱਟੀ ਦੀ ਪਰਿਭਾਸ਼ਾ ਕੀ ਹੈ ਸਾਡੇ ਲਈ? ਬੜਾ ਖੂਬਸੂਰਤ ਸਵਾਲ ਹੈ ਤੁਹਾਡਾ। ਅਤੇ ਉਹ ਕਹਿੰਦੇ ਨੇ ਇੱਕ ਵਾਰੀ ਨਾ ਵੀ ਸਾਇੰਸ ਨੇ ਫੁੱਲ ਤਰੱਕੀ ਕਰ ਲਈ, ਇੰਨੀ ਤਰੱਕੀ ਕਰ ਲਈ ਕਿ ਵੀ ਬੰਦਾ ਵੀ ਬਣਾ ਸਕਦੇ ਹਾਂ। ਅੱਛਾ। ਠੀਕ ਹੈ। ਅਤੇ ਉਸ ਤੋਂ ਬਾਅਦ ਸਾਇੰਸਦਾਨਾਂ ਨੂੰ ਇਹ ਲੱਗਿਆ ਵੀ ਹੁਣ ਤਾਂ ਅਸੀਂ ਪ੍ਰਕਿਰਤੀ ਦੀ ਕੋਈ ਵੀ ਚੀਜ਼ ਬਣਾ ਸਕਦੇ ਹਾਂ। ਅਤੇ ਕਹਾਣੀ ਇਸ ਤਰ੍ਹਾਂ ਕਹਿੰਦੀ ਹੈ ਕਿ ਵੀ ਰੱਬ ਨੂੰ ਮਿਲੇ, ਰੱਬ ਨੂੰ ਕਹਿੰਦੇ ਵੀ ਤੇਰੇ ਸਾਡੇ 'ਚ ਕੋਈ ਫਰਕ ਨਹੀਂ ਹੈਗਾ, ਜੋ ਕੁਛ ਤੂੰ ਬਣਾ ਸਕਦਾ ਅਸੀਂ ਬਣਾ ਦਾਂਗੇ। ਰੱਬ ਕਹਿੰਦਾ ਬੰਦਾ ਬਣਾ ਦੋਗੇ? ਕਹਿੰਦਾ ਹਾਂ ਜੀ, ਕੋਈ ਗੱਲ ਹੀ ਨਹੀਂ ਹੈ। ਕਹਿੰਦਾ ਚਲੋ ਬਣਾਓ। ਅਤੇ ਕਹਿੰਦਾ ਦਿਓ ਮਿੱਟੀ, ਹੁਣੇ ਬਣਾ ਕੇ ਦਿਖਾਉਂਦੇ ਹਾਂ। ਕਹਿੰਦਾ ਮਾਮਾ ਮਿੱਟੀ ਬਣਾ ਪਹਿਲਾਂ। ਤਾਂ ਮਿੱਟੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਵੀ ਇਨਸਾਨ ਚਾਹੇ ਕਿਤੇ ਵੀ ਪਹੁੰਚ ਜਾਵੇ, ਉਹਨੂੰ ਬਣਾਉਣਾ ਬੜਾ ਮੁਸ਼ਕਿਲ ਹੈ। ਮੁਸ਼ਕਿਲ ਕੀ ਮੈਂ ਕਹਾਂ ਕਿ ਨਾਮੁਮਕਿਨ ਹੈ। ਮਤਲਬ ਇੱਧਰੋਂ ਉੱਧਰੋਂ ਚੀਜ਼ਾਂ ਨੂੰ ਰਲਾ ਕੇ ਤੁਸੀਂ ਕਹੋ ਤਾਂ ਇਹ ਸੋਇਲ ਬਣ ਗਈ ਤਾਂ ਨਹੀਂ ਹੈ, ਬਟ ਉਹ ਜਿਹੜੇ ਖਣਿਜ ਨੇ, ਜਦੋਂ ਧਰਤੀ ਇਹ ਪੈਦਾ ਹੋਈ
ਤੇ ਜੇ ਨਾਨਕ ਦੀ ਭਾਸ਼ਾ 'ਚ ਅਸੀਂ ਕਹੀਏ ਕੀਤਾ ਕਵਾਓ, ਮਤਲਬ ਕਵਾਓ ਹੁੰਦਾ ਧਮਾਕਾ, ਤਿਸਤੇ ਹੋਏ ਲੱਖ ਦਰਿਆ, ਵੀ ਇਹ ਜਿਹੜਾ ਪਸਾਰਾ ਹੋਇਆ ਜਿਹਨੂੰ ਬਿਗ ਬੈਂਗ ਥਿਊਰੀ ਵੀ ਦੇ ਨਾਲ ਅਸੀਂ ਜਾਣਦੇ ਹਾਂ ਕਿ ਜਦੋਂ ਪਲਾਜ਼ਮਾ ਅੰਦਰ ਇਕੱਠਾ ਹੁੰਦਾ ਜਦੋਂ ਐਕਸਪਲੋਜਨ ਹੋਇਆ ਸਾਰਾ, ਤੇ ਫਿਰ ਦੁਬਾਰੇ ਇਕੱਠਾ ਹੋ ਕੇ ਫਿਰ ਠੰਡਾ ਹੋ ਕੇ ਫਿਰ ਧਰਤੀ ਬਣੀ, ਅਸੀਂ ਜਾਣਦੇ ਹਾਂ, ਪੜ੍ਹਦੇ ਹਾਂ ਸਾਰਾ ਦਾ ਸਾਰਾ। ਤੋ ਜੋ ਵੀ ਮੈਨੀਫੈਸਟੇਸ਼ਨ ਹੋ ਰਹੀ ਹੈ, ਜੋ ਵੀ ਕੁਛ ਉਪਜ ਰਹੀ ਹੈ, ਜੋ ਵੀ ਚੀਜ਼ ਸਿਰਜੀ ਜਾ ਰਹੀ ਹੈ, ਉਹ ਮਿੱਟੀ ਤੋਂ ਹੀ ਸਿਰਜੀ ਜਾਂਦੀ ਹੈ। ਉਹ ਅਲੱਗ-ਅਲੱਗ ਆਕਾਰ ਨੇ ਸਾਰੇ ਸਾਡੇ, ਔਰ ਜਿਹੜਾ ਆਕਾਰ ਹੈ ਐਕਚੁਅਲੀ ਉਹ ਪਾਣੀ ਤੋਂ ਬਣਦਾ। ਤੋ ਮਿੱਟੀ ਦੀ ਜੇ ਤੁਸੀਂ ਪਰਿਭਾਸ਼ਾ ਲੈਂਦੇ ਹੋ ਤਾਂ ਮਿੱਟੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਤੁਸੀਂ ਬਣਾ ਨਹੀਂ ਸਕਦੇ, ਉਹ ਤਾਂ ਕੁਦਰਤੀ ਤੌਰ ਦੇ ਉੱਤੇ ਜਿਹੜੀ ਹੈ। ਹਾਂਜੀ, ਪਰ ਜੇ ਦੇਖਿਆ ਜਾਵੇ ਤਾਂ ਜਿਵੇਂ ਤੁਸੀਂ ਬਿਗ ਬੈਂਗ ਥਿਊਰੀ ਦੀ ਗੱਲ ਵੀ ਕੀਤੀ ਹੈ ਨਾ, ਮਿੱਟੀ ਇਸ ਤਰ੍ਹਾਂ ਬਣੀ ਹੈ, ਪਰ ਆਪਾਂ ਮਿੱਟੀ ਦੀ ਹੁਣ ਜਿਹੜਾ ਵਿਗਿਆਨੀ ਆ ਉਹ ਮਿੱਟੀ ਦੀ ਤਹਿ ਤੱਕ ਚਲਾ ਗਿਆ ਹੈ ਨਾ, ਐਟਮ ਤੋਂ ਵੀ ਗਾਂਹ ਚਲਾ ਗਿਆ, ਪਰ ਫਿਰ ਵੀ ਅਸੀਂ ਜੇ ਦੇਖਿਆ ਜਾਵੇ ਤਾਂ ਇਹਦੀ ਰਮਝ ਨਹੀਂ ਸਮਝ ਰਹੇ ਮੈਨੂੰ ਲੱਗਦਾ ਹੁਣ ਤੱਕ। ਦੇਖੋ ਇਸ ਤਰ੍ਹਾਂ ਹੈਗਾ ਕਿ ਜਿਹੜੀ ਇਹ ਕਾਇਨਾਤ ਹੈ ਉਹਦੇ ਜਿਹੜੇ ਕੁਛ ਨਿਯਮ ਨੇ ਉਹ ਫਿਕਸਡ ਨੇ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਤਾਂ ਉਹ ਜਿਹੜੇ ਤੁਹਾਡੇ ਨਿਯਮ ਨੇ, ਉੱਪਰੋਂ ਕੋਈ ਚੀਜ਼ ਗਿਰਨੀ ਹੈ ਤਾਂ ਥੱਲੇ ਨੂੰ ਹੀ ਆਣੀ ਹੈ, ਗ੍ਰੈਵਿਟੀ ਹੈ। ਜੇ ਇੱਧਰ ਉੱਧਰ ਵੀ ਜਾਂਦੀ ਹੈ ਤਾਂ ਕੁਦਰਤ ਦੇ ਨਿਯਮਾਂ ਦੇ ਤਹਿਤ ਹੀ ਜਾ ਰਹੀ ਹੈ। ਜਿੱਥੇ ਤੱਕ ਤੁਸੀਂ ਰਮਝ ਸਮਝਣ ਦੀ ਕੋਸ਼ਿਸ਼ ਕਰੀ, ਕੋਈ ਸਮਾਂ ਸੀ ਜਦੋਂ ਕਹਿੰਦੇ ਸੀ ਕਿ ਧਰਤੀ ਚੌਰਸ ਹੈ, ਕਹਿਣ ਵਾਲੇ ਦੀ ਧੌਣ ਲਾ ਦਿੰਦੇ ਸੀ, ਫਿਰ ਉਹ ਕਹਿਣ ਲੱਗੇ ਗੋਲ ਹੈ। ਹੌਲੀ ਹੌਲੀ ਇਨਸਾਨ ਦੀ ਜਿਹੜੀ ਮਤਲਬ ਫਿਤਰਤ ਹੈ, ਜਿਹੜੀ ਆਪਣੇ ਮਾਈਂਡ ਦੀ ਜਿਹੜੀ ਫਿਤਰਤ ਹੈ, ਉਹ ਹੈ ਹੀ ਇਹ ਕਿ ਉਹਨੂੰ ਕੱਟ ਕੇ ਹਰ ਚੀਜ਼ ਨੂੰ ਸਮਝਣਾ, ਇਹੀ ਸਾਡੀ ਪ੍ਰਵਿਰਤੀ ਹੈ, ਇਹੀ ਖੋਜ ਹੈ। ਤੁਸੀਂ ਐਟਮ ਦੀ ਗੱਲ ਕਰੀ, ਹੁਣ ਜਿਵੇਂ ਐਟਮ ਪਹਿਲਾਂ ਕਿਸੇ ਨੇ ਦੇਖਿਆ ਨਹੀਂ ਸੀ, ਹੁਣ ਬਹੁਤ ਰਿਮੋਟ ਇੱਕ ਪੋਸੀਬਿਲਿਟੀਜ਼ ਹੈ ਕਿ ਐਟਮ ਨੂੰ ਵੀ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਉਹ। ਅਤੇ ਐਟਮ ਦੇ ਅੰਦਰੋਂ ਵੀ ਹੁਣ ਜਦੋਂ ਬਿਗ ਬੈਂਗ ਦੇ ਵਿੱਚ ਉਹਨਾਂ ਨੇ ਤੋੜਿਆ ਤਾਂ ਹਿਗਸ ਬੋਜ਼ੋਨ, ਜਿਹਨੂੰ ਗੋਡਸ ਪਾਰਟੀਕਲ ਕਹਿੰਦੇ ਨੇ, ਉਹ ਸਟਰਿੰਗ ਥਿਊਰੀ ਆ ਗਈ, ਤਾਂ ਉਹਨੂੰ ਤੋੜਨਗੇ ਤਾਂ ਸ਼ਾਇਦ ਉਹਦੇ ਅੰਦਰ ਕੁਛ ਹੋਰ ਨਿਕਲੇ। ਤਾਂ ਸੂਖਸ਼ਮਤਾ ਤੱਕ ਪਹੁੰਚਣਾ ਇਨਸਾਨ ਵਾਸਤੇ ਤਾਂ ਇੱਕ ਯਾਤਰਾ ਹੀ ਹੈ, ਜਿੰਨੀ ਮਰਜ਼ੀ ਲੰਬੀ ਕਰੀ ਜਾਵੇ। ਕੁਛ ਚੀਜ਼ਾਂ ਪਕੜ ਦੇ ਵਿੱਚ ਆ ਗਈਆਂ, ਕੁਛ ਬਹੁਤ ਸਾਰੀਆਂ ਹਾਲੇ ਨਹੀਂ ਪਕੜ ਦੇ ਵਿੱਚ ਆਈਆਂ। ਤਾਂ ਖੋਜ ਕਰਨਾ ਬੰਦੇ ਦੀ ਪ੍ਰਵਿਰਤੀ ਹੈ। ਅਤੇ ਮਿੱਟੀ ਦੇ ਵਿੱਚ ਮਤਲਬ ਜਿੰਨੀ ਸੂਖਸ਼ਮਤਾ ਨਾਲ ਜਾਈਏ ਅਸੀਂ, ਹੁਣ ਜਿਹੜੇ ਤੁਸੀਂ ਵਿਗਿਆਨਿਕ ਨੇ ਜਿਹੜੀ ਖੋਜ ਕਰੀ ਹੈ, ਪਹਿਲਾਂ 16 ਤੱਤ ਕਹਿੰਦੇ ਸੀ, ਹੁਣ ਰੀਸੈਂਟਲੀ ਕਲੋਰੀਨ ਨੂੰ ਐਡ ਕਰਕੇ 17 ਤੱਤ ਮਨ ਹੋ ਗਏ ਹਨ। ਤਾਂ ਆਉਣ ਵਾਲੇ ਸਮੇਂ 'ਚ ਅਸੀਂ ਇਹ ਸਮਝ ਸਕਦੇ ਹਾਂ ਕਿ ਸ਼ਾਇਦ ਹੋਰ ਵੱਧ ਜਾਣ। ਹਰੇਕ ਤੱਤ ਦਾ ਤੁਸੀਂ ਤਾਂ ਇਸ ਸਬਜੈਕਟ ਦੇ ਉੱਤੇ ਖੂਬ ਪੜ੍ਹਾਈ ਕੀਤੀ ਹੈ, ਰਿਸਰਚ ਵੀ ਕਰੀ ਹੈ, ਤਾਂ ਹਰੇਕ ਤੱਤ ਦਾ ਆਪਣਾ ਇੱਕ ਯੋਗਦਾਨ ਹੈ। ਹੁਣ ਬੋਰੌਨ ਹੈ, 1 ਏਕੜ 'ਚ ਜੇ ਸਿਰਫ 2 ਗ੍ਰਾਮ ਪੈਂਦੀ ਹੈ, ਤਾਂ ਕਿਆ ਉਹ 2 ਗ੍ਰਾਮ ਦਾ ਕੋਈ ਇਫੈਕਟ ਨਹੀਂ ਹੈਗਾ? ਯਕੀਨਨ ਹੈਗਾ। ਬਿਲਕੁਲ। ਪਰ ਕੁਦਰਤੀ ਤੌਰ 'ਤੇ ਬਣੀ ਹੋਈ ਜਿਹੜੀ ਮਿੱਟੀ ਹੈ ਉਹਦੇ ਵਿੱਚ ਕੀ ਕੁਛ ਹੈ, ਉਹਦੇ ਬਹੁਤ ਸਾਰੇ ਰਾਜ ਅਜੇ ਸਾਨੂੰ ਜਾਣਨਾ ਬਾਕੀ ਨੇ ਜੀ। ਜੀ ਸ਼ੁਰੂ ਤੋਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ, ਹੁਣ ਤੱਕ ਵੀ ਲੋਕ ਉਹ ਗੱਲ ਕਹਿੰਦੇ ਹੁੰਦੇ ਆ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਮਾਤਾ ਆਪਣੀ ਮਾਂ ਹੈ ਨਾ। ਇਹ ਗੱਲਾਂ ਤੁਹਾਨੂੰ ਨਹੀਂ ਲੱਗਦਾ ਵੀ ਕਹਿਣ 'ਚ ਹੀ ਹੈ? ਕਿਉਂਕਿ ਬਾਬੇ ਨਾਨਕ ਨੇ ਤਾਂ ਆਪ ਖੇਤੀ ਕੀਤੀ ਹੈ, ਉਹ ਤਾਂ ਮੰਨਦੇ ਸੀ, ਉਹਨਾਂ ਦੇ ਨਾਲ ਰਹਿੰਦੇ ਲੋਕ ਉਸ ਚੀਜ਼ ਨੂੰ ਮੰਨਦੇ ਸੀ, ਕਾਫੀ ਸਮੇਂ ਤੱਕ ਮੰਨਦੇ ਰਹੇ ਆਪਾਂ। ਪਰ ਤੁਹਾਨੂੰ ਲੱਗਦਾ ਵੀ ਅੱਜ ਕੱਲ੍ਹ ਉਹ ਚੀਜ਼ ਮੰਨੀ ਜਾਂਦੀ ਹੈ ਕਿ ਇਕੱਲਾ ਕਹਿਣ 'ਚ ਹੀ ਹੈ? ਦੇਖੋ ਇਸ ਤਰ੍ਹਾਂ ਹੈ, ਜੇ ਅੱਜ ਅਸੀਂ ਹੁਣ ਨਾਨਕ ਦੀ ਗੱਲ ਛੇੜੀ ਹੈ, ਤਾਂ ਜਿਸ ਤਰ੍ਹਾਂ ਮੈਂ ਕੋਈ ਗੁਣੀ ਗਿਆਨੀ ਤਾਂ ਹੈ ਨਹੀਂ, ਨਾ ਮੈਂ ਕੋਈ ਵਿਦਵਾਨ ਹਾਂ, ਹੋ ਸਕਦਾ ਕੋਈ ਅਕਸ਼ਰ ਦੇ ਉਚਾਰਨ 'ਚ ਵੀ ਫਰਕ ਰਹਿ ਜਾਵੇ। ਮੈਂ ਨਾਨਕ ਦੀ ਚੀਚੀ ਉਂਗਲ ਫੜ ਕੇ ਤੁਰਦਾ, ਔਰ ਮੈਂ ਤਾਰਕਿਕ ਜਿਹਾ ਬੰਦਾ, ਲੌਜੀਕਲ ਮਾਈਂਡ ਦੇ ਉੱਤੇ ਗੱਲ ਮੈਂ ਕਰਦਾ। ਮੈਨੂੰ ਕਿਸੇ ਚੀਜ਼ 'ਤੇ ਵਿਸ਼ਵਾਸ ਨਹੀਂ ਹੁੰਦਾ ਛੇਤੀ। ਗੁਸਤਾਖੀ ਮਾਫ, ਇਹਨੂੰ ਚੰਗਾ ਸਮਝੋ, ਇਹਨੂੰ ਮਾੜਾ ਸਮਝੋ, ਮੈਨੂੰ ਨਹੀਂ ਪਤਾ। ਨਾਨਕ ਜਿਸ ਤਰ੍ਹਾਂ ਮੈਂ ਤਸੱਵਰ ਕਰਦਾ, ਬਹੁਤ ਬੜੀ ਚੀਜ਼ ਹੈ। ਇੱਕ ਇਸ ਤਰ੍ਹਾਂ ਦੀ ਹਿਊਮਨ ਫਾਰਮ ਸੀ, ਇੱਕ ਇਸ ਤਰ੍ਹਾਂ ਦਾ ਇਨਸਾਨੀ ਜਾਮਾ ਸੀਗਾ ਜਿਹਦੇ ਵਿੱਚ ਕੁਦਰਤ ਦੀ ਕੌਨਸ਼ੀਅਸਨੈਸ, ਜਿੰਨੀ ਕੁਦਰਤ ਦੀਆਂ ਚੀਜ਼ਾਂ ਸੀ ਉਹਦੇ ਵਿੱਚ ਸੀਗੀਆਂ। ਦੇਖੋ ਹੁਣ ਸੇਬ ਤਾਂ ਪਹਿਲਾਂ ਵੀ ਗਿਰਦੇ ਸੀਗੇ ਜੀ, ਠੀਕ ਹੈ। ਉਹ ਆਈਜ਼ੈਕ ਉੱਥੇ ਬੈਠਾ, ਉਹਨੂੰ ਲੱਗਿਆ ਕਿ ਸੇਬ ਗਿਰਿਆ, ਉਹਦੇ ਦਿਮਾਗ 'ਚ ਆਈਡੀਆ ਆਇਆ, ਉਹਨੇ ਗ੍ਰੈਵਿਟੀ ਪ੍ਰਪਾਊਂਡ ਕਰਤੀ ਜੀ, ਠੀਕ ਹੈ। ਹੁਣ ਰਿਲੇਟਿਵ ਡੈਂਸਿਟੀ ਵਾਸਤੇ ਉਹ ਨਹਾ ਰਿਹਾ ਸੀ, ਟੱਬ 'ਚੋਂ ਪਾਣੀ ਬਾਹਰ ਗਿਰਿਆ, ਉਹ ਬਿਨਾਂ ਕੱਪੜੇ ਤੋਂ ਮੂੰਹ ਜ਼ਬਾਨੀ ਭੱਜ ਲਿਆ, ਵੀ ਉਹਨੂੰ ਲੱਭ ਗਿਆ ਇਹ ਸਾਰਾ। ਤਾਂ ਕੁਦਰਤ ਡਿਪੈਂਡ ਕਰਦਾ ਕਿ ਕਿਹਦੀ ਕੌਨਸ਼ੀਅਸਨੈਸ ਕਿੰਨੀ ਜ਼ਿਆਦਾ ਹੈਗੀ ਹੈ। ਤਾਂ ਕੁਦਰਤ ਜਦੋਂ ਇੱਕ ਇਨਸਾਨੀ ਜਾਮਾ ਲੈ ਕੇ ਪੂਰੀ ਕੌਨਸ਼ੀਅਸਨੈਸ ਦਾ ਪ੍ਰਗਟਾਵਾ ਕਰਦੀ ਹੈ, ਤਾਂ ਉਸ ਤਰ੍ਹਾਂ ਦਾ ਇੱਕ ਹਿਊਮਨ ਫਾਰਮ ਨਾਨਕ ਸੀਗੇ। ਅਤੇ ਉਹ ਕਿਸੇ ਵੀ ਸੰਪਰਦਾ ਦੇ ਵਿੱਚ ਪੈਦਾ ਹੋਏ, ਉਹ ਮਹਿਣਾ ਨਹੀਂ ਰੱਖਾਂਦਾ। ਉਹਨਾਂ ਨੇ ਆਪਣੀ ਸੰਪਰਦਾਇ ਦੀਆਂ ਬਹੁਤ ਸਾਰੀਆਂ ਚੀਜ਼ਾਂ
ਅੱਛਾ ਦੇਖੋ, ਨਾਨਕ ਦੀ ਮਜ਼ੇ ਦੀ ਗੱਲ ਇਹ ਹੈ, ਨਾਨਕ ਨੇ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਇਸ ਤਰ੍ਹਾਂ ਕਰਨਾ, ਕੋਈ ਮਰਿਆਦਾ ਸੈਟਅਪ ਨਹੀਂ ਕਰੀ। ਨਾਨਕ ਨੂੰ ਜਿੰਨਾ ਮੈਂ ਜਾਣਦਾ, ਹਰ ਜਗ੍ਹਾ ਜਾ ਕੇ ਸੁਰਤ ਜਗਾਉਣ ਦੀ ਕੋਸ਼ਿਸ਼ ਕੀਤੀ। ਉਹ ਪੈਰਲਲ ਉਦਾਹਰਨ ਦਿੰਦੇ ਸੀ। ਹਾਂ, ਉਹ ਸਿਰਫ ਸੁਰਤ ਜਗਾਉਂਦੇ ਸੀ। ਉਹ ਮਕਸਦ ਇਹ ਨਹੀਂ ਕਿ ਡੰਡਾ ਲੈ ਕੇ ਕਿ ਤੁਹਾਨੂੰ ਇਹ ਕਰਾਉਣਾ ਹੀ ਕਰਾਉਣਾ। ਜੇ ਪਾਣੀ ਇੱਧਰ ਦੇ ਰਹੇ ਤਾਂ ਉਧਰ ਦੇਣਾ ਸ਼ੁਰੂ ਕਰਤਾ। ਜਿਹਦੇ ਸਮਝ ਆ ਗਈ, ਜਿਹਦੇ ਨਹੀਂ ਸਮਝ ਆਈ ਕੋਈ ਇਸ਼ੂ ਨਹੀਂ ਹੈਗਾ। ਸੋ ਜੇ ਨਾਨਕ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਨਾਨਕ ਦੀ ਗੱਲ 'ਚੋਂ ਹੀ ਕਹਿ ਦਿੰਦਾ, ਜੈ ਹੋ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ। ਜੇ ਮੈਂ ਸਮਝ ਵੀ ਲਵਾਂ ਨਾਨਕ ਨੂੰ, ਜਿਹੜਾ ਬਹੁਤ ਮੁਸ਼ਕਿਲ ਹੈ, ਅਤੇ ਜੇ ਮੈਂ ਉਹਨੂੰ ਕਹਿਣਾ ਚਾਹਾਂ, ਕਹਿਣਾ ਕਥਨ ਨਾ ਜਾਏ, ਮੇਰੀ ਕਥਨੀ ਦੇ ਵਿੱਚ ਉਹਨੂੰ ਤੁਸੀਂ ਓਰੀਏਟ ਨਹੀਂ ਕਰ ਸਕਦੇ। ਨਾਨਕ ਨੇ ਬਾਈ ਐਗਜ਼ਾਮਪਲ ਸਾਰੀਆਂ ਚੀਜ਼ਾਂ ਕੀਤੀਆਂ। ਜਿਹੜਾ ਤੁਸੀਂ ਉਹਨਾਂ ਦਾ ਉਪਦੇਸ਼ ਦੀ ਗੱਲ ਕਰਦੇ ਹੋ, ਅਸੀਂ ਨਾਨਕ ਨੂੰ ਮੰਨਦੇ ਹਾਂ, ਨਾਨਕ ਦੀ ਨਹੀਂ ਮੰਨਦੇ, ਗੁਸਤਾਖੀ ਮਾਫ। ਅਤੇ ਅਸੀਂ ਜਦੋਂ ਵੀ ਕੋਈ ਕਿਸੇ ਵੀ ਚੀਜ਼ ਦਾ ਉਚਾਰਨ ਕਰਦੇ ਹਾਂ ਤਾਂ ਇੱਕ ਇਮੋਸ਼ਨਲ ਕੋਸ਼ੈਂਟ ਹੁੰਦਾ ਉਹਦੇ ਵਿੱਚ ਜ਼ਿਆਦਾ, ਕਿ ਉਹਨੂੰ ਧਰਤੀ 'ਤੇ ਤਲ 'ਤੇ ਉਹਨੂੰ ਉਤਾਰਨ ਨਾਲੋਂ ਜ਼ਿਆਦਾ ਇਮੋਸ਼ਨਲ ਕੋਸ਼ੈਂਟ ਹੁੰਦਾ। ਕਿਉਂਕਿ ਕੁਝ ਕਰਨਾ ਮੁਸ਼ਕਿਲ ਹੈ, ਕਿਸੇ ਚੀਜ਼ ਨੂੰ ਮੰਨਣਾ ਆਸਾਨ ਹੈ। ਤਾਂ ਜਦੋਂ ਤੁਸੀਂ ਕਿਸੇ ਚੀਜ਼ ਨੂੰ ਮੰਨ ਲੈਂਦੇ ਹੋ, ਉਹ ਚਾਹੇ ਤੁਸੀਂ ਉਹਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ, ਇੱਕੋ ਹੀ ਗੱਲ ਹੈ, ਤੁਹਾਨੂੰ ਪਤਾ ਨਹੀਂ ਹੈਗਾ। ਤਾਂ ਨਾਨਕ ਦਾ ਇਹ ਉਪਦੇਸ਼ ਤੋਂ ਇਲਾਵਾ ਜਿੰਨੇ ਵੀ ਉਪਦੇਸ਼ ਸੀਗੇ, ਉਹਨੇ ਲਾਈਫ ਨੂੰ ਬੜਾ ਸਿੰਪਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੀ ਬਿਲੀਵ ਕਰਨ ਦੇ ਵਿੱਚ ਕੁਛ ਨਹੀਂ ਹੋਣਾ। ਤੁਹਾਡੇ ਤੁਸੀਂ ਗ੍ਰਸਤ ਦੇ ਵਿੱਚ ਹੋਣੇ ਚਾਹੀਦੇ ਹੋ, ਇੱਕ ਬੀਵੀ ਤੁਹਾਡੀ ਹੋਣੀ ਚਾਹੀਦੀ ਹੈ, ਤਾਂ ਕਿ ਤੁਹਾਨੂੰ ਫੈਮਿਲੀ ਦੀਆਂ ਜ਼ਿੰਮੇਵਾਰੀਆਂ, ਜਿਹੜੀ ਤੁਹਾਡੀ ਸੁਸਾਇਟੀ ਹੈ ਉਹਦੀ ਹਰੇਕ ਡਿਮੈਂਸ਼ਨ ਦਾ ਤੁਹਾਡੇ ਕੋਲ ਐਕਸਪੀਰੀਅੰਸ, ਤੁਸੀਂ ਭੱਜਣਾ ਨਹੀਂ ਹੈਗਾ। ਸਰਬਪੱਖੀ ਵਿਕਾਸ। ਹਾਂ, ਸਰਬਪੱਖੀ ਵਿਕਾਸ। ਕਿਉਂਕਿ ਭੱਜਣਾ ਨਹੀਂ, ਜੇ ਤੁਸੀਂ ਸੋਚੋ ਕਿ ਮੈਂ ਭੱਜ ਲੂੰਗਾ, ਹਿਮਾਲਿਆ 'ਤੇ ਚੜ੍ਹ ਜੂੰਗਾ, ਦਿੱਕਤਾਂ ਉੱਥੇ ਵੀ ਤੁਹਾਡੇ ਕੋਲ ਆ ਜਾਣਗੀਆਂ। ਇਸ ਤਰ੍ਹਾਂ ਦੀਆਂ ਹੋਣਗੀਆਂ ਤਾਂ ਕਿਸੇ ਹੋਰ ਤਰ੍ਹਾਂ ਦੀਆਂ ਹੋਣਗੀਆਂ। ਤਾਂ ਤੁਹਾਨੂੰ ਉਹ ਸਮਾਜ ਦੇ ਵਿੱਚ, ਸਮਾਜ ਦੇ ਰਿਸ਼ਤਿਆਂ ਦੇ ਵਿੱਚ ਵਿਚਰਦੇ ਹੋਏ ਕਿਸ ਤਰ੍ਹਾਂ ਸਜਗ ਹੋ ਕੇ, ਅਵੇਅਰ ਹੋ ਕੇ ਸਾਰਾ ਕੁਝ ਕਰਨਾ, ਉਹ ਕਰਨਾ, ਕਿਰਤ ਕਰਨੀ ਹੈ। ਇਹ ਨਹੀਂ ਹੈਗਾ ਕਿ ਵੀ ਤੁਸੀਂ ਬੈਠ ਕੇ ਜਾਂ ਮੰਗ ਕੇ ਜਾਂ ਕੁਛ ਖਾਓਗੇ, ਕਿਰਤ ਕਰਨੀ ਹੈ। ਔਰ ਤੀਸਰੀ ਗੱਲ ਜਿਹੜੀ ਨਾਨਕ ਨੇ ਕਿਹਾ ਕਿ ਸੁਸਾਇਟੀ ਦੀ ਮਦਦ ਕਰਨੀ ਹੈ। ਇਹਨੂੰ ਵੀ ਨਾ ਅਸੀਂ ਆਪਣੇ ਹਿਸਾਬ ਨਾਲ ਸਮਝ ਲੈਂਦੇ ਹਾਂ। ਮੈਂ ਫਿਰ ਇੱਕ ਵਾਰੀ ਮਾफ़ੀ ਮੰਗ ਲੈਣਾ, ਮੈਂ ਮਤਲਬ ਮੇਰੀ ਮੱਤ ਬੜੀ ਥੋੜ੍ਹੀ ਜਿਹੀ ਹੈ। ਮੈਂ ਤਾਂ ਜੋ ਮੈਨੂੰ ਸਮਝ ਆਉਂਦਾ ਮੈਂ ਉਹ ਕਹਿ ਰਿਹਾ। ਜੋ ਸੱਚਾਈ ਹੈ ਉਹ ਕੀ ਹੈ, ਇਹ ਅਜੇ ਵੀ ਮੇਰੇ ਤੋਂ ਤਾਂ ਕੋਸੋਂ ਦੂਰ ਹੈ। ਪਰ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਆਪਣੇ ਮੋਕਸ਼ ਵਾਸਤੇ ਫ੍ਰੀ ਦੇ ਵਿੱਚ ਕਿਸੇ ਨੂੰ ਕੁਛ ਵੰਡਦੇ ਜਾ ਰਹੇ ਹਾਂ, ਤਾਂ ਸ਼ਾਇਦ ਇਹ ਤਸੱਵੁਰ ਨਾਨਕ ਨੇ ਨਹੀਂ ਸੀ ਕਰਿਆ। ਉਹ ਸਹਿਯੋਗ ਦਾ ਤਸੱਵੁਰ ਸੀਗਾ। ਉਹ ਕਿਸੇ ਨੂੰ ਭਿਖਾਰੀ ਪ੍ਰਵਿਰਤੀ ਬਣਾਉਣ ਦਾ ਨਹੀਂ ਬਣਦਾ, ਕਿਉਂਕਿ ਜਿਹੜਾ ਤੁਹਾਡੇ ਤੋਂ ਸਹਿਯੋਗ ਲੈ ਰਿਹਾ ਉਹਨੂੰ ਵੀ ਤਾਂ ਕਿਰਤ ਕਰਨ ਦਾ ਉਪਦੇਸ਼ ਹੈ ਨਾ। ਉਹਨੂੰ ਵੀ ਕਿਰਤ ਦਾ ਉਪਦੇਸ਼ ਹੈ, ਉਹਨੂੰ ਵੀ ਗ੍ਰਸਤ ਵਿਛਾਉਣ ਦਾ ਉਪਦੇਸ਼ ਹੈ। ਸੋ ਇਹ ਇਸ ਤਰ੍ਹਾਂ ਨਹੀਂ ਹੈਗਾ ਕਿ ਵੀ ਤੁਸੀਂ ਕੋਈ ਬਹੁਤ ਹੁਣ ਕਹਿ ਦਿੰਦਾ ਮੈਂ, ਚਲੋ ਕੋਈ ਗੱਲ ਨਹੀਂ, ਫੇਰ ਮਾफ़ੀ ਮੰਗ ਕੇ ਕਹਿ ਦਿੰਦਾ, ਕਿਉਂਕਿ ਗੱਲਾਂ ਸੂਝਵਾਨ ਲੋਕਾਂ ਨੂੰ ਹੋਰ ਤਰ੍ਹਾਂ ਵੀ ਸਮਝ ਆ ਸਕਦੀਆਂ। ਸਕਰੀਨ ਦੇ ਥੱਲੇ ਲਿਖ ਦਾਂਗੇ ਮਗਣੀ ਸਾਹਿਬ ਇੱਥੇ ਮਾਫ਼ੀ ਮੰਗਦੇ ਆ। ਮੈਂ ਪੱਕਾ ਹੀ ਲਿਖ ਦਿਓ, ਪੱਕਾ ਹੀ ਲਿਖ ਦਿਓ। ਕਿਉਂਕਿ ਮੈਂ ਨਾ ਜਦ ਅਸੀਂ ਤੁਹਾਡੇ ਨਾਲ ਗੱਲ ਕਰਾਂ, ਦੇਖੋ ਮਜ਼ਾ ਤੁਹਾਡੇ ਨਾਲ ਗੱਲ ਕਰਨ ਦਾ ਇਹ ਹੈ ਕਿ ਕੋਈ ਸਕ੍ਰਿਪਟ ਨਹੀਂ ਨਾ, ਤੁਹਾਨੂੰ ਪਤਾ ਤੁਸੀਂ ਕੀ ਪੁੱਛਣਾ, ਗੱਲਾਂ 'ਚੋਂ ਹੀ ਗੱਲ ਨਿਕਲਣੀ ਹੈ। ਤਾਂ ਜਿਵੇਂ ਦੋ ਭਰਾ ਬੈਠੇ ਗੱਲਾਂ ਮਾਰਦੇ ਆ, ਤਾਂ ਮੈਂ ਤਾਂ ਇੱਕ ਵਾਰੀ ਕਹਾਣੀਆਂ ਦੇ ਵਿੱਚੋਂ ਚੀਜ਼ਾਂ ਸਮਝਣੀਆਂ ਥੋੜ੍ਹੀਆਂ ਆਸਾਨ ਹੋ ਜਾਂਦੀਆਂ ਨੇ। ਅਕਬਰ ਨੇ ਬੀਰਬਲ ਨੂੰ ਪੁੱਛਿਆ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਮਿਲਾ ਜਿਹਦਾ ਪਿਛਲਾ ਜਨਮ ਵੀ ਬਹੁਤ ਵਧੀਆ ਹੋਵੇ, ਇਹ ਵੀ ਵਧੀਆ ਹੋਵੇ, ਅਤੇ ਆਉਣ ਵਾਲਾ ਵੀ ਵਧੀਆ ਹੋਵੇ। ਉਹ ਕਹਿੰਦਾ ਚਲੋ ਜੀ ਚੱਲਦੇ ਹਾਂ। ਆਪਣੇ ਰਾਜ ਦੇ ਵਿੱਚ ਜਾਣ ਲੱਗੇ ਤਾਂ ਉੱਥੇ ਇੱਕ ਬੰਦਾ ਬੈਠਾ ਸੀ, ਉਹ ਬੀੜੀ ਪੀ ਰਿਹਾ, ਗਧਾ ਬੰਨਿਆ ਹੋਇਆ ਉੱਥੇ ਨਾਲ, ਅਤੇ 2 ਮਿੰਟ ਬਾਅਦ ਮਾੜਾ ਮੋਟਾ ਘਾਹ ਕੱਟ ਲੈਂਦਾ, ਮਾੜਾ ਮੋਟਾ ਨਹੀਂ। ਉਹ ਕਹਿੰਦਾ ਵੀ ਉਹ ਕਹਿੰਦਾ ਜੀ ਇਹਦੇ ਪਹਿਲਾਂ ਵੀ ਕੋਈ ਵਧੀਆ ਕਰਮ ਨਹੀਂ ਕਰੇ ਹੋਏ, ਹੁਣ ਵੀ ਇਹ ਚੋਰੀ ਕਰ ਰਿਹਾ, ਦਲਿੱਦਰ ਇਹਨੇ ਪਾਲਿਆ ਹੋਇਆ, ਆਉਣ ਵਾਲਾ ਸਮਾਂ ਵੀ ਇਹਦਾ ਕੋਈ ਖਾਸ ਵਧੀਆ ਨਹੀਂ ਹੈ। ਉਹ ਕਹਿੰਦਾ ਫੇਰ ਹੋਰ, ਕਹਿੰਦਾ ਚਲੋ ਅੱਗੇ ਚੱਲਦੇ ਹਾਂ। ਅੱਗੇ ਗਏ ਤਾਂ ਉੱਥੇ ਇੱਕ ਬੰਦੇ ਨੇ ਲੰਗਰ ਲਾਇਆ ਹੋਇਆ, ਸਭ ਨੂੰ ਲੰਗਰ ਛਕਾ ਰਿਹਾ, ਅਤੇ ਰਾਜਾ ਕਹਿੰਦਾ ਵੀ ਇਹ ਬੰਦਾ ਵਧੀਆ, ਇਹਨੇ ਪਹਿਲਾਂ ਵੀ ਕੰਮ ਵਧੀਆ ਕਰਿਆ, ਹੁਣ ਵੀ ਵਧੀਆ, ਗਾਂਹ ਵਾਲਾ ਵੀ ਕੰਮ ਵਧੀਆ। ਕਹਿੰਦਾ ਜੀ ਠੀਕ ਹੈ, ਬੇਸ਼ੱਕ ਕੰਮ ਵਧੀਆ ਕਰ ਰਿਹਾ, ਪਰ ਆਉਣ ਵਾਲਾ ਟਾਈਮ ਇਹਦਾ ਵਧੀਆ ਨਹੀਂ ਹੈਗਾ। ਕਹਿੰਦਾ ਕਿਉਂ? ਕਹਿੰਦਾ ਇਹ ਜ਼ਰੂਰਤ ਕਿਸੇ ਦੀ ਪੂਰੀ ਕਰ ਰਿਹਾ, ਲੇਕਿਨ ਸਿਰਫ ਕੁਛ ਘੰਟਿਆਂ ਵਾਸਤੇ। ਹੁਣੇ ਖਾਣਾ ਖਾਊਗਾ, ਕੁਛ ਘੰਟੇ ਬਾਅਦ ਇਹਨੂੰ ਫੇਰ ਖਾਣੇ ਦੀ ਜ਼ਰੂਰਤ ਹੈ। ਅਤੇ ਹੋਰ ਅੱਗੇ ਚਲੇ ਗਏ ਤਾਂ ਉੱਥੇ ਕੋਈ ਬੰਦਾ ਕੱਪੜੇ ਵੰਡ ਰਿਹਾ ਸੀ। ਉਹ ਕਹਿੰਦਾ ਵੀ ਹੁਣ ਇਹ ਤਾਂ ਵਧੀਆ ਬੰਦਾ। ਉਹ ਕਹਿੰਦਾ ਨਹੀਂ ਜੀ, ਇੱਥੇ ਵੀ ਗੈਪ ਹੈ। ਕਹਿੰਦਾ ਇੱਥੇ ਹੁਣ ਕੀ ਗੈਪ ਹੋ ਗਿਆ? ਕਹਿੰਦਾ ਜੀ ਜਿਹੜਾ ਕੱਪੜਾ ਪਾਊਗਾ ਕੁਛ ਟਾਈਮ ਦੇ ਬਾਅਦ ਇਹਨੇ ਵੀ ਘਿਸ ਜਾਣਾ, ਇਹਨੂੰ ਫੇਰ ਲੋੜ ਪੈਣੀ ਹੈ।
ਉਹ ਫਿਰ ਅੱਗੇ ਚਲੇ ਗਏ ਤਾਂ ਅੱਗੇ ਕੋਈ ਤੁਹਾਡੇ ਵਰਗਾ ਬੰਦਾ ਸੀਗਾ, ਉਹ ਕਿਤਾਬਾਂ ਵੰਡ ਰਿਹਾ ਸੀ। ਉਹ ਕਹਿੰਦਾ ਜੀ ਇਹ ਬੰਦਾ ਸਹੀ ਹੈ, ਇਹ ਇਹੋ ਜਿਹੀ ਚੀਜ਼ ਦੇ ਰਿਹਾ ਇਹਨੂੰ ਜਿਹੜਾ ਇਹਦਾ ਗਹਿਣਾ ਬਣੂਗਾ। ਅੰਗਰੇਜ਼ੀ 'ਚ ਉਹ ਕਹਿੰਦੇ ਆ ਡੋਂਟ ਗਿਵ ਅ ਫਿਸ਼, ਟੀਚ ਹਿਮ ਹਾਊ ਟੂ ਫਿਸ਼। ਮੱਛੀ ਦੇਣ ਨਾਲ ਮਸਲਾ ਹੱਲ ਨਹੀਂ ਹੋਣਾ, ਮੱਛੀ ਫੜਨੀ ਕਿਵੇਂ ਉਹ ਸਿਖਾਉਣੀ ਜ਼ਰੂਰੀ। ਬਿਲਕੁਲ। ਤੋ ਨਾਨਕ ਕੁਦਰਤ ਦੀ ਜਿਹੜੀ ਪੂਰੀ ਕੌਨਸ਼ੀਅਸਨੈਸ ਹੈ ਉਹਨੂੰ ਸਿੱਧਾ ਦੇਖਾਂਗੇ ਤਾਂ ਬਹੁਤ ਸਿੰਪਲ ਸਮਝ ਆਉਂਦਾ। ਜੇ ਅਸੀਂ ਉਹਨੂੰ ਉਹਦੇ ਉੱਤੇ ਫਿਲਟਰ ਲਗਾ ਲਾਂਗੇ ਨਾ, ਆਪਣੀ ਮਰਜ਼ੀ ਦੇ ਫਿਲਟਰਸ ਲਗਾ ਲਾਂਗੇ। ਕਿਰਤ ਕਰਨਾ ਸਾਰਿਆਂ ਵਾਸਤੇ ਹੈ, ਇਹ ਨਹੀਂ ਹੈ ਕਿ ਮੇਰੇ ਵਾਸਤੇ ਹੈ ਔਰ ਤੁਹਾਡੇ ਵਾਸਤੇ ਨਹੀਂ ਹੈਗਾ। ਵੰਡ ਛਕਣਾ ਸਾਰਿਆਂ ਵਾਸਤੇ ਹੈ। ਹਾਂ, ਤਾਂ ਜੇ ਮੈਂ ਉਹਨੂੰ ਆਪਣੇ ਕੰਫਰਟ ਦੇ ਵਿੱਚ ਲੈ ਲੈਣਾ ਕਿ ਵੀ ਮੈਂ ਲੰਗਰ, ਮੈਂ ਨਹੀਂ ਇਹ ਕਹਿ ਰਿਹਾ ਕਿ ਲੰਗਰ ਨਹੀਂ ਲਗਾਉਣੇ ਚਾਹੀਦੇ, ਜਿਹਨੂੰ ਜ਼ਰੂਰਤ ਹੈ ਉਹਦੀ ਮਦਦ ਜਿੰਨੀ ਕੀਤੀ ਜਾਵੇ ਥੋੜ੍ਹੀ ਹੈ, ਬਟ ਉਹਨੂੰ ਕਿਉਂਕਿ ਵੰਡ ਛਕਣ ਵੀ ਤਾਂ ਕਿਹਾ ਨਾ। ਹਾਂ, ਵੰਡ ਦਾ ਮਤਲਬ ਉਧਰੋਂ ਵੀ ਤਾਂ ਆਊਗਾ ਨਾ ਕੁਛ। ਹਾਂ ਬਿਲਕੁਲ, ਉਧਰੋਂ ਵੀ ਤਾਂ ਕੁਛ ਆਊਗਾ। ਮੈਨੂੰ ਹਰੇਕ ਚੀਜ਼ ਦੇ ਵਿੱਚ, ਨਾਨਕ ਦੀ ਹਰੇਕ ਪੌੜੀ ਦੇ ਵਿੱਚ ਸਾਇੰਸ ਦੇ ਫੰਡੇ ਨੇ, ਉਹ ਕਲੀਅਰ ਫੰਡੇ ਨੇ। ਉਹ ਚਾਹੇ ਉਹ ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟਿਆ ਕੀਤਾ, ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਬਿਗ ਬੈਂਗ ਥਿਊਰੀ, ਪਸਾਰਾ ਸਾਰੇ ਦਰਿਆ ਉਹਦੇ ਤੋਂ ਬਣੇ ਨੇ। ਚਾਹੇ ਹਿਊਮਨ ਮਾਈਂਡ ਦੀ ਗੱਲ ਕਰੀ, ਇਸੇ ਤਰ੍ਹਾਂ ਮਿੱਟੀ ਦੇ ਉੱਤੇ ਨਾਨਕ ਦਾ ਬਹੁਤ ਕੰਮ ਹੋਇਆ। ਹੁਣ ਤੁਸੀਂ ਇੱਥੇ ਮਾਫੀ ਕਿਹੜੀ ਗੱਲ ਨਹੀਂ ਮੰਗੂਗਾ, ਸਾਰਿਆਂ ਦੀ ਤੁਸੀਂ ਪੱਕੀ ਉਹ ਮੰਨ। ਮੈਂ ਤੁਹਾਨੂੰ ਦੱਸਿਆ ਤਾਂ ਹਾਲ ਥੱਲੇ ਕੈਪਸ਼ਨ ਚਲਾ ਦੇਣਾ, ਮੈਂ ਇਹੀ ਲਿਖ ਦਾਂਗਾ ਨਾ, ਰਾਜਪਾਲ ਮੱਖਣੀ ਸਾਹਿਬ ਦਾ ਮਾਫੀਨਾਮਾ। ਦੇਖੋ ਮੈਂ ਜੋ ਆਪਣੇ ਆਸ-ਪਾਸ ਦੇਖਿਆ, ਮੈਂ ਥੋੜਾ ਜਿਹਾ ਕੱਟਦਾ ਤੁਹਾਨੂੰ। ਤੁਸੀਂ ਸਾਹ ਦੀ ਗੱਲ ਕੀਤੀ, ਬੰਦਾ ਸਾਹ ਲੈਂਦਾ ਹੈ ਨਾ, ਧਰਤੀ ਵੀ ਸਾਹ ਲੈਂਦੀ ਹੈ ਨਾ, ਆਪਣੀ ਮਿੱਟੀ ਵੀ ਸਾਹ ਲੈਂਦੀ ਹੈ। ਤੁਸੀਂ ਦੇਖਿਆ ਹੋਊਗਾ ਇਹਦੇ 'ਚੋਂ ਪਾਣੀ ਵੀ ਥੱਲੇ ਜਾਂਦਾ, ਵੈਪੋਰੇਟ ਹੁੰਦਾ, ਬਾਕੀ ਚੀਜ਼ਾਂ ਵੀ ਹੁੰਦੀਆਂ। ਪਰ ਆਪਾਂ ਇੰਨਾ ਜ਼ਿਆਦਾ ਕੰਕਰੀਟ ਥੱਪ ਕੇ ਜਾਂ ਆਹ ਖੇਤੀ ਚਾਹੀਏ ਤਾਂ ਕੱਦੂ ਕਰਕੇ ਇਹਦਾ ਸਾਹ ਨਹੀਂ ਬੰਦ ਕਰਤਾ, ਤੁਹਾਨੂੰ ਲੱਗਦਾ ਜੀ? ਆਪਾਂ ਇਹਦੇ ਤੇ ਗੱਲ ਕਰਾਂਗੇ। ਸਿਰਫ ਰੈਸਪੀਰੇਟਰੀ ਸਿਸਟਮ ਨਹੀਂ, ਰੀਪਰੋਡਕਟਿਵ ਸਿਸਟਮ ਵੀ ਹੈ, ਇੰਟੈਲੀਜੈਂਸ ਇਹਦਾ, ਆਪਣਾ ਨਰਵਸ ਸਿਸਟਮ ਵੀ ਹੈ ਮਿੱਟੀ ਦਾ। ਜਿਹੜੇ ਸਾਰੇ ਸਿਸਟਮ ਤੁਹਾਡੇ ਬਾਡੀ ਦੇ ਅੰਦਰ ਨੇ ਉਹ ਸਾਰੇ ਮਿੱਟੀ ਦੇ ਵਿੱਚ ਹੈਗੇ ਨੇ। ਔਰ ਆਪਾਂ ਇਹਨੂੰ ਪ੍ਰੂਵ ਕਰਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਹੈਗੇ ਨੇ ਲਾਈਵ ਸੋਇਲ ਤੇ। ਲਾਈਵ ਸੋਇਲ ਦੀ ਤੁਸੀਂ ਗੱਲ ਕਰੀ, ਜਿਹੜੇ ਲੋਕ ਆਰਗੈਨਿਕ ਦੀ ਗੱਲ ਕਰਦੇ ਨੇ ਅੱਜ ਦੀ ਡੇਟ ਦੇ ਵਿੱਚ, ਸਾਰੇ ਇੱਕ ਰਸੇ ਨਹੀਂ ਤੁਸੀਂ ਪਰੋ ਸਕਦੇ। ਲੇਕਿਨ ਬਹੁਤ ਸਾਰੇ ਇਹੋ ਜਿਹੇ ਐਨਜੀਓ ਹੈ ਜਿਨ੍ਹਾਂ ਦਾ ਏਜੰਡਾ ਹੈ ਹੀ ਨਹੀਂ, ਜਿਵੇਂ ਪੋਲੀਟੀਸ਼ੀਅਨ ਦਾ ਏਜੰਡਾ ਨਹੀਂ ਨਾ, ਉਹਦਾ ਏਜੰਡਾ ਹੈ ਹੀ ਨਹੀਂ ਆਰਗੈਨਿਕ ਫਾਰਮਿੰਗ। ਕਈਆਂ ਦਾ ਤਾਂ ਇਹੋ ਜਿਹਾ ਏਜੰਡਾ ਹੈਗਾ ਕਿ ਉਹਨਾਂ ਨੇ ਸਿਰਫ ਲੋਕਾਂ ਤੱਕ ਪਹੁੰਚ ਕਰਨੀ ਹੈ ਆਪਣੀ ਗੱਲ ਕਰਨ ਵਾਸਤੇ। ਹੁਣ ਜੇ ਮੈਂ ਮੰਨ ਲਓ ਤੁਸੀਂ ਮੇਰੇ ਕੋਲ ਖੇਤ 'ਤੇ ਆਉਣਾ, ਤਾਂ ਕੋਈ ਤੁਸੀਂ ਕਹੋਗੇ ਇੰਟਰਵਿਊ ਕਰਨਾ ਹੈ ਜਾਂ ਤੁਸੀਂ ਕੋਈ ਕਾਰਨ ਨਾਲ ਤਾਂ ਆਓਗੇ ਨਾ, ਤਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਇੱਕ ਕਾਰਨ ਮਿਲ ਜਾਂਦਾ। ਉੱਥੇ ਉਹ ਕੁਛ ਵੀ ਪੇਲਦੇ ਨੇ, ਉਹ ਤਾਂ ਬਹੁਤ ਕੁਛ ਹੁੰਦਾ। ਤਾਂ ਇਹਦਾ ਵਿਚਾਲਾ ਕਿਤੇ ਹੈਗਾ। ਹੁਣ ਅਸੀਂ ਆਈਏ ਲਾਈਵ ਸੋਇਲ ਦੇ ਉੱਤੇ। ਤੁਸੀਂ ਕਿਹਾ ਕਿ ਇਹਦੇ ਅੰਦਰ ਪੋਰੋਸਿਟੀ ਹੋਣੀ ਚਾਹੀਦੀ ਹੈ, ਸਾਹ ਲੈਣਾ ਚਾਹੀਦਾ, ਐਕਸਕ੍ਰੀਟਰੀ ਸਿਸਟਮ ਹੋਣਾ ਚਾਹੀਦਾ ਤੁਹਾਡਾ। ਦੇਖੋ ਹੁਣ ਸਰੀਰ ਦਾ ਜਿਹੜੇ ਵੀ ਸਾਲਟਸ, ਅਸੀਂ ਨਮਕ ਜਿਹੜੇ ਵੀ ਖਾਂਦੇ ਹਾਂ, ਚਾਹੇ NaCl ਆ, ਉਹ ਸੋਡੀਅਮ ਕਲੋਰਾਈਡ ਆ ਉਹ, ਅਤੇ ਚਾਹੇ ਤੁਹਾਡਾ ਕੋਈ ਵੀ ਨਮਕ ਜਿਹੜਾ ਅਸੀਂ ਜ਼ਮੀਨ ਦੇ ਵਿੱਚ ਪਾਉਂਦੇ, ਜਿਹਨੂੰ ਕੈਮੀਕਲ ਰੇ ਅਸੀਂ ਕਹਿ ਦਿੰਦੇ ਹਾਂ, ਕੋਈ ਵੀ ਹੋਵੇ ਉਹ, ਠੀਕ ਹੈ। ਅਤੇ ਇਹ ਸਾਰੇ ਜਿਹੜੇ ਹੈਗੇ ਨੇ, ਜਿਹੜੀ ਸਾਡੀ ਬਾਡੀ ਹੈ ਇਹਨੂੰ ਬਾਹਰ ਕੱਢਦੀ ਹੈ। ਕਿਵੇਂ ਕੱਢਦੀ ਹੈ? ਤੁਹਾਡੇ ਕਿਡਨੀਆਂ ਲੱਗੀਆਂ ਹੋਈਆਂ ਨੇ, ਸਾਫ਼ ਕਰਕੇ ਪਿਸ਼ਾਬ ਦੇ ਰਾਹੀਂ ਬਾਹਰ ਕੱਢ ਦਿੰਦੀ ਆ ਉਹ। ਤੁਹਾਡੇ ਮਸਾਮ ਨੇ, ਪਸੀਨੇ ਦੇ ਰਾਹੀਂ ਬਾਹਰ ਕੱਢ ਦਿੰਦੀ ਆ। ਤੋ ਜਿਹੜੀ ਮਿੱਟੀ ਦੇ ਉੱਤੇ ਅਸੀਂ ਬੈਠੇ ਹਾਂ, ਇਹਦੇ ਵਿੱਚੋਂ ਤੱਤ ਤਾਂ ਅਸੀਂ ਸਾਰੇ ਖਿੱਚ ਲਏ, ਕੱਢ ਲਏ ਬਾਹਰ ਪਹਿਲਾਂ ਦੇ ਪਹਿਲਾਂ। ਹੁਣ ਇਹ ਅੰਗਰੇਜ਼ੀ 'ਚ ਕਹਾਂ ਤਾਂ ਸੋਇਲ ਨਹੀਂ ਹੈਗੀ, ਡਰਟ ਹੈ, ਧੂੜ ਰਹਿ ਗਈ ਇਹਦੇ ਅੰਦਰ। ਤੱਤ ਤਾਂ ਕੱਢ ਲਏ ਤੁਸੀਂ। ਇਹਦੇ ਵਿੱਚ ਜਿਹੜੇ ਕ੍ਰਿਤਰਿਮ ਸਾਲਟਸ ਅਸੀਂ ਪਾਏ ਨੇ, ਕੁਛ ਟਾਈਮ ਦੇ ਬਾਅਦ ਸੋਇਲ ਇਹਨੂੰ ਬਾਹਰ ਕੱਢੂਗੀ। ਸਲਾਈਨ ਸੋਇਲਸ ਤੁਸੀਂ ਕਹਿੰਦੇ ਹੋ, ਹੁਣ ਜਿਵੇਂ ਹੋ ਰਹੀਆਂ ਪੰਜਾਬ ਦੇ ਵਿੱਚ ਹਰ ਜਗ੍ਹਾ ਨਮਕ ਉੱਪਰ ਆ ਗਿਆ। ਉਹ ਕਹਿੰਦੇ ਨੇ ਜੀ ਇਹ ਤਾਂ ਉਹਦੇ ਕਰਕੇ, ਵਾਸ਼ਵੀਕਰਨ ਕਰਕੇ ਹੈ, ਸਾਲਟਸ ਉੱਪਰ ਆ ਰਿਹਾ, ਸੋਰਾ ਆ ਰਿਹਾ। ਬਟ ਇਹ ਸੋਇਲ ਦੀ ਇੱਕ ਟੈਂਡੈਂਸੀ ਹੈ ਕਿ ਉਹਨੂੰ ਬਾਹਰ ਕੱਢ ਦੇਣਾ। ਬੋਹਰ ਵਾਲੇ ਪਾਸੇ ਜਾਓ ਤੁਸੀਂ, ਉੱਥੇ ਕੀਨੂਆਂ ਦੇ ਬਾਗ ਤਬਾਹ ਹੋ ਰਹੇ ਨੇ, ਕਿਉਂਕਿ ਸਾਰਾ ਉੱਪਰ ਸਾਲਟ ਹੀ ਸਾਲਟ ਹੈ। ਫਲੱਡ ਇਰੀਗੇਸ਼ਨ ਕਰ ਰਹੇ ਨੇ ਵੀ ਉਹਦੇ ਨਾਲ ਸਾਲਟ ਧੋਤੇ ਜਾਣ, ਡਰਿਪ ਡਰੁਪ ਵਾਲਾ ਕੰਮ, ਸਾਰਾ ਮਸਲਾ ਕੰਮ ਹੀ ਨਹੀਂ ਕਰਦਾ, ਚੱਕਿਆ ਗਿਆ ਉਹ ਸਾਰੀ ਸਾਲਟਸ ਦਾ ਹੋ ਗਿਆ। ਇਸੇ ਤਰ੍ਹਾਂ ਜੇ ਆਪਾਂ ਇਹਦੇ ਡਾਈਜੈਸਟਿਵ ਸਿਸਟਮ ਦੀ ਗੱਲ ਕਰੀਏ, ਪਾਚਨ ਕਿਰਿਆ ਜਿਹੜੀ ਸਾਡੀ ਵੀ ਪਾਚਨ ਕਿਰਿਆ ਮਿੱਟੀ ਦੀ ਔਰ ਸਰੀਰ ਦੀ ਲਗਭਗ ਇੱਕੋ ਨਾਲ ਦੀ ਹੋ ਗਈ ਹੈ ਉਹ। ਇਹਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਅਸੀਂ ਪਾਵਾਂਗੇ ਜਿਹੜੀ ਕਦੀ ਜਿੰਦਾ ਸੀ, ਚਾਹੇ ਉਹ ਫੁੱਲ ਬੂਟਾ ਅਤੇ ਚਾਹੇ ਉਹ ਇਨਸਾਨ ਹੈ ਜਾਂ ਜਾਨਵਰ ਹੈ, ਜਿਹੜਾ ਕਦੀ ਵੀ ਜਿੰਦਾ ਸੀਗਾ, ਉਹ ਜਦੋਂ ਤੁਸੀਂ ਮਿੱਟੀ ਦੇ ਵਿੱਚ ਪਾਓਗੇ ਤਾਂ ਮਿੱਟੀ ਦੇ ਅੰਦਰ ਇਸ ਤਰ੍ਹਾਂ ਦਾ ਇੰਟੈਲੀਜੈਂਸ ਹੈਗਾ ਕਿ ਮਾਈਕਰੋਬਸ ਉਹਨੂੰ ਤੋੜ ਤੋੜ ਕੇ ਪਲਾਂਟ ਫੂਡ ਦੇ ਵਿੱਚ ਕਨਵਰਟ ਕਰਦੇ, ਆਇਨਿਕ ਸਟੇਜ 'ਤੇ ਲੈ ਆਉਣਗੇ ਉਹਨੂੰ। ਪਰ ਇਸੇ ਮਿੱਟੀ ਦੇ ਅੰਦਰ ਜੇ ਤੁਸੀਂ ਸੀਡ ਲਗਾ ਦੋਗੇ, ਬੀਜ ਲਗਾ ਦੋਗੇ, ਉਹਨੂੰ ਡਾਈਜੈਸਟ ਨਹੀਂ ਕਰਦਾ ਉਹ।
ਉਹਦਾ ਬੂਟਾ ਬਣ ਜਾਂਦਾ। ਇਹ ਮਿੱਟੀ ਦੇ ਇੰਟੈਲੀਜੈਂਸੀ ਦਾ ਨਿਸ਼ਾਨੀ ਹੈਗੀ ਹੈ। ਤੋ ਸੋਇਲ ਦੀ ਜਿੱਥੋਂ ਪਰਿਭਾਸ਼ਾ ਤੋਂ ਅਸੀਂ ਗੱਲ ਸ਼ੁਰੂ ਕਰੀ ਜਾਂ ਜਿੱਥੇ ਅਸੀਂ ਅੱਜ ਆ ਕੇ ਖੜ੍ਹੇ ਹੋ ਗਏ ਸੋਇਲ ਦੇ ਕਰਕੇ, ਸੋਇਲ ਦੇ ਵਿੱਚ ਅਸੀਂ ਇਹਨੂੰ ਸੋਇਲ ਛੱਡਿਆ ਹੀ ਨਹੀਂ ਹੈਗਾ। ਇਹਨੂੰ ਜੇ ਸਰਲ ਭਾਸ਼ਾ ਦੇ ਵਿੱਚ ਅਸੀਂ ਸਮਝਣਾ ਤਾਂ ਪੱਥਰ ਨੇ ਜਿਹੜੇ ਖਣਿਜ ਨੇ, ਲਹਿਦਾ ਤਰ੍ਹਾਂ ਦੇ ਖਣਿਜ ਨੇ, ਬਹੁਤ ਤਰ੍ਹਾਂ ਦੇ ਖਣਿਜ ਨੇ। ਸਾਡੇ ਸਰੀਰ ਦੇ ਵਿੱਚ ਵੀ ਕਈ ਤਰ੍ਹਾਂ ਦੇ ਖਣਿਜ ਜਿਹੜੇ ਹੈਗੇ ਨੇ ਜਿਨ੍ਹਾਂ ਨਾਲ ਸਾਡਾ ਸਰੀਰ ਚੱਲਦਾ। ਜਿਵੇਂ DNA ਤੁਸੀਂ ਕਹਿ ਦਿੰਦੇ ਹੋ, ਨਾਈਟ੍ਰੋਜਨ ਦਾ ਸਾਰੀ ਇਨਫੋਰਮੇਸ਼ਨ ਉੱਥੇ ਆ। ਜੇ ਤੁਸੀਂ ਕਾਰਬਨ ਕਹਿ ਦਿੰਦੇ ਹੋ, ਕਾਰਬਨ ਦਾ ਢਾਂਚਾ ਬਣਿਆ ਹੋਇਆ ਸਾਡਾ ਸਾਰਾ ਦਾ ਸਾਰਾ। ਉਸ ਤੋਂ ਬਾਅਦ ਫੈਟਸ ਆ ਗਏ, ਆਇਲਸ ਆ ਗਏ। ਆਇਲ ਕੀ ਹੈ? ਐਨਰਜੀ ਹੈ ਜਿਹਨੂੰ ਬਰਨ ਕਰਕੇ ਅਸੀਂ ਆ ਸਾਰਾ ਸਿਸਟਮ ਚਲਾ ਰਹੇ ਹਾਂ। ਤਾਂ ਮੋਟਾ ਤਾਂ ਇਹ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਨੇ। ਅਤੇ ਹੁਣ ਸਾਡਾ ਰੌਲਾ ਕੀ ਹੋ ਗਿਆ? ਅੱਜ ਦੀ ਘੜੀ ਸਾਨੂੰ ਕੀ ਚਾਹੀਦਾ? ਪਹਿਲੀ ਗੱਲ ਤਾਂ ਇਹ ਚਾਹੀਦੀ ਹੈ, ਸਾਨੂੰ ਜ਼ਿਆਦਾ ਚਾਹੀਦਾ, ਬਹੁਤ ਜ਼ਿਆਦਾ ਚਾਹੀਦਾ, ਪ੍ਰੋਡਕਸ਼ਨ ਫੁੱਲ ਚਾਹੀਦੀ ਹੈ। ਠੀਕ ਹੈ, ਪਹਿਲੀ ਚੀਜ਼ ਤਾਂ ਸਾਨੂੰ ਇਹ ਚਾਹੀਦੀ ਹੈ। ਦੂਸਰੀ ਚੀਜ਼ ਸਾਨੂੰ ਇਹ ਚਾਹੀਦੀ ਹੈ ਵੀ ਐਫਰਟ ਨਾ ਲੱਗੇ, ਮਿਹਨਤ ਨਾ ਕਰਨੀ ਪਵੇ, ਫਟਾਫਟ ਇਹ ਹੋ ਜਾਵੇ ਇਹ। ਤੀਸਰੀ ਚੀਜ਼ ਸਾਨੂੰ ਕੀ ਚਾਹੀਦੀ ਹੈ? ਸਸਤਾ ਚਾਹੀਦਾ। ਅੱਜ ਕੱਲ੍ਹ ਤਾਂ ਹੁਣ ਇਹ ਕਹਿੰਦੇ ਨੇ ਕਿ ਜ਼ੀਰੋ ਬਜਟ ਫਾਰਮਿੰਗ, ਵੀ ਪੈਸਾ ਵੀ ਨਾ ਲੱਗੇ। ਹੁਣ ਜਦ ਇਹ ਤਿੰਨ ਚੀਜ਼ਾਂ ਦੇ ਮਗਰ ਤੁਸੀਂ ਦੌੜ ਰਹੇ ਹੋ ਤਾਂ ਇੱਕ ਰਾਜਨੇਤਾ ਵਾਂਗੂ ਤੁਹਾਡਾ ਨਰੇਟਿਵ ਜਿਹੜਾ ਹੈਗਾ ਉਹ ਲੋਕ ਸੇਵਾ ਨਹੀਂ ਹੈਗੀ, ਤਾਂ ਤੁਸੀਂ ਅਚੀਵ ਕਰ ਲੋਗੇ ਉਹ। ਇਸੇ ਤਰ੍ਹਾਂ ਮਿੱਟੀ ਦਾ ਤਾਂ ਤੁਹਾਡਾ ਮਕਸਦ ਹੀ ਨਹੀਂ ਹੈਗਾ। ਤੁਹਾਡਾ ਮਕਸਦ ਇਹ ਤਿੰਨ ਮਕਸਦ ਨੇ: ਕੰਮ ਕਰਨਾ ਨਾ ਪਵੇ, ਪੈਸਾ ਲਾਉਣਾ ਨਾ ਪਵੇ, ਪ੍ਰੋਡਕਸ਼ਨ ਵੱਧ ਤੋਂ ਵੱਧ ਆ ਜਾਵੇ। ਤੋ ਇਹਦੇ ਨਾਲ ਕੀ ਕਰ ਰਹੇ ਹਾਂ ਅਸੀਂ? ਸੋਇਲ ਨੂੰ ਖ਼ਤਮ ਕਰ ਰਹੇ। ਖ਼ਤਮ ਕਹਿਣਾ ਗਲਤ ਹੈ, ਖ਼ਤਮ ਕਰ ਚੁੱਕੇ ਹਾਂ ਅਸੀਂ। ਕਰ ਕੀ ਰਹੇ ਹਾਂ? ਸੋਇਲ ਦੀ ਕਹਾਣੀ ਸ਼ੁਰੂ ਹੋਣੀ ਹੈ, ਮਿੱਟੀ ਦੀ ਕਹਾਣੀ, ਪਦਾਰਥਾਂ ਦੀ ਸ਼ੁਰੂ ਹੋਣੀ ਹੈ ਸੂਰਜ ਤੋਂ। ਸੂਰਜ ਪੱਤੇ 'ਤੇ ਗਿਰਿਆ, ਪੱਤਾ ਇੱਕ ਸੋਲਰ ਸੈੱਲ ਵਾਂਗੂ ਕੰਮ ਕਰ ਰਿਹਾ, ਹਵਾ ਦੀ ਕਾਰਬਨ ਡਾਈਆਕਸਾਈਡ ਨੂੰ ਸੋਕਿਆ, ਉਹਦੀ ਗਲੂਕੋਜ਼ ਬਣਾ ਕੇ ਆਪਣਾ ਪਿੰਡਾ ਬਣਾ ਲਿਆ, ਨਾਲੇ ਫਰੂਟ ਬਣਾ ਲਿਆ। ਠੀਕ ਹੈ, ਫਰੂਟ ਥੱਲੇ ਗਿਰ ਗਿਆ, ਫਰੂਟ ਅਸੀਂ ਖਾ ਲਿਆ, ਉਹਦੇ ਨਾਲ ਆਪਣਾ ਪਿੰਡਾ ਬਣਾ ਲਿਆ। ਜੋ ਅਸੀਂ ਗਿਰਾਇਆ ਉਹਨੂੰ ਮਾਈਕਰੋਬਸ ਨੇ ਖਾ ਲਿਆ। ਇੱਕ ਮਾਈਕਰੋਬ ਨਹੀਂ ਹੈ, ਉਹਦਾ ਮਲ ਮੂਤਰ ਅੱਗੇ, ਉਹਦਾ ਅੱਗੇ ਕਰਦੇ ਬਿਲਕੁਲ ਸੂਖਸ਼ਮ ਅਵਸਥਾ 'ਤੇ ਟੁੱਟੂਗਾ ਉਹ। ਜਦੋਂ ਸੂਖਸ਼ਮ ਅਵਸਥਾ 'ਤੇ ਆ ਗਿਆ ਉਹਨੂੰ ਆਇਨਿਕ ਸਟੇਜ ਕਹਿ ਦਿੰਦੇ ਹਾਂ ਅਸੀਂ। ਜਦ ਤੱਕ ਆਇਨਿਕ ਸਟੇਜ ਦੇ ਵਿੱਚ ਉਹ ਜਗ੍ਹਾ ਨਹੀਂ ਪਹੁੰਚੀ, ਉਹ ਪਲਾਂਟ ਫੂਡ ਨਹੀਂ ਹੈਗਾ, ਖਾਣਾ ਨਹੀਂ ਹੈ ਉਹ ਪਲਾਂਟ ਦਾ। ਕਿਉਂਕਿ ਪਲਾਂਟ ਨੇ ਤਾਂ ਕੈਟਾਇਨ ਐਕਸਚੇਂਜ ਦੇ ਨਾਲ ਹੀ ਚੱਕਣਾ। ਥੋੜ੍ਹਾ ਜਿਹਾ ਟੈਕਨੀਕਲ ਹੋ ਰਿਹਾ ਹੋਵੇ ਬਟ ਸਿੰਪਲ ਹੈ। ਤੁਸੀਂ ਸਰਲ ਭਾਸ਼ਾ ਸਮਝੋ ਤਾਂ ਉਹਨੇ ਸੂਖਸ਼ਮ ਅਵਸਥਾ 'ਤੇ ਟੁੱਟਣਾ, ਤਾਂ ਹੀ ਬੂਟੇ ਨੇ ਚੱਕਣਾ। ਹੁਣ ਅਸੀਂ ਕੀ ਕਰ ਰਹੇ ਹਾਂ ਕਿ ਇਹ ਜਿਹੜਾ ਸਾਈਕਲ ਹੈ, ਜੋ ਉਪਜੇ ਸੋ ਬਿੰਸ ਹੈ ਪਰੋ ਆਜ ਕੇ ਕਾਲ, ਇਹ ਉਪਜ ਗਿਆ ਫਿਰ ਇਹਨੇ ਬਿੰਸ ਜਾਣਾ, ਫਿਰ ਇਹ ਇਕੋਲੋਜੀ ਦਾ ਸਾਈਕਲ ਹੈ ਸਾਡਾ। ਠੀਕ ਹੈ, ਹੁਣ ਅਸੀਂ ਕੀ ਕਰ ਰਹੇ ਹਾਂ? 70% ਪਲਾਂਟ ਦਾ ਜਿਹੜਾ ਟੋਟਲ ਜ਼ੋਰ ਲੱਗਿਆ ਹੋਇਆ, ਚਾਹੇ ਉਹ ਜ਼ਮੀਨ ਦੇ ਵਿੱਚੋਂ ਖਣਿਜ ਲੈ ਰਿਹਾ, ਹਵਾ ਦੇ ਵਿੱਚੋਂ ਆਕਸੀਜਨ ਲੈ ਰਿਹਾ ਤੁਹਾਡਾ, ਅਤੇ ਈਵਨ ਕਾਰਬਨ ਵੀ ਉੱਪਰੋਂ ਲੈਂਦਾ, ਉਹਦੇ ਵਿੱਚ ਦੀ ਥੱਲੇ ਰੂਟਸ 'ਚ ਜਾਂਦਾ। ਉਹ 70% ਜੋ ਵੀ ਉਹਦੀ ਊਰਜਾ ਹੈ ਉਹ ਆਪਣੇ ਫਰੂਟ ਦੇ ਵਿੱਚ ਪਾ ਦਿੰਦਾ ਉਹ, ਕਿਉਂਕਿ ਉਹਦਾ ਕੰਮ ਹੈ ਅਗਲਾ ਜਨਮ ਦੇਣਾ, ਆਪਣੇ ਆਪ ਨੂੰ ਪ੍ਰਕਿਰਤੀ ਨੂੰ ਚੱਲਦੇ ਰੱਖਣਾ। ਉਸ ਤੋਂ ਬਾਅਦ ਜਿਹੜੀ ਮਗਰ ਬਚਿਆ ਹੋਇਆ ਉਹ ਬੂਟੇ ਦੀਆਂ ਜਿਹੜੀਆਂ ਟਹਿਣੀਆਂ ਅਤੇ ਪੱਤਿਆਂ 'ਚ ਰਹਿ ਗਿਆ, ਉਹ ਵੀ ਜਦੋਂ ਮਰਨ ਲੱਗਦਾ ਉਹ ਲੀਚ ਕਰ ਦਿੰਦਾ ਥੱਲੇ, ਜ਼ਮੀਨ ਨੂੰ, ਧਰਤੀ ਨੂੰ ਦੇ ਦਿੰਦਾ ਜਿਹੜਾ ਫੱਕ ਹੈ। ਹੁਣ ਉਹ ਅਸੀਂ ਕੀ ਕਰਦੇ ਹਾਂ? ਅਸੀਂ ਫਰੂਟ ਖਾਂਦੇ ਹਾਂ। ਹੁਣ ਆ ਜ਼ਮੀਨ ਦੇ ਉੱਤੇ ਕੱਖ ਹੋ ਜਾਂਦਾ, ਇੱਕ ਅੱਖਰ ਵੀ ਅਸੀਂ ਕਹਿੰਦੇ ਹਾਂ ਕੱਖ ਨਹੀਂ ਪੱਲੇ ਇਹਦੇ। ਕਾਰਨ ਕੀ ਹੈ ਕਿ ਉਹਨੂੰ ਬਹੁਤੇ ਤੱਤ ਚਾਹੀਦੇ ਨਹੀਂ, ਉਹ ਗਰੀਬ ਕਿਤੇ ਵੀ ਹੋ ਜਾਊਗਾ। ਪਰ ਜਿੰਨਾ ਨਿਊਟ੍ਰੀਸ਼ੀਅਸ ਫਰੂਟ ਚਾਹੀਦਾ ਉਹੋ ਜਿਹੇ ਤੱਤ ਉਸ ਭੂਮੀ ਦੇ ਵਿੱਚ ਹੋਣਗੇ ਤਾਂ ਹੀ ਹੋਊਗਾ। ਉਹ ਫੂਡ ਅਸੀਂ ਖਾ ਲਿਆ, ਆਪਣਾ ਸਰੀਰ ਬਣਾ ਲਿਆ, ਜੋ ਅਸੀਂ ਗਿਰਾਇਆ ਉਹ ਵਾਪਸ ਧਰਤੀ 'ਚ ਜਾਣਾ ਚਾਹੀਦਾ, ਉਹ ਜਾ ਨਹੀਂ ਰਿਹਾ। ਫਿਰ ਮੈਨੂੰ ਚੰਗਿਆੜਾ ਸਾਹਿਬ ਯਾਦ ਆ ਜਾਂਦੇ ਨੇ, ਓਪਨ ਡੈਫੀਕੇਸ਼ਨ ਦੀ ਗੱਲ ਕਰਦੇ ਨੇ ਵੀ ਉਹ ਹੋਣਾ ਚਾਹੀਦਾ। ਥਿਓਰੈਟੀਕਲੀ ਯੈਸ, ਜੋ ਅਸੀਂ ਖਾਇਆ ਉੱਥੇ ਚਲੇ ਜਾਣਾ ਚਾਹੀਦਾ। ਇਹ 'ਤੇ ਲੋਕ ਇਤਰਾਜ਼ ਵੀ ਕਰਦੇ ਨੇ ਵੀ ਅਸੀਂ ਅਨਪੜ੍ਹ ਹਾਂ। ਸਵਾਲ ਅਨਪੜ੍ਹ ਦਾ ਨਹੀਂ, ਹਾਈਲੀ ਇੰਟਲੈਕਚੁਅਲ ਦਾ ਹੋ ਗਿਆ ਇਹ। ਜੋ ਅਸੀਂ ਗਿਰਾਇਆ ਉਹ ਜ਼ਮੀਨ ਦਾ, ਮਾਈਕਰੋਬਸ ਦਾ, ਸਭ ਦਾ ਫੂਡ ਹੈ ਉਹ ਹੁਣ ਕੀ ਹੋ ਰਿਹਾ? ਉਹ ਕੋਈ ਦਰਿਆ ਦੇ ਵਿੱਚ ਦੀ ਹੁੰਦਾ ਹੋਇਆ ਉਹ ਰੱਬ ਜਾਣੇ ਕਿੱਥੇ ਜਾਂਦਾ। ਉਹ ਇੰਟਰਮੀਡੀਏਟ ਦਰਿਆ ਹੈ, ਮੌਨਸੂਨ 'ਚ ਚੱਲਦਾ ਉਹ, ਹਨੂੰਮਾਨਗੜ੍ਹ ਦੇ ਇੱਧਰੋਂ ਉੱਧਰੋਂ ਪਤਾ ਨਹੀਂ, ਜਦੋਂ ਬਾਰਿਸ਼ ਵੱਧ ਹੋ ਗਈ ਤਾਂ ਅੱਗੇ ਚਲਾ ਗਿਆ, ਨਹੀਂ ਤਾਂ ਰਹਿ ਗਿਆ, ਬਟ ਵਾਪਸ ਧਰਤੀ ਦੇ ਵਿੱਚ ਨਹੀਂ ਆਇਆ। ਉਹਦੇ 'ਚ ਵੀ ਜਾਂਦੇ ਹੋਏ ਫਲੱਸ਼ ਦੇ ਵਿੱਚ ਜਦੋਂ ਤੁਸੀਂ ਹਾਰਪਿਕ ਵਾਰਪਿਕ, ਚਲੋ ਬ੍ਰਾਂਡ ਨੇਮ ਤਾਂ ਕੀ ਲੈਣਾ, ਕੋਈ ਵੀ ਜਰਮ ਕਿਲਰ ਲਾ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਮਾਰ ਰਹੇ ਹੋ, ਖ਼ਤਮ ਕਰ ਰਹੇ ਹੋ ਉਹਦੇ ਅੰਦਰਲੇ ਤੱਤ। ਤਾਂ ਜੇ ਅਸੀਂ ਇਹਨੂੰ ਸਰਲ ਭਾਸ਼ਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂ ਮੈਂ ਕੋਈ ਵਿਦਵਾਨ ਤਾਂ ਹੈ ਨਹੀਂ, ਨਾ ਗੁਣੀ ਗਿਆਨੀ ਹੈ, ਸਰਲ ਭਾਸ਼ਾ 'ਚ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਹੈ, ਤੁਸੀਂ ਗਾਜਰ ਦਾ ਜੂਸ ਲੈ ਲਓ। ਹੁਣ ਗਾਜਰ ਦੇ ਜੂਸ ਦੇ ਵਿੱਚ ਕੀ ਹੈ? ਖਾਣਾ ਹੈਗਾ, ਫੂਡ ਹੈਗਾ।
ਉਹ ਜਿਹੜਾ ਪਾਣੀ ਹੈ ਉਹਦੇ 'ਚ ਡਿਜ਼ੋਲਵਡ ਆਕਸੀਜਨ ਹੈ। ਜਿਵੇਂ ਹਵਾ ਦੇ ਵਿੱਚ 21% ਆਕਸੀਜਨ ਹੈ, ਪਾਣੀ ਦੇ ਅੰਦਰ ਵੀ ਜੇ ਆਕਸੀਜਨ ਖਤਮ ਹੋ ਜੂਗੀ ਤਾਂ ਉੱਥੇ ਕੋਈ ਪਰਿੰਦਾ ਜੀ ਨਹੀਂ ਸਕਦਾ। ਮਤਲਬ ਮਿਨੀਮਮ 3 ਤੋਂ 4% ਤਾਂ ਚਾਹੀਦੀ ਹੈ। ਅਤੇ ਜੇ ਉਹਨੇ ਬਰੀਡਿੰਗ ਕਰਨੀ ਹੈ ਮੱਛੀਆਂ ਤਾਂ 7 ਤੋਂ 8% ਪਾਣੀ ਦੇ ਵਿੱਚ ਜੇ ਆਕਸੀਜਨ ਘੁਲੀ ਹੋਊਗੀ ਤਾਂ ਹੀ ਕਰ ਪਾਣੀ ਹੈ, ਨਹੀਂ ਤਾਂ ਜੀਵਨ ਹੋ ਹੀ ਨਹੀਂ ਸਕਦਾ। ਤੋ ਉਹਦੇ 'ਚ ਐਡ ਕਿਵੇਂ ਹੁੰਦੀ ਹੈ? ਜੇ ਤੁਸੀਂ ਇਸ ਤਰ੍ਹਾਂ ਫੈਂਟ ਦਿਓ ਉਹਦੇ 'ਚ ਐਡ ਹੋ ਗਈ ਆਕਸੀਜਨ, ਵਿੱਚੋਂ ਕੰਪਰੈਸਰ ਨਾਲ ਹਵਾ ਕੱਢ ਦਿਓ, ਕਿਸੇ ਵੀ ਤਰ੍ਹਾਂ ਉਹ 'ਚ ਘੁਲੀ ਹੋਣੀ ਚਾਹੀਦੀ ਆਕਸੀਜਨ। ਤੋ ਇਹ ਜਿਹੜਾ ਕੁਦਰਤ ਨੇ ਸਾਈਕਲ ਬਣਾਇਆ ਕਿ ਵਾਸ਼ਵੀਕਰਨ ਹੁੰਦਾ, ਉੱਪਰੋਂ ਥੱਲੇ ਗਿਰਦਾ, ਉਹ ਸਾਰਾ ਆਕਸੀਜਨੇਟ ਹੋ ਜਾਂਦਾ ਪਾਣੀ ਤੁਹਾਡਾ। ਗਾਜਰ ਦੇ ਜੂਸ ਦੇ ਵਿੱਚ ਆਕਸੀਜਨ ਵੀ ਹੈਗੀ ਆ, ਖਾਣਾ ਵੀ ਹੈਗਾ। ਤੋ ਜਿਹੜੇ ਚੰਗੇ ਮਾੜਾ ਕੁਛ ਨਹੀਂ ਹੈ ਧਰਤੀ 'ਤੇ, ਪਰ ਸਿਰਫ ਸਮਝਾਉਣ ਵਾਸਤੇ ਅਸੀਂ ਇਹਨੂੰ ਚੰਗੇ ਮਾੜੇ ਦੇ ਵਿੱਚ ਕਰ ਦਿੰਦੇ ਹਾਂ। ਏਰੋਬਿਕ ਅਤੇ ਐਨਾਰੋਬਿਕ ਮਾਫੀ ਦੇਣਾ ਇਹ ਇਸ ਤਰ੍ਹਾਂ ਹੈ ਨਹੀਂ, ਪਰ ਸਮਝਣ ਵਾਸਤੇ ਜੀਵਾਣੂਆਂ ਦੀ ਅਣਗਿਣਤ ਸ਼੍ਰਿੰਖਲਾ ਹੈ, ਬਹੁਤ ਤਰ੍ਹਾਂ ਦੇ ਨੇ। ਥਰਮੋਫਿਲਸ ਹੈ ਜਿਹੜੇ ਹਾਈ ਟੈਂਪਰੇਚਰ 'ਤੇ ਕੰਮ ਕਰਦੇ ਹੈ, ਮੈਸੋਫਿਲਸ ਹੈ ਜਿਹੜੀ ਤੁਹਾਡੀ ਮੇਰੀ ਵਾਲੀ ਟੈਂਪਰੇਚਰ 'ਤੇ 35-37 ਡਿਗਰੀ 'ਤੇ ਕੰਮ ਕਰਦੇ ਹੈ, ਠੰਡੇ ਤਾਪਮਾਨ 'ਤੇ ਕੰਮ ਕਰਨ ਵਾਲੇ, ਆਕਸੀਜਨ 'ਤੇ ਕੰਮ ਕਰਨ ਵਾਲੇ, ਕਾਰਬਨ ਡਾਈਆਕਸਾਈਡ 'ਤੇ ਕੰਮ ਕਰਨ ਵਾਲੇ। ਹੁਣ ਪੇੜ ਪੌਦੇ ਕਾਰਬਨ ਡਾਈਆਕਸਾਈਡ ਲੈਂਦੇ ਨੇ ਅੰਦਰ, ਜਿਹੜਾ ਅਸੀਂ ਸਿੱਟਦੇ ਹਾਂ। ਅਤੇ ਇੰਨਾ ਪਸਾਰਾ ਹੈ ਵੀ ਗਰਮ ਤੋਂ ਗਰਮ ਜਗ੍ਹਾ 'ਤੇ ਵੀ, ਤਾਂ ਉਹ ਸਾਡੀ ਪਹੁੰਚ ਤੋਂ ਬਹੁਤ ਬਾਹਰ ਹੈ। ਕੁਛ ਪਕੜ ਲਏ, ਕੁਛ ਹੋਰ ਪਕੜ ਲਾਂਗੇ। ਤਾਂ ਅਸੀਂ ਇਹ ਸਮਝੀਏ ਕਿ ਜਿਹੜੇ ਆਕਸੀਜਨ ਦੇ ਉੱਤੇ ਚੱਲਣ ਵਾਲੇ ਜੀਵਾਣੂ ਉਹਦੇ ਵਿੱਚ ਹੈਗੇ ਨੇ, ਉਹ ਉਹਨੂੰ ਖਾ ਕੇ ਪਚਾਉਣ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰ ਦਿੰਦੇ ਨੇ। ਇੱਕ ਟਾਈਮ ਆ ਜਾਂਦਾ ਕਿ ਅੰਦਰਲੀ ਆਕਸੀਜਨ ਖਤਮ ਹੋ ਗਈ, ਫਿਰ ਮਾੜੇ ਜੀਵਾਣੂ ਹਾਵੀ ਹੋ ਜਾਂਦੇ ਨੇ। ਆਕਸੀਜਨ ਹੈ ਨਹੀਂ ਤਾਂ ਕੀ ਹੋਊਗਾ? 2-3 ਦਿਨ ਬਾਅਦ ਉਹ ਬਦਬੂ ਮਾਰਨ ਲੱਗ ਜੂਗਾ, ਸੜ ਜੂਗਾ, ਖਰਾਬ ਹੋ ਜੂਗਾ, ਜਿਹਨੂੰ ਅਸੀਂ ਕਹਿੰਦੇ। ਇਹ ਵੀ ਕੁਦਰਤ ਦਾ ਨਿਯਮ ਹੈ ਕਿ ਜਿੱਥੇ ਕੋਈ ਚੀਜ਼ ਬਦਬੂ ਮਾਰ ਰਹੀ ਹੈ ਤੁਹਾਡੇ ਵਾਸਤੇ ਨਹੀਂ, H2S ਗੈਸ ਉੱਥੇ ਆਪਣੇ ਆਪੇ ਬਣ ਜਾਂਦੀ ਹੈ। ਸਣਿਆਉਣ ਵਾਲੀ ਚੀਜ਼ ਤੁਹਾਡੇ ਵਾਸਤੇ ਹੈ ਨਹੀਂ। ਜੇ ਹੁਣ ਆਪਾਂ ਮਿੱਟੀ ਦੀ ਵੀ ਗੱਲ ਅੱਗੇ ਤੋਰਾਂਗੇ ਤਾਂ ਜਿਹੜੀ ਮਿੱਟੀ 'ਚੋਂ ਖੁਸ਼ਬੂ ਆਉਂਦੀ ਹੈ ਉਹੀ ਮਿੱਟੀ ਟੁੱਟ ਕੇ ਪੂਰੀ ਮਤਲਬ ਉਹ ਪਲਾਂਟ ਫੂਡ ਬਣ ਚੁੱਕੀ ਹੈ, ਕਿਉਂਕਿ ਰੂੜੀ ਜਿਹੜੀ ਹੈ ਉਹ ਰੇਹ ਨਹੀਂ ਹੁੰਦੀ, ਉਹਨੇ ਤਾਂ ਹਾਲੇ ਬ੍ਰੇਕ ਡਾਊਨ ਹੋਣਾ। ਹੁਣ ਇਹ ਜਿਹੜਾ ਗਾਜਰ ਦਾ ਜੂਸ ਖਰਾਬ ਹੋ ਗਿਆ, ਗੰਦਾ ਹੋ ਗਿਆ, ਜੇ ਤੁਸੀਂ ਪੀ ਲਿਆ, ਇਹ ਤੁਹਾਡੇ ਪੇਟ ਦੇ ਅੰਦਰ ਜਿਹੜੀਆਂ ਆਂਤੜੀਆਂ ਨੇ, ਵੈਸੇ ਤਾਂ ਡਾਈਜੈਸ਼ਨ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ, ਹਾਈਡਰੋਲਿਸਿਸ, ਐਸਟੋਨਾਈਸਿਸ ਸਾਰਾ ਉਹ ਟੁੱਟਣਾ ਸ਼ੁਰੂ ਹੋ ਜਾਂਦਾ ਜੋ ਤੁਸੀਂ ਖਾਇਆ। ਇੱਥੇ ਤੁਹਾਡੀ ਮਾਂ ਨੇ ਔਰ ਮੇਰੀ ਮਾਂ ਨੇ ਸਾਨੂੰ ਡਾਈਜੈਸ਼ਨ ਵਾਸਤੇ, ਰੋਗਾਂ ਨਾਲ ਲੜਨ ਵਾਸਤੇ ਅੰਦਰ ਸਾਰਾ ਸਿਸਟਮ, ਇੱਥੇ ਮਾਈਕਰੋਬਸ ਦਿੱਤੇ ਹੋਏ ਨੇ ਸਾਡੇ ਪੇਟ ਦੇ ਅੰਦਰ। 70% ਮਾਈਕਰੋਬਸ ਇੱਥੇ ਨੇ। ਹੁਣ ਜਦ ਤੁਸੀਂ ਗੰਦੇ ਮਾਈਕਰੋਬਸ ਪੀ ਲਏ, ਉਹ ਮਾੜਾ ਪੀ ਲਿਆ, ਉਹ ਉੱਥੇ ਵੀ ਨਾ ਸਿੱਧੀ ਡੈਮੋਕ੍ਰੇਸੀ ਹੈ। ਠੀਕ ਗਲਤ ਦਾ ਸਵਾਲ ਨਹੀਂ, ਜਿਹਦੀ ਗਿਣਤੀ ਵੱਧ ਆ ਉਹ ਸਹੀ ਹੈ। ਉਹਨਾਂ ਨੇ ਅੰਦਰਲੇ ਤੁਹਾਡੇ ਚੰਗੇ ਮਾੜੇ ਦੋਨਾਂ 'ਤੇ ਚੜ੍ਹਾਈ ਕਰ ਦੇਣੀ ਹੈ, ਤੁਸੀਂ ਬਿਮਾਰ ਹੋ ਜਾਓਗੇ। ਜਦੋਂ ਤੁਸੀਂ ਬਿਮਾਰ ਹੋਏ ਤੁਸੀਂ ਜਾਓਗੇ ਡਾਕਟਰ ਕੋਲ, ਉਹ ਕਹੂਗਾ ਤੈਨੂੰ ਕੁਛ ਨਹੀਂ ਹੋਇਆ ਭਾਈ, ਇਨਫੈਕਸ਼ਨ ਹੋਈ ਹੈ, ਤੂੰ ਐਂ ਕਰ ਆਹ ਫੜ ਗੋਲੀ ਐਂਟੀਬਾਇਓਟਿਕ। ਦੇਖੋ ਨਾਂ ਕਿੰਨਾ ਸ਼ਾਨਦਾਰ ਹੈ। ਐਂਟੀ ਮਤਲਬ ਖਿਲਾਫ, ਬਾਇਓਟਿਕ ਮਤਲਬ ਜਿੰਦਾ। ਚੰਗੇ ਮਾੜੇ ਦਾ ਸਵਾਲ ਨਹੀਂ ਹੈਗਾ, ਤੁਸੀਂ ਗੋਲੀ ਛਕੀ ਉਹਨੇ ਚੰਗੇ ਮਾੜੇ ਦੋਹੇ ਉਡਾ ਦੇਣੇ। ਹੁਣ ਜੇ ਤੁਸੀਂ ਫਿਰ ਵੀ ਠੀਕ ਨਹੀਂ ਹੋਏ, ਉਹ ਤੁਹਾਨੂੰ ਕੀ ਕਹੂਗਾ? ਯਾਰ ਥੋੜ੍ਹੀ ਸਟਰੋਂਗ ਐਂਟੀਬਾਇਓਟਿਕ ਲੈ ਲਾ, ਇਹੀ ਕਹਿੰਦਾ ਉਹ। ਹੁਣ ਤਾਂ ਭਾਸ਼ਾ ਬਦਲ ਗਈ ਉਹਨਾਂ ਦੀ। ਉਹ ਜਦੋਂ ਹੋਰ ਜ਼ਿਆਦਾ ਤੁਸੀਂ ਉਹ ਲੈ ਲਿਆ, ਸਟਰੋਂਗ ਲੈ ਲਿਆ, ਇਹ ਵੀ ਹੋ ਸਕਦਾ ਕਿ ਇਨਫੈਕਸ਼ਨ ਇੰਨੀ ਵੱਧ ਜਾਵੇ ਇੱਕ ਭੋਗ ਦਾ ਕਾਰਡ ਛਾਪੇ, ਇਕੱਲੇ ਆਏ ਨਾਨਕਾ ਸੱਦੇ ਉੱਠ ਜਾਏ, ਪੁਰਾਣੇ ਦਿਨ ਭੋਗ ਆ। ਇਹ ਵੀ ਹੋ ਸਕਦਾ ਕਿ ਤੁਹਾਡੇ ਅੰਦਰ ਦੀ ਇੱਕ ਖਾਸ ਤਰ੍ਹਾਂ ਦੀ ਇਮਿਊਨਿਟੀ ਖਤਮ ਹੋ ਜਾਵੇ, ਜਿਹਨੂੰ ਕਰੋਨਿਕ ਡਿਜ਼ੀਜ਼ ਕਹਿੰਦੇ। ਮਤਲਬ ਤੁਹਾਨੂੰ ਖੁਜਲੀ ਹੋਣਾ ਹੀ ਨਹੀਂ ਹਟਦਾ, ਅੰਦਰ ਹੈ ਹੀ ਨਹੀਂ ਉਹਨੂੰ ਫਾਈਟ ਕਰਨ ਵਾਸਤੇ। ਤਾਂ ਉਹੀ ਗਾਜਰ ਦੇ ਜੂਸ ਨੂੰ ਤੁਸੀਂ ਕੁਛ ਨਹੀਂ ਕਰਨਾ, ਹਿਲਾ ਦਿਓ, ਚਮਚੇ ਨਾਲ ਹਿਲਾ ਦਿਓ, ਇਸ ਤਰ੍ਹਾਂ ਫੈਂਟ ਦਿਓ ਰੋਜ਼, ਤਾਂ ਕਿ ਆਕਸੀਜਨ ਭਰਪੂਰ ਰਹੇ। ਤਾਂ 5-7 ਦਿਨਾਂ ਦੇ ਵਿੱਚ ਉਹ ਕਾਂਜੀ ਬਣ ਜੂਗੀ। ਉਹ ਸਾਡੇ ਪੀਂਦੇ ਸੀਗੇ ਕਾਂਜੀ ਪਹਿਲਾਂ, ਉਹਨੂੰ ਪ੍ਰੋਬਾਇਓਟਿਕ ਕਹਿੰਦੇ। ਪ੍ਰੋ ਮਤਲਬ ਵੱਲ, ਬਾਇਓਟਿਕ ਮਤਲਬ ਲਾਈਫ। ਤਾਂ ਜਦੋਂ ਤੁਸੀਂ ਪ੍ਰੋਬਾਇਓਟਿਕਸ ਪੀਓਗੇ ਤੁਹਾਡੀ ਇਮਿਊਨਿਟੀ ਆਪਣੇ ਆਪ ਹੀ ਵਧਣੀ ਹੈ, ਕਿਉਂਕਿ ਚੰਗੇ ਜੀਵਾਣੂਆਂ ਦੀ ਗਿਣਤੀ ਵੱਧ ਰਹੀ ਹੈ। ਅੱਜ ਹੁਣ ਡਾਕਟਰਾਂ ਨੇ ਕੀ ਕਰਨਾ ਸ਼ੁਰੂ ਕੀਤਾ? ਪ੍ਰੋਬਾਇਓਟਿਕਸ ਦੇਣੇ ਸ਼ੁਰੂ ਕਰਦੇ, ਐਂਟੀਬਾਇਓਟਿਕ ਘੱਟ ਦਿੰਦੇ ਨੇ। ਅਤੇ ਨਾਂ ਵੀ ਦੇਖੋ ਇਮਾਨਦਾਰ ਨੇ ਉਹ, ਟੈਰਾਮਾਈਸਿਨ, ਮਾਈਸਿਨ, ਮੇਰਾ ਕੀ ਕਹਿੰਦੇ ਨੇ ਪਾਪ, ਮਾਈਸਿਨ, ਇਹੋ ਜਿਹੇ ਨਾਂ ਹੁੰਦੇ ਨੇ, ਕਲੋਰੋਮਾਈਸਿਨ, ਟੈਰਾਮਾਈਸਿਨ। ਸੋ ਇਹ ਜਿਹੜੀ ਜੀਵਾਣੂਆਂ ਦੀ ਚੱਕਰ ਹੈ। ਤਾਂ ਮਿੱਟੀ ਦੇ ਉੱਤੇ ਕੀ ਹੈ ਕਿ ਮਿੱਟੀ ਦੇ ਵਿੱਚ ਜਿਹੜੇ ਖਣਿਜ ਸੀਗੇ, ਔਰ ਇੰਨਾ ਚੱਕਰ ਜਿਹਨੂੰ ਵੈਸੇ ਸਰਲ ਭਾਸ਼ਾ 84 ਲੱਖ ਜਿਊਣਾ ਕਹਿੰਦੇ ਨੇ, ਇਹਨੂੰ ਕਹਿ ਦਿਓ, ਉਹ ਟੁੱਟ ਕੇ ਦੁਬਾਰਾ ਉਹ ਸਾਈਕਲ ਚੱਲਣਾ। ਉਹਨੂੰ ਅਸੀਂ ਓਪਨ ਐਂਡਡ ਕੱਢਤਾ। ਨਿਊਟ੍ਰੀਸ਼ਨ ਤਾਂ ਇੱਧਰ ਕੱਢਤੀ ਸਾਰੀ ਦੀ ਸਾਰੀ। ਹੁਣ ਇਸ ਮਿੱਟੀ 'ਚੋਂ ਸਾਰਾ ਕੁਛ ਕੱਢ ਲਿਆ ਬੂਟਿਆਂ ਦੇ ਰੂਪ ਦੇ ਵਿੱਚ, ਅਸੀਂ ਵਾਪਸ ਇਹਦੇ 'ਚ ਪਾਇਆ ਕੁਛ ਨਹੀਂ ਹੈਗਾ। ਤਾਂ ਇੱਥੇ ਬੂਟਾ ਹੋ ਜਾਊਗਾ? ਨਹੀਂ ਹੋਣਾ। 10,000 ਸਾਲ ਪਹਿਲਾਂ ਉਹਨੂੰ ਛੱਡ ਦਿੰਦੇ ਸੀ, ਜ਼ੂਮ ਖੇਤੀ ਕਹਿੰਦੇ ਸੀ, ਕਿਤੇ ਹੋਰ ਕਰ ਲੈਂਦੇ ਸੀ ਉਹ।
ਇਹਦੇ ਵਿੱਚ ਦੁਬਾਰਾ ਤੋਂ, ਪਰ ਉਹ 10 ਦਿਨ 'ਚ ਥੋੜ੍ਹਾ ਹੋਊਗਾ, ਡੀਕੰਪੋਜੀਸ਼ਨ ਹੁੰਦੇ ਜ਼ਮੀਨ ਦੀ ਤਹਿ ਨੂੰ ਬਣਦੇ ਬਹੁਤ ਟਾਈਮ ਲੱਗੂਗਾ। ਬਟ ਉਦੋਂ ਇੰਨੇ ਜ਼ਿਆਦਾ ਸਾਡੀ ਪਾਪੂਲੇਸ਼ਨ ਹੁੰਦੀ ਨਹੀਂ ਸੀ ਤਾਂ ਸਰ ਜਾਂਦਾ ਸੀਗਾ ਕੰਮ ਦਾ। ਹੁਣ ਅੱਜ ਕੀ ਕਰਦੇ ਨੇ ਉਹ, ਅੱਜ ਉਹ ਸ਼ਾਰਟਕਟ ਕਰਦੇ ਨੇ। ਹੁਣ ਜਿਹੜਾ ਪੱਥਰ ਵੀ ਹੈ ਉਹਦੇ ਅੰਦਰ ਮੈਗਨਾ ਮੋਲਟਨ ਮੈਗਨਾ ਕਿਸਕੇ ਵੇਲੇ ਉਹ ਪਿਘਲਿਆ ਹੋਇਆ ਲਾਵਾ ਸੀਗਾ, ਹੁਣ ਜੰਮ ਕੇ ਉਹਨੇ ਪੱਥਰ ਦੀ ਫਾਰਮ ਲਈ ਹੈ। ਥੱਲੇ ਤਾਂ ਹਾਲੇ ਵੀ ਭਖ ਰਹੀ ਹੈ ਧਰਤੀ, ਵੋਲਕੇਨੋਜ਼ erupਟ ਹੁੰਦੇ। ਹੁਣ ਜੇ ਇਹਦੇ ਜਿਹੜੇ ਨਿਊਟਰੀਐਂਟਸ ਇਹਦੇ ਵਿੱਚ ਜੋ ਵੀ ਕੁਛ ਹੈ ਪੱਥਰ ਦੇ, ਇਹਦੇ ਵਿੱਚ ਤਰੇੜ ਦੇ ਵਿੱਚ ਘਾਹ ਹੁੰਦਾ, ਫਿਰ ਉਹਦੀਆਂ ਜਦੋਂ ਪੜਦਾ ਫਿਰ ਉਹ ਹੌਲੀ ਮਿੱਟੀ ਬਣਦੀ ਹੈ। ਅਸੀਂ ਸ਼ਾਰਟਕਟ ਦੇ ਨਾਲ ਕੈਮੀਕਲੀ ਕੈਮਿਸਟਰੀ ਦੇ ਵਿੱਚ ਦੇਖੋਗੇ ਤਾਂ ਜਿਹੜਾ ਤੱਤ ਆਰਗੈਨਿਕਲੀ ਹੋ ਰਿਹਾ ਉਹ ਵੀ ਉਹੀ ਹੈ ਤੇ ਕੈਮਿਸਟਰੀ ਦੇ ਵਿੱਚ ਵੀ ਉਹੀ ਹੈ। ਠੀਕ ਹੈ, ਜੇ ਨਾਈਟ੍ਰੋਜਨ ਉੱਥੇ ਹੈ ਤਾਂ ਇੱਥੇ ਵੀ ਉਹੀ ਹੈ। ਬਟ ਇਹ ਨਾਈਟ੍ਰੋਜਨ ਉਹ ਪੂਰਾ ਸਾਈਕਲ ਕੰਪਲੀਟ ਕਰਕੇ ਨਹੀਂ ਹੋਇਆ। ਉਹ ਕਹਿੰਦੇ ਨੇ ਆਇਡੈਂਟੀਕਲ ਹੈ ਦਿਖਦਾ, ਬਟ ਆਇਡੈਂਟੀਕਲ ਹੈ ਨਹੀਂ ਉਹ, ਜੇ ਟੈਕਨੀਕਲੀ ਤੁਸੀਂ ਦੇਖੋ। ਅਤੇ ਜੇ ਤੁਸੀਂ ਮੈਂ ਮਤਲਬ ਘੁੰਮ ਕੇ ਪੁਰਾਤਨ ਲੋਕਾਂ ਨੂੰ, ਕਿਉਂਕਿ ਹਾਈਲੀ ਇੰਟਲੈਕਚੁਅਲ ਨਹੀਂ ਅਸੀਂ ਹੈਗੇ, ਤਾਂ ਹਾਈਲੀ ਇੰਟਲੈਕਚੁਅਲ 'ਤੇ ਵੀ ਕਾਟਾ ਨਹੀਂ ਮਾਰ ਸਕਦੇ। ਹਾਈ ਕੱਢ ਦਿਓ, ਇੰਟਲੈਕਚੁਅਲ ਹੈ ਤਾਂ ਠੀਕ ਹੈ। ਜਿਹੜੇ ਇੱਧਰ ਵਾਲੇ ਬੰਦੇ ਨੇ ਜਿਹਨਾਂ ਦੀ ਮੈਂ ਗੱਲ ਕਰੀ ਤੁਹਾਨੂੰ, NGOs ਦਾ ਜਾਂ ਹੋਰ ਜਿਹੜੇ ਇਹੋ ਜਿਹੇ ਬੰਦੇ ਨੇ, ਉਹਨਾਂ ਦੀ ਵੀ ਸੋਚ ਦਾ ਅੱਤਵਾਦ ਹੋਇਆ। ਬਿਲਕੁਲ, ਉਹ ਗਾਲੀ ਦਿੰਦੇ ਨੇ ਕਿ ਵੀ ਇਹ ਯੂਨੀਵਰਸਿਟੀ ਵਾਲਿਆਂ ਦਾ ਕੱਖ ਨਹੀਂ ਪਤਾ ਹੈਗਾ। ਬਲੈਕ ਐਂਡ ਵਾਈਟ 'ਚ ਨਹੀਂ ਤੁਸੀਂ ਕਿਸੇ ਨੂੰ ਰੰਗ ਸਕਦੇ ਹੈਗੇ। ਉਹ ਸੋਧ ਤੋਂ ਬਗੈਰ ਵੀ ਗੁਜ਼ਾਰਾ ਨਹੀਂ ਹੈਗਾ। ਅਤੇ ਇੱਥੇ ਫਿਰ ਉਹ ਮਾਫੀਨਾਮਾ ਤਾਂ ਮੇਰਾ ਲਿਖਿਆ ਹੀ ਹੋਇਆ ਨਾ, ਇੱਥੇ ਫਿਰ ਇੱਕ ਗੱਲ ਕਹਿ ਦਿੰਦਾ, ਸਾਡੀਆਂ ਕੋਈ ਵੀ ਤੁਸੀਂ ਆਪਣਾ ਕੈਰੀਅਰ ਪਰਸਿਊ ਕਰਦੇ ਹੋ, ਚਾਹੇ ਖੇਤੀਬਾੜੀ ਦਾ ਕਰਦੇ ਹੋ, ਚਾਹੇ ਇਕਨੋਮਿਕਸ ਦਾ ਕਰਦੇ ਹੋ, ਜਿਹੜਾ ਵੀ ਇੰਜੀਨੀਅਰਿੰਗ ਦਾ ਕਰਦੇ ਹੋ, ਕਿੰਨੇ % ਲੋਕ ਬੱਚੇ ਇਹੋ ਜਿਹੇ ਨੇ ਜਿਹੜੇ ਉਹਦਾ ਪੈਸ਼ਨ ਹੈ ਉਹਦੇ ਕਰਕੇ ਪੜ੍ਹਾਈ ਕਰ ਰਹੇ ਨੇ। ਉਹ ਤਾਂ ਕੁਐਸਚਨਾਂ ਦੇ ਜਵਾਬ ਹੀ ਇਹ ਦੇਖਦੇ, ਆਹ ਇੰਪੋਰਟੈਂਟ ਹੈ ਯਾਦ ਕਰ ਲੈ, ਆਹ ਇੰਪੋਰਟੈਂਟ ਹੈ ਇਹਨੂੰ ਛੱਡ ਦੇ, ਇਹਨੂੰ ਕਰ ਦੇ, ਤਾਂ ਤੁਹਾਨੂੰ ਲੱਗਦਾ ਵੀ ਉਹਨੂੰ ਪੂਰਾ ਸਮਝ ਆ ਰਿਹਾ ਜੋ ਉੱਥੇ ਪੜ੍ਹਾਇਆ ਜਾ ਰਿਹਾ, ਸ਼ਾਇਦ ਨਾ ਸਮਝ ਆਉਂਦਾ ਹੋਵੇ। ਫਿਰ ਜਦੋਂ ਉੱਥੋਂ ਪੜ੍ਹ ਕੇ ਨਿਕਲਿਆ ਉਹਦੇ ਕੋਲ ਡਿਗਰੀ ਹੈ, ਉਸ ਤੋਂ ਬਾਅਦ ਵੀ ਸਿਫਾਰਸ਼ਾਂ ਲੱਗਦੀਆਂ ਨੇ ਇੱਥੇ। ਬਿਲਕੁਲ। ਤਾਂ ਉੱਥੇ ਪਹੁੰਚਣ ਵਾਲਾ ਬੰਦਾ, ਚਾਹੇ ਉਹਦੇ ਟੈਗ ਲੱਗ ਗਿਆ, ਅੱਜ ਕੱਲ੍ਹ ਤਾਂ ਪੈਸੇ ਦੇ ਕੇ ਵੀ ਡਿਗਰੀ ਮਿਲ ਜਾਂਦੀ ਹੈ, ਹਿੰਦੁਸਤਾਨ ਸਾਡਾ ਫੁੱਲ ਤਰੱਕੀ 'ਤੇ ਹੈ। ਠੀਕ ਹੈ, ਉਹ ਬੰਦੇ ਦੇ ਵਿੱਚ ਡਿਗਰੀਆਂ ਕਰਨ ਵਾਸਤੇ ਬੰਦੇ ਹੋਰ ਰੱਖੇ ਹੋਏ ਆ। ਹਾਂ, ਉਹ ਬਥੇਰਾ ਕੁਛ ਕਰਦੇ ਨੇ ਜੀ, ਬੜਾ ਕੁਛ ਹਾਜ਼ਰੀਆਂ ਲੱਗੀ ਜਾਂਦੀਆਂ ਨੇ ਇਹਨਾਂ ਯੂਨੀਵਰਸਿਟੀਆਂ ਦੇ। ਰੱਬ ਹਿੰਦੁਸਤਾਨ ਜੋ ਤੁਸੀਂ ਸੋਚ ਸਕਦੇ ਨਾ, ਉਹ ਸਮਝ ਲਓ ਵੀ ਸ਼ੁਰੂਆਤ ਵੀ ਨਹੀਂ ਹੈ। ਲੋਕ ਤਾਂ ਉੱਥੇ ਤੱਕ ਪਹੁੰਚੇ ਹੋਏ ਨੇ, ਸਮਾਰਟ ਪੀਪਲ ਜਿਹਨੂੰ ਕਹਿੰਦੇ ਆ। ਮੈਂ ਸੋਚਦਾ ਰਿਹਾ ਸਮਾਰਟ ਵਰਕ ਕੀ ਹੁੰਦਾ, ਮੈਨੂੰ ਇੱਕੋ ਹੀ ਅੱਖਰ ਪੰਜਾਬੀ ਸਮਝ ਆਇਆ, ਠੱਗੀ। ਉਹ ਤਾਂ ਓਪਨਲੀ ਕਹਿੰਦੇ ਨੇ ਵੀ ਹਾਰਡ ਵਰਕ ਨਹੀਂ ਕਰਨਾ, ਵੀ ਸਮਾਰਟ ਵਰਕ ਕਰੋ। ਤਾਂ ਹੁਣ ਉਸ ਤਰ੍ਹਾਂ ਦੇ ਜਿਹੜੇ ਬੰਦੇ ਬਾਹਰ ਨਿਕਲ ਰਹੇ ਨੇ, ਜਿਨ੍ਹਾਂ ਦੇ ਵਿੱਚ ਪੈਸ਼ਨ ਹੈ। ਹੁਣ ਬੇਟੀ ਹੈਗੀ ਹੈ ਮੇਰੇ ਦੋਸਤ ਦੀ, ਸ਼ਰੂਤੀ, ਉਹ ਫੈਸ਼ਨ ਡਿਜ਼ਾਈਨਿੰਗ ਦਾ ਕੀੜਾ ਹੈ ਉਹਦੇ 'ਚ, ਕੁੜੀ ਦੇ ਵਿੱਚ। ਅੱਛਾ, ਮਾਂ ਬਾਪ ਨੇ ਵੀ ਸਪੋਰਟ ਕੀਤਾ, ਲੇਕਿਨ ਉਹਨੂੰ ਕਿਤੇ ਬ੍ਰੇਕ ਹੀ ਨਹੀਂ ਮਿਲ ਰਿਹਾ। ਜਦ ਨੂੰ ਉਹਨੂੰ ਬ੍ਰੇਕ ਮਿਲਣਾ, ਉਹਦੇ ਮੱਚ ਮਰ ਜਾਣੇ ਨੇ। ਤੁਸੀਂ ਕਹਿੰਦੇ ਹੋ ਦੇਸ਼ ਪ੍ਰੇਮ ਕਿਵੇਂ ਹੋ ਗਿਆ ਜਦ ਤੁਹਾਨੂੰ ਉਸ ਦੇਸ਼ ਦੇ ਵਿੱਚ ਉਹ ਸਾਰੀਆਂ ਲੋੜੀਂਦੀਆਂ ਚੀਜ਼ਾਂ ਨਹੀਂ ਮਿਲ ਰਹੀਆਂ ਜਿਹਦੇ ਵਾਸਤੇ ਤੁਸੀਂ ਕਰ ਰਹੇ ਹੋ। ਕੋਈ ਤੁਹਾਡੀ ਬਾਂਹ ਨਹੀਂ ਫੜ ਰਿਹਾ, ਉੱਥੇ ਹੀ ਗੇੜੇ ਖਾ ਕੇ 7 ਸਮੁੰਦਰ ਪਾਰ, ਫਿਰ ਜੀ ਕਿਵੇਂ ਲੱਗ ਜਾਂਦਾ ਉਹਨਾਂ ਦਾ। ਦੇਖੋ 1800 ਕਿੰਨੇ ਦੇ ਵਿੱਚ ਅਮਰੀਕਾ ਦੀਆਂ ਜਿਹੜੀਆਂ 13 ਸਟੇਟ ਸੀ, ਉਹਨਾਂ ਨੇ ਜੁੜ ਕੇ USA ਬਣਾ ਲਿਆ ਆਪਣਾ। ਠੀਕ ਹੈ, ਉਹਨਾਂ ਨੇ ਉਹ ਜਿਹੜੇ ਸੋਚ ਦੇ ਅੱਤਵਾਦ ਵਾਲੇ, ਜਦੋਂ ਤੁਹਾਡੇ ਸਿਰ ਨੂੰ ਕੁਛ ਚੜ੍ਹ ਗਿਆ ਨਾ, ਚਾਹੇ ਸ਼ਰਾਬ, ਚਾਹੇ ਮਜ਼ਹਬ ਜਾਂ ਜੋ ਮਰਜ਼ੀ, ਫਿਰ ਆਲਾ ਦੁਆਲਾ ਗੜਬੜ ਹੋ ਜਾਂਦਾ। ਉੱਥੋਂ ਯੂਰਪ ਦੇ ਆਏ ਹੋਏ ਵਸਿੰਦੇ ਹੀ ਸੀਗੇ ਉਹ। ਉਹਨਾਂ ਨੇ ਕੀ ਕਰਿਆ ਉਦੋਂ ਤੇ ਹੁਣ ਵੀ ਜਿਹੜਾ ਬੰਦਾ ਪੈਸ਼ਨੇਟ ਹੈ, ਜਿਹੜਾ ਕੰਮ ਕਰਨ ਵਾਲਾ, ਉਹਦੀ ਬਾਂਹ ਫੜ ਲਓ, ਉਹਨੂੰ ਫੜ ਲਓ, ਉਹਦੇ ਨਾਲ ਹੀ ਤੁਹਾਡੀ ਤਰੱਕੀ ਜੁੜੀ ਹੋਈ ਹੈ। 1947 'ਚ ਅਸੀਂ ਆਜ਼ਾਦ ਹੋਏ। 48 ਦੇ ਵਿੱਚ ਇੱਕ ਨਵਾਂ ਮੁਲਕ ਬਣਿਆ ਜਿਹਨੂੰ ਇਜ਼ਰਾਈਲ ਕਹਿੰਦੇ ਨੇ, ਜਿਹੜਾ ਹੈ ਹੀ ਨਹੀਂ ਸੀ ਇਸ ਧਰਤੀ ਦੇ ਉੱਤੇ। ਬਿਲਕੁਲ, ਉਹ ਯਹੂਦੀ ਇੰਨੇ ਪੁਰਾਣੇ ਸੀਗੇ, ਕੁੱਟ ਕੇ ਸਾਰੇ ਦੁਨੀਆ ਤੋਂ ਭੱਜੇ ਹੋਏ। ਉੱਥੇ ਉਹਨਾਂ ਨੇ ਵੀ ਇਸੇ ਗੱਲ ਨੂੰ ਪਕੜਿਆ ਕਿ ਸਮੇਂ ਦੇ ਹਾਣੀ ਬਣਨਾ ਪੈਣਾ। ਉਹਨੇ ਆਪਣੇ ਉੱਥੇ ਦੇ ਬੱਚਿਆਂ ਨੂੰ ਇੰਨਾ ਜ਼ਿਆਦਾ ਮਤਲਬ ਇਸ ਪਾਸੇ ਤੋਰਿਆ, ਪੈਸ਼ਨੇਟ ਬੱਚਿਆਂ ਨੂੰ, ਕਿ ਸੰਨ 76 'ਚ ਜਦੋਂ ਆਲੇ ਦੁਆਲੇ ਵਾਲੀਆਂ ਸਾਰੀਆਂ ਮੁਸਲਮਾਨ ਕੰਟਰੀਆਂ ਨੇ ਉੱਤੇ ਅਟੈਕ ਕਰਿਆ, 7 ਦਿਨ 'ਚ ਸਾਰੇ ਨਿਬੇੜਤੇ। 0.2% ਉਹਨਾਂ ਦੀ ਪਾਪੂਲੇਸ਼ਨ ਹੈ, 25% ਨੋਬਲ ਪੁਰਸਕਾਰ ਉਹਨਾਂ ਕੋਲ ਨੇ ਜੀ। ਇਸ ਵੇਲੇ ਦੁਨੀਆ ਦੇ ਟੌਪ 6 ਟੈਕਨੀਕਲ ਜਿਹੜੀਆਂ ਮਤਲਬ ਵਰਲਡ ਦੀਆਂ ਸੁਪਰ ਪਾਵਰਸ ਹੈ, ਉਹਦਾ ਨਾਂ ਆਉਂਦਾ। 1949 ਦੇ ਵਿੱਚ ਚਾਈਨਾ ਆਜ਼ਾਦ ਹੋਇਆ। ਚਾਈਨਾ ਨੂੰ ਵੀ ਬਹੁਤ ਪਹਿਲਾਂ ਸਮਝ ਆ ਗਿਆ ਸੀਗਾ ਵੀ ਫੀਲਿੰਗ ਨਾਲ ਨਹੀਂ ਕੁਛ ਹੋਣਾ ਹੈਗਾ। ਉਹਨਾਂ ਨੇ ਸਾਰੀ ਦੁਨੀਆ ਤੋਂ ਟੈਕਨੋਲੋਜੀ, ਉਹਨਾਂ ਨੇ ਸਾਰੀ ਦੁਨੀਆ ਤੋਂ ਜਿੰਨੇ ਵੀ ਦਿਮਾਗ ਸੀਗੇ, ਉਹ ਸਾਰੇ ਉੱਥੇ ਖਿੱਚੇ। ਉਹਨਾਂ ਨੂੰ ਉਹੋ ਜਿਹਾ ਮਾਹੌਲ ਦਿੱਤਾ ਵੀ ਉਹ ਆਲਾ ਦੁਆਲਾ ਦੇਖਣ ਹੀ ਨਾ। ਅਤੇ
ਜਿਹੜੀ ਤਰੱਕੀ ਹੋਈ ਆ ਉਹਨਾਂ ਦੀ, ਇਹ 3 ਮੁਲਕਾਂ ਦਾ ਮੈਂ ਉਦਾਹਰਨ ਦਿੱਤਾ, ਸਾਡੀ ਕਿੰਨੀ ਕੁ ਤਰੱਕੀ ਹੋਈ ਹੈ ਇਹ ਤੁਸੀਂ ਆਪ ਆਂਕ ਲਿਓ, ਕਿਉਂਕਿ ਮੈਂ ਤੁਹਾਨੂੰ ਤਰੱਕੀ ਦੀ ਗੱਲ ਹੀ ਦੱਸਦਾ। ਤੁਸੀਂ ਪਹਿਲਾਂ ਕੱਖ ਦੀ ਵੀ ਗੱਲ ਕੀਤੀ ਸੀ, ਤੁਸੀਂ ਦੇਖਿਆ ਹੋਣਾ ਵੀ ਆਪਾਂ ਤਰੱਕੀ ਕਿੰਨੀ ਕੀਤੀ ਹੈ। ਮੈਂ ਤੁਹਾਨੂੰ ਉੱਥੇ ਹੀ ਆਉਣਾ, ਦੁਬਾਰਾ ਮਿੱਟੀ ਦੀ ਗੱਲ ਕਰਨ ਦੇ ਉਹ 'ਤੇ ਆਊਂਗਾ ਕਿ ਆਪਣੇ ਵੱਟਾਂ ਦੇ ਉੱਤੇ ਕੱਖ ਵਾਧੂ ਹੋ ਰਹਿੰਦੇ ਆ ਅਤੇ ਆਪਾਂ ਕੀ ਕਰਦੇ ਹਾਂ, ਚੱਕ ਕੇ ਸਪਰੇਅ ਮਾਰਤੀ। ਪਹਿਲਾਂ ਬਜ਼ੁਰਗਾਂ ਦੀ ਕਹਾਵਤ ਹੁੰਦੀ ਸੀ ਵੀ ਇਹਦਾ ਕੱਖ ਨਾ ਰਹੇ, ਅਤੇ ਆਪਾਂ ਆਪਦਾ ਕੱਖ ਨਹੀਂ ਛੱਡਦੇ। ਕਿਆ ਬਾਤ ਹੈ, ਸਹੀ ਬਾਤ ਹੈ। ਅਗਲੀ ਗੱਲ ਹੁਣ ਕੀ ਹੈ, ਆਪਾਂ ਕੀ ਕਰਦੇ ਹਾਂ, ਆਪਣੀ ਮਿੱਟੀ ਜਿਹੜੀ ਆ ਉਹ ਨਹੀਂ ਰਹੀ ਉਪਜਾਊ। ਪੰਜਾਬ ਦੇ ਵਿੱਚ ਬਹੁਤੀਆਂ ਜਗ੍ਹਾ 'ਤੇ ਕੀ ਹੋ ਰਿਹਾ, ਉੱਥੇ JCB ਲਾ ਕੇ ਮਿੱਟੀ ਜਿਹੜੀ ਆ ਉਹ ਦੂਜੇ ਥਾਂ ਰੱਖੀ ਜਾਂਦੀ ਹੈ ਅਤੇ ਉਪਜਾਊ ਮਿੱਟੀ ਜਿਹੜੀ ਆ ਉਹ ਉੱਥੇ ਲਿਆਂਦੀ ਜਾਂਦੀ ਹੈ। ਬਜ਼ੁਰਗਾਂ ਦੀ ਇਹ ਵੀ ਕਹਾਵਤ ਸੀ ਵੀ ਫਲਾਣੇ ਦੀ ਮਿੱਟੀ ਪੱਟੀ ਗਈ। ਬਿਲਕੁਲ, ਕਿਆ ਬਾਤ ਹੈ ਨਾ। ਅਤੇ ਹੁਣ ਤੁਸੀਂ ਇਹ ਦੱਸੋ ਵੀ ਇਹ ਜਿਹੜੀ ਮਿੱਟੀ ਆਪਾਂ ਆਪੇ ਪੱਟ ਰਹੇ ਹਾਂ ਉਹਦੀ। ਦੇਖੋ ਫਿਰ ਮੈਂ ਉਹੀ ਗੱਲ ਦੋ ਵਾਰੀ ਪਹਿਲਾਂ ਕਹਿਤੀ, ਤੀਸਰੀ ਵਾਰੀ ਫਿਰ ਕਹਿ ਦਿੰਦਾ। ਸਵਾਲ ਇਹ ਹੈ ਕਿ ਸਾਡਾ ਨਜ਼ਰੀਆ ਕੀ ਹੈ, ਸਾਡਾ ਨਜ਼ਰੀਆ ਕਿਆ ਅਸੀਂ ਆਪਣੀ ਮਿੱਟੀ ਬਾਰੇ ਫਿਕਰਮੰਦ ਹਾਂ। ਤੁਸੀਂ ਇੱਕ ਨਵੀਂ ਕਾਰ ਲੈ ਲਈ, ਟੈਕਸੀ ਪਾ ਲਈ, ਤੁਸੀਂ ਉਹ 'ਚ ਦੁੱਗਣੇ ਬੰਦੇ ਢੋਈ ਜਾਂਦੇ, ਨਾ ਉਹਦਾ ਤੇਲ ਬੁਲਾ ਰਹੇ ਹੋ, ਟਾਇਰ ਉਹਦੇ ਪੱਟਣ ਵਾਲੇ ਹੋ ਗਏ, ਸਾਰਾ ਕੁਝ ਉਹਦਾ ਹੱਲ ਹੋ ਗਿਆ। ਤੁਸੀਂ ਆਪਣੀ ਗੱਡੀ ਵਾਲਾ ਤਾਂ ਸੁਹਿਰਦ ਹੈ ਹੀ ਨਹੀਂ, ਤਾਂ ਕਿਤੇ ਨਾ ਕਿਤੇ ਜਾ ਕੇ ਤਾਂ ਉਹਦੀ ਬੱਸ ਹੋਊਗੀ ਨਾ। ਹੁਣ ਬਿਜਲੀ ਦੇ ਕੱਟ ਤੁਸੀਂ ਦੇਖ ਰਹੇ ਹੋ, ਸਾਰਾ ਕੁਝ ਦੇਖ ਰਹੇ ਹੋ। ਜੋ ਸਾਡੇ ਕੋਲ ਥਰਮਲ ਪਲਾਂਟ 1-2 ਜਿਹੜੇ ਲਾਏ ਸੀ ਅਸੀਂ, ਉਹ ਤਾਂ ਅਸੀਂ ਮੇਨਟੇਨ ਹੀ ਨਹੀਂ ਕਰੇ ਹੈਗੇ, ਨਾ ਅਪਡੇਟ ਕਰੇ ਨੇ। ਉਹ ਅੱਜ ਦੀ ਡੇਟ ਦੇ ਵਿੱਚ ਟੈਕਨੋਲੋਜੀ ਵਾਈਜ਼ ਇੰਨੇ ਪਿੱਛੇ ਰਹਿ ਗਏ ਵੀ ਜੇ ਮੰਨ ਲਓ 10 ਕਿਲੋ ਕੋਲਾ ਲਊਗਾ ਤਾਂ ਅੱਜ ਵਾਲਾ ਸ਼ਾਇਦ ਅੱਧੇ ਕਿਲੋ 'ਚ ਉਹਨਾਂ ਕੰਮ ਕਰ ਦੇਵੇ। ਇਹਨਾਂ ਦੇ ਪ੍ਰੋਜੈਕਟ ਸਾਈਜ਼ ਵੀ ਵੱਡੇ ਹੋ ਗਏ, ਸਾਰੇ ਜਿੰਨੇ ਨੇ ਉਹ ਲੋਕ ਇਹਨਾਂ ਨੇ ਪ੍ਰਾਈਵੇਟ ਸੈਕਟਰ ਨੇ ਲਾਏ ਨੇ, ਉਹ ਸਾਰੇ ਬੈਠ ਗਏ। ਮੇਨਟੇਨ ਅਸੀਂ ਕਰਿਆ ਨਹੀਂ ਹੈਗਾ। ਇਹ ਹੋਣਾ ਹੀ ਸੀਗਾ, ਇਹੀ ਹਾਲ ਮਿੱਟੀ ਦੇ ਨਾਲ ਹੋਇਆ। ਅਸੀਂ ਕਸੂਰ ਕਿਸੇ ਦਾ ਵੀ ਕੱਢ ਦਈਏ, ਕਿਆ ਸਾਡਾ ਨਰੇਟਿਵ ਇਹ ਸਾਡਾ ਕਦੀ ਵੀ ਸੋਚ ਇਹ ਰਹੀ ਹੈ ਕਿ ਇਹ ਮਿੱਟੀ ਤੋਂ ਮੈਂ ਉਪਜਾ ਰਿਹਾ, ਪਹਿਲਾਂ ਇਹਦੀ ਸਾਂਭ ਸੰਭਾਲ ਜ਼ਰੂਰੀ ਹੈ, ਬਾਕੀ ਗੱਲਾਂ ਦਾ ਬਾਅਦ ਦੇ ਵਿੱਚ ਨੇ ਨਾ। ਇਹਨੂੰ ਤਾਂ ਅਸੀਂ ਕਹਿੰਦੇ ਹਾਂ ਵੀ ਇਹ ਤਾਂ ਦੇ ਹੀ ਦੇਊਗੀ, ਇਹ ਕੁਛ ਨਾ ਕੁਛ ਠੀਕ ਹੈ ਦੇ ਰਹੀ, ਕਿੰਨੀ ਦੇਰ ਦੇਊਗੀ। ਤੁਸੀਂ ਸਾਲਟਸ ਦੇ ਰਹੇ ਹੋ, ਠੀਕ ਹੈ, ਚਾਹੇ ਤੁਸੀਂ ਉਹ ਨਾਈਟ੍ਰੋਜਨ ਦਿੰਦੇ ਹੋ, ਚਾਹੇ ਤੁਸੀਂ ਇਹਨੂੰ ਕੋਈ ਫਾਸਫੋਰਸ ਦੇ ਦਿਓ, ਪੋਟਾਸ਼ੀਅਮ ਦੇ ਦਿਓ, ਕੈਲਸ਼ੀਅਮ ਦੇ ਦਿਓ, ਮੈਗਨੀਜ਼ੀਅਮ ਦੇ ਦਿਓ, ਸਾਲਟਸ ਦੇ ਰੂਪ ਦੇ ਵਿੱਚ ਹੀ ਦੇ ਰਹੇ ਹੋ ਨਾ ਤੁਸੀਂ। ਹੁਣ ਉਹਦੇ ਵਿੱਚ ਬਾਈਂਡਿੰਗ ਏਜੰਟਸ ਵੀ ਨੇ 60-00, ਬਾਕੀ 00 ਕੀ ਆ, ਹੋਰ ਕੰਪਾਊਂਡ ਨੇ ਜਿਹੜੇ ਉਹਨੂੰ ਬੰਨ੍ਹ ਕੇ ਰੱਖਦੇ ਨੇ। ਉਹ ਜਦੋਂ ਤੁਸੀਂ ਮਿੱਟੀ ਦੇ ਵਿੱਚ ਇੰਟਰੋਡਿਊਸ ਕਰ ਰਹੇ ਹੋ, ਇੱਕ ਤਾਂ ਤੁਹਾਨੂੰ ਪਹਿਲਾਂ ਨਹੀਂ ਪਤਾ ਵੀ ਕਿੰਨੇ ਪਾਰਟਸ ਪਰ ਮਿਲੀਅਨ ਦੇਣਾ, ਤੁਹਾਨੂੰ ਲੱਗਦਾ ਜ਼ਿਆਦਾ ਦਊਂਗਾ ਤਾਂ ਜ਼ਿਆਦਾ ਉਪਜ ਆ ਜੂਗੀ, ਠੀਕ ਹੈ, ਜ਼ਿਆਦਾ ਤਾਂ ਮਾਰ ਵੀ ਸਕਦਾ ਉਹਨੂੰ। ਅੱਛਾ, ਉਹ ਮੁੜ ਕੇ ਕੀ ਹੋ ਰਿਹਾ, ਬਾਕੀ ਮਿੱਟੀ ਦੇ ਅੰਦਰ ਸੈੱਟ ਹੋ ਰਿਹਾ ਸਾਰਾ ਦਾ ਸਾਰਾ, ਉਹ ਪੱਥਰ ਬਣਦਾ ਜਾ ਰਿਹਾ। ਉਹਨੂੰ ਦੁਬਾਰਾ ਐਕਟੀਵੇਟ ਕਰਨ ਦਾ ਸਿਵਾਏ ਮਾਈਕਰੋਬਸ ਤੋਂ ਹੋਰ ਕੋਈ ਤਰੀਕਾ ਹੈ ਨਹੀਂ। ਹੁਣ ਉਹ ਜਿਹੜਾ ਇੰਨਾ ਸੀਟਨ ਹੋ ਗਿਆ ਉਹਦੇ ਅੰਦਰ, ਅਸੀਂ ਉਹਦੇ ਉੱਤੇ ਜਾ ਰਹੇ। ਹੁਣ ਅਸੀਂ ਉੱਥੇ ਖੜ੍ਹੇ ਹਾਂ ਕਿ ਕਹਿਣ ਨੂੰ ਤਾਂ ਲੋਕ ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ, ਪਰ ਮੈਨੂੰ ਜੋ ਦਿਖ ਰਿਹਾ ਹੈ, ਮੈਂ ਅਰਦਾਸ ਕਰਦਾ ਵੀ ਜੋ ਮੈਨੂੰ ਸਮਝ ਆ ਰਿਹਾ ਉਹ ਗਲਤ ਸਮਝ ਆ ਰਿਹਾ ਹੋਵੇ, ਪਰ ਜੋ ਮੈਨੂੰ ਸਮਝ ਆ ਰਿਹਾ ਹੈ ਅਸੀਂ ਪੁਆਇੰਟ ਆਫ ਨੋ ਰਿਟਰਨ ਦੇ ਉੱਤੇ ਪਹੁੰਚ ਗਏ। ਬਿਲਕੁਲ, ਕਿਉਂਕਿ ਤੁਸੀਂ ਕਹਿੰਦੇ ਨਾ ਜੀ ਨੋ ਟਿਲ ਫਾਰਮ, ਡੂਇੰਗ ਨਥਿੰਗ ਫਾਰਮ, ਕੁਛ ਨਹੀਂ ਕਰਨਾ, ਛੱਡ ਦਿਓ। ਉਹ ਫੁਕੂਕੋਇਆ ਹੈਗਾ, ਉਹਨੇ ਕਿਤਾਬ ਲਿਖੀ ਹੈ, ਹੋਰ ਨੇ ਕਿਆ ਉਹਨਾਂ ਦੀ ਕਿਤਾਬ ਗਲਤ ਹੈ? ਬਿਲਕੁਲ ਨਹੀਂ। ਪਰ ਜੋ ਇੰਨਾ ਕੁਛ ਤੁਸੀਂ ਉਲਟਾ ਸਿੱਧਾ ਕੀਤਾ ਉਹਨੂੰ ਵਾਪਸ ਤਾਂ ਕਰੋਗੇ, ਜਾਂ ਤਾਂ ਨਲਾਇਕੀਆਂ ਨਾ ਕਰੀਆਂ ਹੁੰਦੀਆਂ ਫਿਰ ਤਾਂ ਛੱਡ ਦਿੰਦੇ ਤੁਸੀਂ। ਕਿਆ ਤੁਸੀਂ ਇੰਨੀ ਜਗ੍ਹਾ 'ਚੋਂ 1 ਕਿਲੋ ਫਰੂਟ ਐਕਸੈਪਟ ਕਰੋਗੇ? ਨਹੀਂ, ਤੁਹਾਨੂੰ ਤਾਂ 50 ਕਿਲੋ ਚਾਹੀਦਾ। ਉਹਨੇ ਦੇਣਾ ਨਹੀਂ, ਕੁਦਰਤ ਨੇ ਤਾਂ ਇੱਕ ਆਪਣੇ ਲੈਵਲ 'ਤੇ ਸਹਿਜ ਦੇ ਨਾਲ ਚੱਲਣਾ। ਘਬਰਾਹਟ ਸਾਨੂੰ ਹੋਈ ਹੈ ਸਾਰੀ। ਤਾਂ ਮਿੱਟੀ ਦੀ ਜਿਹੜੀ ਡੈਮੇਜਿੰਗ ਹੈ, ਹੁਣ ਜੇ ਤੁਸੀਂ ਉਹਨੂੰ ਕਹੋ ਮੈਂ ਵਾਪਸ ਕਰ ਲਵਾਂ 1 ਦਿਨ 'ਚ ਹੋ ਜੂਗੀ, ਕਿਆ ਮਤਲਬ ਹੀ ਨਹੀਂ ਹੈਗਾ। ਇਹਦਾ ਜਿਹੜਾ ਬ੍ਰੇਕਡਾਊਨ ਹੈ 40 ਤੋਂ 50 ਦਿਨ, ਉਹ ਵੀ ਆਈਡਲ ਕੰਡੀਸ਼ਨਾਂ ਦੇ ਵਿੱਚ, ਉਹ ਸਾਰਾ ਤੁਸੀਂ ਜ਼ਮੀਨ ਦੇ ਅੰਦਰ ਡਾਲੋਗੇ, ਜ਼ਮੀਨ ਨੂੰ ਹਰ ਵੇਲੇ ਥੋੜ੍ਹਾ ਜਿਹਾ ਨਮ ਰੱਖੋਗੇ, ਹਰ ਵੇਲੇ ਉਹਦੇ 'ਚ ਅੰਦਰ ਆਕਸੀਜਨ ਰੱਖੋਗੇ, ਤਾਂ ਹੌਲੀ ਹੌਲੀ ਉਹਨੇ ਪੈਰਾਂ ਸਿਰ ਹੋਣਾ। ਅੱਜ ਹੁਣ ਤੁਸੀਂ ਦੇਖੋ ਦੂਰ ਤੱਕ ਸਾਰਾ ਕਿਤੇ ਦਰਖਤ ਨਹੀਂ ਤੁਹਾਨੂੰ ਨਜ਼ਰ ਆਉਂਦਾ, ਜਦ ਕਿ ਕੁਦਰਤ ਦਾ ਨਿਯਮ ਕਿਵੇਂ, ਜਿਵੇਂ ਐਮਾਜ਼ੋਨ ਜੰਗਲ ਹੈ, ਧਰਤੀ ਸਾਡੀ ਗੋਲ ਹੈ, ਸਭ ਨੂੰ ਪਤਾ ਹੈ, ਮਾੜੀ ਜਿਹੀ ਟੇਢੀ ਹੈ, ਇੱਥੇ ਸੂਰਜ ਪੈਂਦਾ। ਇਹ ਜਿਹੜੀ ਸੈਂਟਰ ਲਾਈਨ ਹੈ ਇਕੁਏਟਰ, ਇੱਥੇ ਸਭ ਤੋਂ ਜ਼ਿਆਦਾ ਸੂਰਜ ਪੈਂਦਾ। ਜਦੋਂ ਸਭ ਤੋਂ ਜ਼ਿਆਦਾ ਸੂਰਜ ਪੈਂਦਾ ਤਾਂ ਪਾਣੀ ਦਾ ਵਾਸ਼ਵੀਕਰਨ ਵੀ ਜ਼ਿਆਦਾ ਹੁੰਦੀ ਹੈ, ਉੱਥੇ ਬਾਰਿਸ਼ਾਂ ਵੀ ਬਹੁਤ ਹੁੰਦੀਆਂ ਨੇ। ਜਿੱਥੇ ਬਾਰਿਸ਼ਾਂ ਬਹੁਤ ਹੁੰਦੀਆਂ ਨੇ, ਉਹ ਚਾਹੇ ਕੋਂਗੋ ਦਾ ਜੰਗਲ ਹੈ, ਉਹ ਚਾਹੇ ਐਮਾਜ਼ੋਨ ਦਾ ਜੰਗਲ ਹੈ, ਇਹ ਪੂਰੀ ਬੈਲਟ ਨਾ, ਇਹਨੂੰ ਰੇਨ ਫੋਰੈਸਟ ਕਹਿੰਦੇ ਆ, ਢਕਿਆ ਰਹਿੰਦਾ। ਥੱਲਿਓਂ ਲੈ ਕੇ ਉੱਪਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਸੂਰਜ ਨਹੀਂ ਦਿਖਾਈ ਦਿੰਦਾ। ਐਫੀਸ਼ੀਐਂਸੀ ਹੈ ਸੂਰਜ ਦਾ, ਕੱਲਾ ਕਣ ਹਰ ਪੱਤਾ ਸੋਖ ਲੈਂਦਾ, ਠੀਕ ਹੈ। ਉਹ ਬੇਲਾਂ ਚੜ੍ਹੀਆਂ ਹੋਈਆਂ ਨੇ ਉੱਪਰ, ਥੱਲੇ ਛੋਟੀਆਂ ਉਹ ਬੂਟੀਆਂ ਨੇ, ਥੱਲੇ ਉਹਦੇ ਬਿਲਕੁਲ ਘਾਹ ਹੈ, ਫਿਰ ਜ਼ਮੀਨ ਦੇ ਥੱਲੇ ਕੰਦ ਮੂਲ ਨੇ। ਕੁਦਰਤ ਨੇ ਇੰਨੀ ਐਫੀਸ਼ੈਂਟਲੀ ਸਾਰੀ ਐਨਰਜੀ ਜਿਹੜੀ ਆ ਉਹਨੂੰ ਸੋਖ ਲਿਆ ਉਹਨਾਂ ਨੇ। ਉਰੇ ਤੁਸੀਂ ਕਹਿੰਦੇ ਸ਼ੇਡ ਦੇ ਥੱਲੇ ਸਾਡਾ ਬੂਟਾ ਹੀ ਨਹੀਂ ਹੋਣਾ।
ਜਦ ਕਿ ਜਿਹੜੇ ਛੋਟੇ ਬੂਟੇ ਨੇ ਤਾਂ ਬਣੇ ਹੀ ਉਸ ਤਰ੍ਹਾਂ ਦੇ। ਹੁਣ ਤੁਸੀਂ ਇਹਨਾਂ ਨੂੰ ਟਵੀਕ ਉਸ ਤਰ੍ਹਾਂ ਕਰ ਲਿਆ, ਹਾਰਡੀ ਉਵੇਂ ਬਣਾ ਲਿਆ ਵੀ ਇਹ ਢੀਠ ਜੇ ਹੋ ਕੇ ਉੱਥੇ ਚੱਲਣਗੇ ਇਹ, ਠੀਕ ਹੈ। ਤੋ ਇਹ ਜਿਹੜੀ ਮੋਨੋਕ੍ਰੋਪਿੰਗ ਕਰ ਲਈ ਅਸੀਂ, ਸਾਰਾ ਕੁਝ ਕਰ ਲਿਆ। ਆਰਟੀਫਿਸ਼ੀਅਲ ਖਾਦ ਬਣਾ ਰਹੇ ਹਾਂ ਅਸੀਂ, ਆਰਟੀਫਿਸ਼ੀਅਲ ਖਾਦ ਬਣਾ ਰਹੇ ਹਾਂ। ਜੋ ਉੱਗ ਰਿਹਾ ਹੈ ਉਹ ਦੇਖਣ ਦੇ ਵਿੱਚ ਖਾਣਾ ਲੇਕਿਨ ਆਰਟੀਫਿਸ਼ੀਅਲ ਹੈ। ਤੇ ਜਦੋਂ ਤੁਸੀਂ ਖਾਓਗੇ ਉਹਨੂੰ ਤਾਂ ਤੁਸੀਂ ਵੀ ਆਰਟੀਫਿਸ਼ੀਅਲ ਬਣੋਗੇ। ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ, ਮੈਨੂੰ ਲੱਗਦਾ ਵੀ ਜ਼ਿਆਦਾ ਸਿਆਣਾ ਹੋਣਾ ਵੀ ਕਮਲਪਣਾ ਹੋ ਜਾਂਦਾ ਹੈ। ਹਾਈਲੀ ਇੰਟੈਲੈਕਚੁਅਲ, ਸੌਰੀ ਮੈਂ ਤੁਹਾਨੂੰ ਵਿੱਚੋਂ ਹਾਈ ਕੱਟਣਾ ਪਊਗਾ। ਹਾਂ, ਤੇ ਉਹ ਤੁਸੀਂ ਇਹ ਦੇਖਿਆ ਹੋਊਗਾ ਕਿ ਆਪਣੇ ਜਿਹੜੇ ਇਹ ਗੱਲ ਮਿਥੀ ਗਈ ਹੈ, ਬਜ਼ੁਰਗ ਵੀ ਪਹਿਲਾਂ ਰੁੱਖ ਲਾਉਂਦੇ ਹੁੰਦੇ ਸੀ, ਮੋਟਰਾਂ ਤੇ ਰੁੱਖ ਹੁੰਦੇ ਸੀ ਵੀ 6:4 ਦੀ ਰੇਸ਼ੋ ਚਾਹੀਦੀ ਹੈ ਰੁੱਖਾਂ ਦੀ ਤੇ ਫਸਲ ਦੀ, ਹੈ ਨਾ। ਫੇਰ ਹੀ ਤੁਸੀਂ ਉਹਨੂੰ ਖੇਤੀਬਾੜੀ ਕਹਿੰਦੇ ਆ, ਉਹ ਤਾਂ ਫਸਲਾਂ ਹੀ ਲਾਉਂਦੇ ਆ ਸਾਰੇ। ਦੂਰ ਦੂਰ ਤੱਕ ਆਪਾਂ ਦੇਖਦੇ ਹਾਂ, ਹੁਣ ਆਪਾਂ ਨੂੰ ਰੁੱਖ ਨਹੀਂ ਦਿਖਦਾ ਕਿਉਂਕਿ ਜ਼ਿਮੀਂਦਾਰਾਂ ਦਾ ਬਹੁਤਿਆਂ ਦਾ ਇਹ ਕਹਿਣਾ ਵੀ ਇਹਦੇ ਨਾਲ ਸਾਡੀ ਫਸਲ ਮਰਦੀ ਹੈ ਤਾਂ ਅਸੀਂ ਕਿਉਂ ਰੱਖੀਏ। ਪਰ ਮੇਰੇ ਹਿਸਾਬ ਨਾਲ ਜਿਹੜੇ ਪਹਿਲਾਂ ਆਪਾਂ ਉਹਨਾਂ ਨੂੰ ਮਤਲਬ ਹੋਰ ਹਿਸਾਬ ਨਾਲ ਸਿਆਣੇ ਕਹਿ ਦਈਏ, ਜਿਹੜੇ ਉਹ ਹੁਣ ਤਾਂ ਅੱਜ ਕੱਲ੍ਹ ਕਮਲੇ ਕਹਿੰਦੇ ਆ ਉਹਨਾਂ ਨੂੰ, ਵੀ ਜਿਹੜੀ ਜਗ੍ਹਾ ਮੰਨਤ ਵਾਲੀ ਹੁੰਦੀ ਸੀ, ਡੇਰੇ ਹੋ ਗਏ, ਉੱਥੋਂ ਕੋਈ ਵੀ ਡਾਹਣੀ ਤੋੜਨ ਤੋਂ ਵੀ ਡਰਦਾ ਹੁੰਦਾ ਸੀ। ਤੇ ਗੋਬਿੰਦਪੁਰ ਕੋਲ ਇੱਕ ਜੰਗਲ ਆ, ਬਹੁਤ ਵੱਡੀ ਜਗ੍ਹਾ ਦੇ ਵਿੱਚ ਆ ਉਹ, ਉੱਥੋਂ ਕਿਸੇ ਨੇ ਕੋਈ ਦਰਖਤ ਦੇ ਡਾਹਣੇ ਤੋੜ ਲਏ। ਉੱਥੇ ਗੱਲ ਫੈਲੀ ਹੋਈ ਆ ਵੀ ਉਹਨਾਂ ਦੀ ਕੁੱਲ ਨਹੀਂ ਰਹੀ ਹੈ, ਵੀ ਉਹਨਾਂ ਦਾ ਫਿਰ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਨਾਲ ਦੇ ਕੁਛ ਰਹਿੰਦੇ ਸੀ ਲੋਕ, ਉਹਨਾਂ ਨੇ ਉੱਥੇ ਰੁੱਖ ਲਾਏ ਵੀ ਇਹ ਸਾਡੇ ਤੋਂ ਗਲਤੀ ਹੋ ਗਈ। ਹੁਣ ਇਸ ਡਰ ਦਾ ਮਾਰਾ ਉੱਥੋਂ ਕੋਈ ਰੁੱਖ ਨਹੀਂ ਕੱਢਦਾ। ਠੀਕ ਹੈ, ਮੈਨੂੰ ਲੱਗਦਾ ਵੀ ਇਹ ਜਿਹੜੀਆਂ ਆਪਣੇ ਵਿਸ਼ਵਾਸ ਸੀਗੇ ਇਹ ਵੀ ਕੁਦਰਤ ਨੂੰ ਬਚਾ ਸਕਦੇ ਆ ਨਾ। ਬਿਲਕੁਲ ਬਿਲਕੁਲ ਨਹੀਂ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਬਹੁਤ ਦੂਰ ਆ ਗਏ। ਇਹ ਟਿੱਬੇ ਹੁੰਦੇ ਸੀ ਸਾਡੇ ਇੱਥੇ ਨਾਭੇ, ਉੱਥੇ ਨਾ ਪੁੱਛੋ ਕਾਰ ਲੰਘ ਕੇ ਜਾਂਦੀ ਹੁੰਦੀ ਸੀਗੀ, ਉਹ ਪੱਧਰ ਕਰਤੀ, ਜ਼ਮੀਨਾਂ ਉਪਜਾਊ ਕਰਤੀਆਂ। ਤੁਹਾਨੂੰ ਲੱਗਦਾ ਅੱਜ ਦੀ ਡੇਟ 'ਚ ਇਹਨੂੰ ਦੁਬਾਰਾ ਕੋਈ ਕਰ ਦੂਗਾ? ਕਿਆ ਉਹਨਾਂ ਐਫਰਟ ਕੋਈ ਡਾਲ ਦੂਗਾ? ਨਹੀਂ, ਬਿਲਕੁਲ ਹੈ ਜੀ। ਏਅਰ ਕੰਡੀਸ਼ਨ ਤੋਂ ਬਗੈਰ ਅਸੀਂ ਚੱਲ ਨਹੀਂ ਸਕਦੇ। ਸਾਨੂੰ ਸਭ ਸਹੂਲਤ, ਮੈਂ ਤਾਂ ਪਹਿਲਾਂ ਤੁਹਾਨੂੰ ਕਿਹਾ, ਉਪਜ ਮੈਕਸਿਮਮ ਹੋਣੀ ਚਾਹੀਦੀ ਹੈ, ਮਿਹਨਤ ਮਿਨੀਮਮ ਹੋਣੀ ਚਾਹੀਦੀ ਹੈ, ਘੱਟ ਤੋਂ ਘੱਟ ਮਿਹਨਤ ਹੋਵੇ, ਵੱਧ ਤੋਂ ਵੱਧ ਉਪਜ ਹੋਵੇ, ਪੈਸਾ ਤਾਂ ਲੱਗੇ ਹੀ ਨਾ। ਜ਼ੀਰੋ ਬਜਟ ਫਾਰਮਿੰਗ। ਮੈਨੂੰ ਇਹ ਦੱਸੋ ਵੀ ਕਿਹੜੀ ਇਹੋ ਜਿਹੀ ਚੀਜ਼ ਹੈ ਜਿਹਦੀ ਵੈਲਿਊ ਜ਼ੀਰੋ ਦੇ ਵਿੱਚ ਹੋਊਗੀ। ਤਾਂ ਜੇ ਆਪਾਂ ਮਿੱਟੀ ਦੀ ਗੱਲ ਸ਼ੁਰੂ ਕੀਤੀ ਸੀ, ਮਿੱਟੀ ਦੀ ਗੱਲ ਦੇ ਆਈਏ ਵਾਪਸ, ਤਾਂ ਇਹ ਮਿੱਟੀ ਨਹੀਂ ਹੈਗੀ, ਧੂੜ ਬਣ ਗਈ ਹੋਈ ਹੈ। ਇਹਦੇ ਅੰਦਰ ਕੁਛ ਨਹੀਂ ਹੈਗਾ। ਤੁਹਾਨੂੰ ਜਿੰਨੇ ਕੁ ਬੂਟੇ ਤੁਸੀਂ ਲੈਣੇ ਨੇ ਓਨਾ ਕੁ ਤੁਹਾਨੂੰ ਇਹਦਾ ਆਰਟੀਫਿਸ਼ੀਅਲ ਖਾਣਾ ਬਣਾ ਕੇ ਡਾਲਣਾ ਪਊਗਾ। ਜੇ ਤੁਸੀਂ ਇਹਦਾ ਖਾਣਾ ਬਾਹਰ, ਵੈਸੇ ਤਾਂ ਜੇ ਔਰਗੈਨਿਕ ਵੀ ਕਰਨਾ, ਜਿਹੜਾ ਕਿ ਬਹੁਤ ਮੁਸ਼ਕਿਲ ਹੈ ਮੇਰੇ ਹਿਸਾਬ ਨਾਲ। ਕਹਿੰਦੇ ਨੇ ਲੋਕ ਔਰਗੈਨਿਕ ਇਹ ਵੱਡੇ ਆਦਮੀ ਦੀ ਆਸ਼ੀ ਹੈ। ਔਰਗੈਨਿਕ ਸਸਤਾ ਤਾਂ ਹੋ ਹੀ ਨਹੀਂ ਸਕਦਾ। ਔਰਗੈਨਿਕ ਵਾਲੇ ਇਹ ਕਹਿ ਦਿੰਦੇ ਨੇ ਜੀ ਆ ਸਾਡਾ ਫਰੂਟ ਛੋਟਾ ਹੈ ਜੀ, ਇਹ ਛੋਟਾ ਤਾਂ ਆਏਗਾ ਔਰਗੈਨਿਕ। ਉਹ ਪਤੰਦਰੋਂ ਉਹਨੂੰ ਦਿੱਤਾ ਹੀ ਨਹੀਂ ਖਾਣਾ ਪੂਰਾ, ਉਹ ਨਰਿਸ਼ ਹੀ ਨਹੀਂ ਹੋ ਰਿਹਾ। ਇਹ ਤਾਂ ਉਲਟਾ ਉਹਨੂੰ ਕਹਿ ਕੇ, ਮੈਂ ਨਹੀਂ ਕਹਿ ਰਿਹਾ ਕਿ ਸਾਰੇ ਬੰਦੇ ਝੂਠ ਬੋਲਦੇ ਨੇ, ਪਰ ਬਹੁਤਾਤ ਲੋਕ ਔਰਗੈਨਿਕ ਇਸ ਕਰਕੇ ਕਰਦੇ ਨੇ ਵੀ ਇਹਦੇ 'ਚ ਪੈਸੇ ਵੱਧ ਬਣ ਜਾਣਗੇ, ਮੇਰਾ ਵੱਧ ਵਿਕ ਜੂਗਾ। ਠੀਕ ਹੈ, ਵਿਕਣਾ ਵੀ ਚਾਹੀਦਾ ਵੱਧ, ਪਰ ਉਹਨਾਂ ਐਫਰਟ ਕਰ ਹੀ ਨਹੀਂ ਸਕਦਾ। ਦੇਖੋ 3 ਚੀਜ਼ਾਂ ਜ਼ਰੂਰੀ ਨੇ ਜੀ। ਸਾਧਨ ਚਾਹੀਦੇ ਨੇ ਤੁਹਾਨੂੰ, ਨੌਲੇਜ ਚਾਹੀਦੀ ਹੈ ਤੁਹਾਨੂੰ, ਅਤੇ ਮਿਹਨਤ ਚਾਹੀਦੀ ਹੈ। ਇੱਕ ਵੀ ਚੀਜ਼ ਘਟ ਗਈ ਉਹਦੇ 'ਚੋਂ ਅਤੇ ਇਹ ਕਿਤੇ ਨਹੀਂ ਪਹੁੰਚਦੀ ਕਹਾਣੀ। ਜੇ ਇਜਾਜ਼ਤ ਦਿਓ ਤਾਂ ਬਾਬੇ ਨਾਨਕ ਦੀ ਗੱਲ ਇੱਥੇ ਵੀ ਜੋੜਦਾ, ਕਿਉਂਕਿ ਨਾਨਕ ਇੱਕ ਵਾਰੀ ਇਸ ਤਰ੍ਹਾਂ ਹੀ ਗਏ ਜੋਗੀਆਂ ਦੇ ਕੋਲ, ਅਤੇ ਮੈਂ ਜਿਵੇਂ ਪਹਿਲਾਂ ਕਿਹਾ, ਮੈਂ ਫੇਰ ਕਹੂੰਗਾ, ਨਾਨਕ ਨੇ ਕਦੀ ਕਿਸੇ ਨੂੰ ਕਿਸੇ 'ਤੇ ਰੰਗ ਥੋਪਿਆ ਨਹੀਂ ਆਪਣਾ। ਜਿਹਦੇ 'ਤੇ ਚੜ੍ਹਿਆ ਉਹ ਚੜ੍ਹ ਗਿਆ ਬਸ ਉਹ। ਠੀਕ ਹੈ, ਤਾਂ ਜੋਗੀਆਂ ਨੇ ਸਵਾਲ ਕਰਿਆ ਵੀ ਤੂੰ ਕਿੱਧਰ ਦਾ ਜੋਗੀ ਆ ਬਈ? ਨਾ ਤੇਰੇ ਕੰਨਾਂ 'ਚ ਮੁੰਦਰਾਂ, ਠੀਕ ਹੈ, ਨਾ ਤੇਰੇ ਝੋਲੀ, ਨਾ ਤੇਰੇ ਡੰਡਾ, ਨਾ ਤੇਰੇ ਬਭੂਤ। ਇਹਦੇ ਕਾਰਨ ਸੀਗੇ ਜਿਹੜੇ ਇਹ, ਜਿਵੇਂ ਤੁਸੀਂ ਉਹ ਰੁੱਖ ਦੀ ਗੱਲ ਦੱਸੀ ਨਾ ਵੀ ਉੱਥੇ ਸੈਲਫ ਪੁਲਿਸਿੰਗ ਦੀ ਬਜਾਏ ਉਹ ਗੋਡ ਪੁਲਿਸਿੰਗ ਕਰਤੀ ਵੀ ਐਂ ਹੋ ਜਾਊਗਾ, ਉਹ ਵੀ ਇੱਕ ਤਰ੍ਹਾਂ ਠੀਕ ਸੀਗੀਆਂ ਗੱਲਾਂ। ਉਹ ਮੁੰਦਰਾਂ ਇਸ ਕਰਕੇ ਪਾਉਂਦੇ ਸੀ ਕਿ ਵਿਕਾਰ ਨਾ ਆਉਣ ਇੱਥੇ, ਨਰਵਜ਼, ਜੋ ਕਿ ਸਾਇੰਸ ਵੀ ਇਹਨੂੰ ਮੰਨਦੀ ਆ। ਬਬੂਤ ਇਸ ਕਰਕੇ ਲਾਉਂਦੇ ਸੀਗੇ ਕਿ ਮਸਾਮ ਬੰਦ ਹੋ ਜਾਣ, ਗਰਮੀ ਸਰਦੀ ਨਾ ਲੱਗੇ। ਝੋਲੀ ਇਸ ਕਰਕੇ ਉਹਨਾਂ ਨੂੰ ਦਿੱਤੀ ਹੋਈ ਸੀਗੀ ਕਿ ਭੰਡਾਰ ਨਹੀਂ ਇਕੱਠੇ ਕਰਨੇ। ਹੁਣ ਜੇ ਤੁਹਾਡੇ 6 ਮਕਾਨ ਪਾਏ ਹੋਣ ਤਾਂ ਤੁਸੀਂ ਤਾਂ ਉਹਦੇ 'ਚ ਤੁਹਾਡੀ ਸਾਰੀ ਜ਼ਿੰਦਗੀ ਟੈਨਸ਼ਨ 'ਚ ਹੋ ਜੂਗੀ, ਉੱਥੇ ਯਾਰ ਕੋਈ ਕਬਜ਼ਾ ਨਾ ਕਰ ਲੇ, ਕਿਰਾਏਦਾਰ ਗਿਆ ਤਾਂ ਨਹੀਂ ਫਲਾਣਾ। ਉਹ ਤੁਹਾਡੇ ਹੰਡਾਣ ਦੀ ਬਜਾਏ ਉਹ ਤੁਹਾਨੂੰ ਹੰਡਾਣ ਲੱਗ ਜੂਗਾ। ਬਿਲਕੁਲ। ਡੰਡਾ ਇਸ ਕਰਕੇ ਹੁੰਦਾ ਸੀਗਾ ਕਿ ਤੁਸੀਂ ਆਪਣੇ ਮਨ ਦੇ ਉੱਤੇ ਕਾਬੂ ਰੱਖਣਾ, ਉਹ ਪ੍ਰਤੀਕ ਸੀਗਾ। ਤਾਂ ਨਾਨਕ ਜਿਵੇਂ ਜੰਜੂ ਵੇਲੇ ਮਹਾਰਾਜ ਨੇ ਗੱਲ ਕਰੀ ਸੀ ਵੀ ਮੈਂ ਪਾ ਲੈਣਾ ਜੰਜੂ ਇਹੋ ਜਿਹਾ ਹੋਵੇ, ਠੀਕ ਹੈ, ਸੰਤੋਖ ਸੂਤ ਜਤ ਗੰਢੀ। ਤਾਂ ਇੱਥੇ ਉਹਨੇ ਕੀ ਕਿਹਾ ਬਾਬੇ ਨਾਨਕ ਨੇ? ਨਾਨਕ ਬੜੀ ਮਜ਼ੇਦਾਰ ਚੀਜ਼ ਹੈ। ਉਹ ਕਹਿੰਦਾ ਮੁੰਦਾਂ ਸੰਤੋਖ, ਜਿਹੜੀਆਂ ਮੇਰੀਆਂ ਮੁੰਦਰਾਂ ਨੇ ਇਹ ਸੰਤੋਖ ਦੀਆਂ ਨੇ। ਸ਼ਰਮ ਪੱਤ ਝੋਲੀ, 2 ਵਰਡ ਹੈ। ਸ਼ਰਮ ਹੁੰਦਾ ਸ਼ਰਮਦਾਨ ਜਦੋਂ ਕਹਿੰਦੇ, ਮਿਹਨਤ, ਪੱਤ ਉੱਦਮ। ਸਵੇਰੇ ਹੁਣ ਤੁਸੀਂ 6 ਵਜੇ 5 ਵਜੇ ਠੰਡ 'ਚ ਰਜਾਈ ਨਹੀਂ ਛੱਡ ਰਹੇ, ਉੱਦਮ ਹੀ ਨਹੀਂ ਕਰ ਰਹੇ, ਮਿਹਨਤ ਹੋ ਗਈ ਨਾ।
ध्यान की करूं विभूत, ज्ञान दी मेरी विभूत है। किंथा काल कुवारी काया, किंथा कफन काल टाइम कुवारी वर्जन काया। जुगत डंडा प्रतीत, भी मेरे हੱਥ ਦੇ ਵਿੱਚ ਹੱਥ 'ਚ ਡੰਡਾ ਪਕੜਨ ਦੀ ਲੋੜ ਨਹੀਂ, ਇੱਥੇ ਹੈਗਾ। ਆਈ ਪੰਥੀ ਸਗਲ ਜਮਾਤੀ ਮਨ ਜੀਤੇ, ਇਹ ਸਾਰੇ ਮੇਰੇ ਪੰਥੀ ਬਣ ਜਾਣ, ਜਮਾਤੀ ਬਣ ਜਾਣ, ਮਨ ਜੀਤੇ ਜਗਜੀਤ। ਹੁਣ ਇਹਨੂੰ ਅਪਲਾਈ ਕਰੋ। ਮੇਰਾ ਬੇਟਾ ਕਹਿੰਦਾ ਮੈਂ ਬੋਡੀ ਬਣਾਉਣੀ ਹੈ। ਸਭ ਤੋਂ ਪਹਿਲਾਂ ਕੀ ਚਾਹੀਦਾ ਤੁਹਾਨੂੰ? ਸਬਰ। 1.5 ਮਿੰਟ ਬਾਅਦ ਜਾ ਕੇ ਥੋੜ੍ਹਾ ਡੋਲੇ ਦੇਖੋਗੇ। ਮੁੰਦਾ ਸੰਤੋਖ, ਸ਼ਰਮ, ਮਿਹਨਤ ਵੀ ਕਰਨਾ ਪਊਗਾ, ਉਦਮ ਵੀ ਕਰਨਾ ਪਊਗਾ, ਗਿਆਨ ਵੀ ਚਾਹੀਦਾ ਤੁਹਾਨੂੰ। ਪੁੱਠੀ ਸਿੱਧੀ ਐਕਸਰਸਾਈਜ਼ ਕਰੋਗੇ ਤਾਂ ਤੁਹਾਡੀ ਬੋਡੀ ਵੀ ਪਾੜ ਜੂਗੀ ਉਲਟਾ। ਇਹ ਸਾਰੇ ਜੇ ਤੁਹਾਡੇ ਜਮਾਤੀ ਬਣ ਗਏ ਤਾਂ ਕਿਹੜਾ ਇਹੋ ਜਿਹਾ ਕੰਮ ਹੈ ਜਿਹੜਾ ਨਾ ਹੋ ਸਕੇ? ਖੇਤੀ ਦੇ ਉੱਤੇ ਤੁਸੀਂ ਇਹਨੂੰ ਲਗਾਓ। ਅੱਜ ਬੀਜ ਲਗਾਤਾ, ਸਵੇਰੇ ਥੋੜ੍ਹਾ ਹੋ ਜਾਏਗਾ, ਪਟ ਕੇ ਦੇਖੀ ਜਾਓਗੇ। ਉਹਨੇ ਜਿਹੜਾ ਟਾਈਮ ਲੈਣਾ, ਸਬਰ ਤਾਂ ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਦੀ ਜ਼ਰੂਰਤ ਹੈ। ਉਦਮ ਕਰਨਾ ਪੈਣਾ। ਇਸ ਵੇਲੇ ਸੋਇੰਗ ਹੋਣੀ ਆ, ਇਸੇ ਵੇਲੇ ਹੋਣੀ ਹੈ। ਬਿਲਕੁਲ। ਗਾਂਹ ਪਿਛਾਂ ਕਿੰਨੇ ਫਾਰਮਰਸ ਆ ਜਿਹੜੇ ਸਹੀ ਟਾਈਮ ਦੇ ਉੱਤੇ ਸੋਇੰਗ ਕਰਦੇ ਨੇ, ਠੀਕ ਹੈ। ਉਸ ਤੋਂ ਬਾਅਦ ਜੇ ਤੁਸੀਂ ਉੱਥੇ ਪਹੁੰਚ ਵੀ ਗਏ, ਮਿਹਨਤ ਵੀ ਕਰ ਲਈ, ਤੁਹਾਡੇ ਕੋਲ ਗਿਆਨ ਹੀ ਨਹੀਂ ਹੈਗਾ ਤਾਂ ਕਰੋਗੇ ਕੀ ਯਾਰ? ਬਿਲਕੁਲ। ਮੈਨੂੰ ਬਹੁਤ ਅਫਸੋਸ ਹੁੰਦਾ, 10,000 ਸਾਲ ਤੋਂ ਅਸੀਂ ਖੇਤੀ ਕਰਦੇ ਆ ਰਹੇ ਹਾਂ, ਅੱਜ ਵੀ ਕੋਈ ਪੁੱਛਦਾ ਵੀ ਇਹ ਕਿਵੇਂ ਹੋਊਗਾ ਜੀ। ਆ ਪੱਤੇ ਦਾ ਰੰਗ ਦੇਖ ਕੇ ਤੁਹਾਨੂੰ ਐ ਨਹੀਂ ਪਤਾ ਲੱਗ ਰਿਹਾ ਵੀ ਕਿਹੜਾ ਧਾਤ ਇਹਦੇ 'ਚ। ਮੈਂ ਸਿਰੂਵਾਨੀ ਵਾਟਰ ਸਾਊਥ ਵਗੈਰਾ ਸਾਰਾ ਘੁੰਮਦਾ ਰਹਿੰਦਾ। ਉੱਥੇ ਜਿਨ੍ਹਾਂ ਨੂੰ ਤੁਸੀਂ ਅਨਪੜ੍ਹ ਕਹਿੰਦੇ ਹੋ, ਪੜ੍ਹਾਈ ਲਿਖਾਈ ਕਿਆ ਸਿਰਫ ਕਿਤਾਬੀ ਪੜ੍ਹਾਈ, ਜਿਹੜਾ ਉਹ ਮਕੂਬੀ ਤੁਹਾਨੂੰ ਦੱਸ ਗਿਆ ਉਹੀ ਹੈ। ਹਰ ਚੀਜ਼ ਦੀ ਸਟੱਡੀ ਹੈ, ਹਰ ਚੀਜ਼ ਦੀ ਸਟੱਡੀ ਹੈ। ਕੈਮਰਾ ਚਲਾ ਰਹੇ ਨੇ ਮੁੰਡੇ, ਇਹਨਾਂ ਦੀ ਆਪਣੀ ਸਟੱਡੀ ਹੈ, ਹਰੇਕ ਚੀਜ਼ ਦੀ ਸਟੱਡੀ ਹੈ। ਤੋ ਉੱਥੇ ਉਹਨਾਂ ਕੋਲੇ ਮੈਂ 108 ਇਹੋ ਜਿਹੇ ਨਿਊਟਰੀਐਂਟਸ ਹੈ ਜਿਹੜੇ ਪਲਾਂਟ 'ਤੇ ਯੂਜ਼ ਹੁੰਦੇ ਨੇ। ਅੱਛਾ। 108 ਦੇ 8 ਦਾ ਨਾਮ ਹੈ, ਇਹ ਵੀ ਤੁਹਾਨੂੰ ਦੱਸਦਾ। 108 ਦੇ 8 ਨੂੰ ਨਾਪਣ ਦਾ ਤਰੀਕਾ ਉਹਨਾਂ ਕੋਲੇ। ਤੋ ਕਿਆ ਜੋ ਕਿ ਸਾਇੰਸ ਪਿੱਛੇ ਰਹਿ ਗਈ? ਨਹੀਂ, ਉਹਨਾਂ ਨੇ ਡਾਇਰੈਕਸ਼ਨ ਨਹੀਂ ਪਕੜੀ। ਉਹ ਡਬਲ ਮਾਸਕ ਵਾਲੇ 'ਚ ਹਾਈਲੀ ਇੰਟੈਲੈਕਚੁਅਲ ਹੋ ਗਏ। ਇਹ ਜਿਹੜੇ ਥੱਲੇ ਵਾਲੇ ਨੇ ਅੱਗੇ ਨਿਕਲ ਗਏ। ਨਹੀਂ, ਇਹਨਾਂ ਦੇ ਵਿੱਚੋਂ ਵੀ ਜਿਹਦੇ ਕੋਲ ਅੱਧੀ ਪਚੱਧੀ ਨੌਲੇਜ ਹੈ ਉਹ ਮਾਰ ਰਿਹਾ ਗੱਲਾਂ। ਮੈਨੂੰ ਬਹੁਤ ਲੋਕ ਨੇ ਪੁੱਛਦੇ ਨੇ ਤੂੰ ਦੱਸ ਦੇ। ਮੈਂ ਕਿਹਾ ਫੋਨ 'ਤੇ ਦੱਸਣ ਵਾਲੀ ਗੱਲ ਕਾਹਦੀ ਹੈ? ਕਹਿੰਦਾ ਤੂੰ ਸਮਾਜ ਦਾ ਸੋਚ। ਮੈਂ ਕਿਹਾ ਮੈਂ ਨਹੀਂ ਸੋਚਦਾ ਸਮਾਜ ਦਾ, ਤੈਨੂੰ ਘਰੇ ਬੈਠੇ ਕਿਉਂ ਦੇ ਦੇਵਾਂ ਮੈਂ? ਤੂੰ ਐਫਰਟ ਤਾਂ ਕਰ। ਐਡੀਆਂ ਗੱਲਾਂ ਕਰ ਰਹੇ 108 ਦੇ ਵਿੱਚੋਂ ਕੀ ਆਹ NPK ਦਾ ਹੀ ਨਾਂ ਦੱਸ ਦੇ ਵੀ ਕਿ ਕਿਹੜੀ ਲੈਂਗੁਏਜ ਦੇ ਵਿੱਚ ਕਿਵੇਂ ਨਾਪੇਗਾ। ਕੋਈ ਤਰੀਕਾ ਤਾਂ ਹੋਊਗਾ ਨਾ ਨਾਪਣ ਦਾ। ਤੁਹਾਡੇ ਕੋਲ ਬਹੁਤ ਵੱਡੀ ਗੈਜਟਰੀ ਨਹੀਂ ਹੈਗੀ, ਕੋਈ ਤਰੀਕਾ ਤਾਂ ਹੋਊ ਨਾਪਣ ਦਾ ਵੀ ਆਪਾਂ ਐਂ ਪਾਵਾਂਗੇ ਕਿ ਐਂ ਦੇਖਿਆ ਮੁੱਕੀ ਕਿ ਜਿੰਨਾ ਪਾਤਾ ਐਤਕੀ ਵੱਧ ਗਿਆ, ਅਗਲੀ ਵਾਰੀ ਘਟ ਗਿਆ। ਤੁੱਕੇ ਥੋੜ੍ਹਾ ਲੱਗਣਗੇ ਇਹਦੇ 'ਚ। ਇਹ ਤਾਂ ਪੂਰਾ ਵਿਗਿਆਨ ਹੈ ਉਹ ਸਾਰਾ ਦਾ ਸਾਰਾ। ਫਿਰ ਮੈਂ ਆਈਡੀਏਸ਼ਨ ਸੈਂਟਰ ਬਣਾਇਆ ਕਿਉਂਕਿ ਤਾਰਕਿਕ ਜਿਹਾ ਬੰਦਾ ਹੈਗਾ। ਉਹ ਰੀਸਰਚ ਵਰਡ ਬੜਾ ਵਧੀਆ, ਉਹ ਸਰਚ ਕਰਨਾ ਜਿਹੜਾ ਪਹਿਲਾਂ ਸਰਚ ਹੋ ਸਕਿਆ ਹੋਵੇ, ਠੀਕ ਹੈ। ਹੁਣ ਇੱਥੇ ਸਾਡੀ ਮਾਨਸਿਕਤਾ ਇਹ ਹੋ ਗਈ ਵੀ ਕੋਈ ਮੇਰੇ ਵਾਸਤੇ ਕਰੇ ਔਰ ਫ੍ਰੀ ਕਰੇ ਔਰ ਇਹ ਉਹਦੀ ਜ਼ਿੰਮੇਵਾਰੀ ਹੈ ਕਿ ਕਰੇ। ਇਹ ਵੰਡ ਛਕਣਾ ਦੇ ਵਿੱਚ ਨਹੀਂ ਆਉਂਦਾ ਹੈਗਾ। ਬਿਲਕੁਲ ਨਹੀਂ ਆਉਂਦਾ। ਇਹ ਵੰਡ ਛਕਣ ਦੇ ਵਿੱਚ ਨਹੀਂ ਆਉਂਦਾ। ਇਹ ਉਹਨਾਂ ਦੇ ਵਿੱਚ ਤੁਹਾਡੇ ਕੋਲੇ ਸਬਰ ਨਹੀਂ ਹੈਗਾ। ਜੇ ਹੁਣ ਇੱਥੇ ਸ਼ਿਵ ਜੀ ਦੀ ਵੀ ਗੱਲ ਇੱਕ ਸੁਣਾਉਂਦਾ ਤੁਹਾਨੂੰ, ਜਿਵੇਂ ਕਥਾ ਦੇ ਵਿੱਚ ਦੱਸਿਆ ਜਾਂਦਾ। ਕਹਿੰਦੇ ਜਦੋਂ ਸ਼ਿਵ ਜੀ ਪ੍ਰਗਟ ਹੋਇਆ ਅਤੇ ਉਹ ਬੈਠ ਗਿਆ ਆ ਕੇ, ਅਤੇ ਬਹੁਤ ਸਾਰੇ ਲੋਕ ਆ ਗਏ। ਕਈ ਕਥਾ ਕਹਾਣੀਆਂ ਨੇ, ਇੱਕ ਕਿਸੇ ਦੇ ਮਤਲਬ ਪਤਾ ਨਹੀਂ ਕਿੰਨਾ ਕਿਹਨੂੰ ਕੋਈ ਸਟੀਕ ਮੰਨਦਾ ਜਾਂ ਨਹੀਂ, ਬਟ ਜੋ ਮੈਂ ਉੱਥੇ ਸਾਊਥ ਦੇ ਵਿੱਚ ਦੇਖਿਆ, ਉਹ ਕਹਿੰਦੇ ਬਹੁਤ ਲੋਕ ਆ ਗਏ, ਪਰ ਜੇ ਇੱਕ ਬੰਦਾ ਬੈਠਾ ਬੋਲ ਹੀ ਨਹੀਂ ਰਿਹਾ ਤਾਂ ਕਿੰਨੀ ਕੁ ਦੇਰ ਕੋਈ ਉੱਥੇ ਬੈਠੂਗਾ? ਉਹਦੀ ਬਿਊਟੀ ਨੂੰ ਦੇਖਦੇ ਰਹੇ। ਫਿਰ ਹੌਲੀ ਹੌਲੀ ਲੋਕ ਜਾਣੇ ਲੱਗੇ, ਚਲੇ ਗਏ। ਲਾਸਟ 'ਤੇ ਕਹਿੰਦੇ ਸਿਰਫ 7 ਰਹਿ ਗਏ ਜਿਹਨਾਂ ਨੂੰ ਸਪਤ ਰਿਸ਼ੀ ਕਹਿੰਦੇ ਨੇ। ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਸਾਲ ਬਾਅਦ ਸ਼ਿਵ ਨੇ ਅੱਖ ਖੋਲ੍ਹੀ, ਉਹਦੇ 'ਚੋਂ ਅੰਜੂ ਗਿਰਿਆ। ਉਹਨੂੰ ਰੁਦਰ ਗੁੱਸੇ ਵਾਲਾ ਸ਼ਿਵ ਦਾ ਨਾਮ ਹੈ, ਰੁਦਰਾਕਸ਼ ਕਹਿੰਦੇ, ਉੱਥੋਂ ਪੈਦਾ ਹੋਇਆ। ਇਸ ਤਰ੍ਹਾਂ ਕਹਾਣੀ ਕਹਿੰਦੀ ਹੈ। ਉਸ ਤੋਂ ਬਾਅਦ ਵੀ ਉਹਨੇ ਕੁਛ ਨਹੀਂ ਕਿਹਾ। ਕਈ ਸਾਲ ਉਹਦੇ ਮਗਰ ਤੁਰਦੇ ਰਹੇ। ਫਿਰ ਉਹਨੇ ਉਸ ਤੋਂ ਬਾਅਦ ਉਹਨਾਂ ਨੂੰ ਗਿਆਨ ਜਿਹੜਾ ਦਿੱਤਾ। ਅਗਸਤ ਮੁਨੀ ਹੋਏ ਨੇ, ਚਾਰਾਵਾਕਾ ਹੋਏ ਨੇ, ਕਈ ਹੋਏ ਨੇ। ਤੋ ਮੈਨੂੰ ਪਹਿਲਾਂ ਇਹ ਨਹੀਂ ਸੀ ਸਮਝ ਆਉਂਦਾ ਵੀ ਇਹ ਗੁਰੂਕੁਲ ਵਾਲੇ ਯਾਰ ਘਸਾਈ ਕਰਾਈ ਜਾਂਦੇ ਨੇ ਵੀ ਉੱਥੇ ਜਵਾਕ ਵੜਤਾ, ਉਹਨੂੰ ਦੱਸ ਹੀ ਨਹੀਂ ਰਹੇ ਕੁਛ। ਇਹ ਜਦੋਂ ਪੂਰਾ ਨਿਖਰ ਕੇ ਨਿਕਲਦਾ ਫਿਰ ਉਹਨੂੰ ਗੁਰੂ ਦਕਸ਼ਨਾ ਦਿੰਦੇ ਨੇ। ਮੈਂ ਕੋਈ ਗੁਰੂ ਨਹੀਂ ਕਿਸੇ ਨੂੰ ਦਕਸ਼ਨਾ ਦੇ, ਪਰ ਉਹਨੇ ਉਹ ਕਮਾਇਆ। ਉਹ ਉਸ ਕਾਬਲ ਹੈ ਕਿ ਉਹਨੂੰ ਕਮਾ ਸਕੇ। ਟੈਲੀਫੋਨ 'ਤੇ ਤੁਸੀਂ ਕੀ ਦੱਸ ਦਿਓਗੇ 4 ਮਿੰਟ? ਹੁਣ ਸਾਡੇ ਇੱਥੇ ਜੇ ਯੂਨੀਵਰਸਿਟੀ ਦੀ ਗੱਲ ਕਰਦੇ ਹੋ ਤਾਂ ਟੈਕਨੋਲੋਜੀ ਤਾਂ ਬਾਹਰੋਂ ਆਉਂਦੀ ਹੈ, ਇੱਥੇ ਤਾਂ ਸਿਰਫ ਰਿਸਰਚ ਕਰਕੇ ਵੈਲੀਡੇਟ ਕਰਦੇ ਹਾਂ ਉਹਨੂੰ ਅਸੀਂ। ਇਹ 'ਚ ਕਿਸੇ ਇੱਕ ਵਿਅਕਤੀ ਦਾ ਨੁਕਸਾਨ ਨਹੀਂ ਹੈਗਾ। ਅਸੀਂ ਤੁਰੇ ਉਸ ਪਾਸੇ ਨੂੰ ਹੋਏ ਹਾਂ। ਕਾਗਜ਼ ਪੱਤਰ ਥੱਲੇ ਜਿਹੜੇ ਭਰਦੇ ਹਾਂ, ਸਬਸਿਡੀਆਂ ਵਾਸਤੇ ਭਰਦੇ ਹਾਂ, ਸਭ ਝੂਠ ਤੂਫਾਨ ਉਹਦੇ ਵਿੱਚ। ਕਿਹਦਾ ਨੁਕਸਾਨ ਹੋ ਰਿਹਾ? ਕਿਹਨੂੰ ਬੇਵਕੂਫ ਬਣਾ ਰਹੇ ਹਾਂ ਅਸੀਂ? ਕਿਹਨੂੰ ਬੇਵਕੂਫ ਬਣਾ ਰਹੇ? ਤੁਸੀਂ ਜੇ ਲੱਖ ਰੁਪਏ ਦੀ ਸਬਸਿਡੀ ਲੈਂਦੇ ਹੋ ਉਹਦੇ 20% ਟੈਕਸ ਨਿਕਲ ਗਿਆ। ਹੋਰ ਕੀ ਮਗਰ ਤੁਹਾਡੇ ਕੋਲ ਬੱਚਾ? ਜੇ ਤੁਹਾਡੀ ਸੋਚ ਹੀ ਸਬਸਿਡੀ ਤੱਕ ਖੜੀ ਹੈ, ਉਹ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਕਿਤੇ ਵੀ ਕਾਮਯਾਬ ਹੋਊਗਾ। ਬਟ ਇਹਦੇ ਨਾਲ ਪੈਰਲਲ ਜੇ ਤੁਸੀਂ ਪ੍ਰੋਗਰੈਸਿਵ ਫਾਰਮਰਸ ਦੇਖੋ, ਅੱਜ ਬਹੁਤ ਲੋਕ ਸੁਹਿਰਦ ਹੋ ਰਹੇ ਨੇ ਜਿਹੜੇ ਆਪਣੀ ਜ਼ਮੀਨ ਨੂੰ
ਸਾਂਭਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਕੋਈ ਘਾਟਾ ਵੀ ਨਹੀਂ ਹੈਗਾ, ਬਿਲਕੁਲ ਨਹੀਂ ਹੈਗਾ, ਸਹੀ ਉਹਨਾਂ ਨੂੰ ਕੋਈ ਘਾਟਾ ਨਹੀਂ ਹੈਗਾ। ਤੋ ਜਿਹੜੇ ਅੱਜ ਵੀ ਕਿਰਤ ਕਰ ਰਹੇ ਨੇ ਵੰਡ ਕੇ ਛਕ ਰਹੇ, ਲੇਕਿਨ ਵੰਡਣਾ ਫਿਰ ਵਾਰੀ ਮੈਂ ਉੱਥੇ ਹੀ ਆ ਕੇ ਖੜਦਾ ਵੀ ਤੁਸੀਂ ਸਹਿਯੋਗ ਕਿਸੇ ਦਾ ਕਰ ਸਕਦੇ ਹੋ। ਤਾਂ ਮਿੱਟੀ ਨੂੰ ਦੁਬਾਰਾ ਜ਼ਿੰਦਾ ਕਰਨਾ ਪਊਗਾ, ਪਰ ਉਸ ਮਿੱਟੀ ਨੂੰ ਦੁਬਾਰਾ ਜ਼ਿੰਦਾ ਕਰਨ ਵਾਸਤੇ ਨੌਲੇਜ ਵੀ ਚਲੋ ਤੁਹਾਨੂੰ ਮਿਲ ਜੂਗੀ, ਸਾਧਨ ਵੀ ਚਲੋ ਮੁਹੱਈਆ ਹੋ ਜਾਣਗੇ, ਲੇਕਿਨ ਸਮਾਂ ਕਿੱਥੋਂ ਲੈ ਕੇ ਆਵਾਂਗੇ ਅਸੀਂ? ਇੰਨੀ ਦੇਰ ਭੁੱਖੇ ਬੈਠ ਕੇ ਕਿਆ ਅਸੀਂ ਉਹਨੂੰ ਦੁਬਾਰਾ ਅਨਵਾਇੰਡ ਕਰ ਸਕਦੇ ਹਾਂ? ਬੜਾ ਮੁਸ਼ਕਿਲ ਹੈ। ਪਰ ਮਿੱਟੀ ਨੂੰ ਜ਼ਿੰਦਾ ਕੀਤੇ ਬਗੈਰ ਹੱਲ ਕੋਈ ਲੰਬਾ ਚੌੜਾ ਹੋਣ ਵਾਲਾ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਆਪਣੀ ਮਿੱਟੀ ਸੱਚੀ ਮਰ ਗਈ ਹੈ ਬਹੁਤ। ਆਪਾਂ ਦੇਖਦੇ ਹਾਂ ਮਿੱਟੀ ਕਿੰਨੀ ਖਰਾਬ ਹੋਈ ਹੈ, ਅਤੇ ਉਸ ਦੇ ਨਾਲ ਇੱਕ ਹੁਣ ਅੰਮ੍ਰਿਤ ਮਿੱਟੀ ਜਿਹੜੀ ਆਈ ਹੈ, ਉਹਦੇ ਬਾਰੇ ਗੱਲ ਕਰਾਂਗੇ। ਸਾਨੂੰ ਅੰਮ੍ਰਿਤ ਮਿੱਟੀ ਬਾਰੇ ਦੱਸੋ। ਦੇਖੋ ਇਸ ਤਰ੍ਹਾਂ ਹੈਗਾ ਕਿ ਮੈਨੂੰ ਜਿੱਥੇ ਵੀ ਪਤਾ ਲੱਗਦਾ ਕੋਈ ਕੁਛ ਕਰ ਰਿਹਾ ਤਾਂ ਮੈਂ ਉੱਥੇ ਚਲਾ ਜਾਣਾ। ਹਰ ਜਗ੍ਹਾ ਦੇ ਉੱਤੇ ਤੁਹਾਨੂੰ ਕੁਛ ਇਹੋ ਜਿਹੀਆਂ ਚੀਜ਼ਾਂ ਮਿਲਣਗੀਆਂ ਜਿਹੜੀਆਂ ਤੁਹਾਡੀ ਮੱਤ ਨਾਲ ਮੇਲ ਨਹੀਂ ਖਾਂਦੀਆਂ। ਕਿਸੇ ਦੀ ਪਿੱਠ ਲਵਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਮੈਨੂੰ ਇਸ ਤਰ੍ਹਾਂ ਲੱਗਦਾ। ਉਹਦੇ 'ਚੋਂ ਜੋ ਤੁਹਾਨੂੰ ਸਮਝ ਆਉਂਦਾ, ਜੋ ਸਾਇੰਸ ਦੇ ਤਲ ਦੇ ਉੱਤੇ ਢੁਕਦਾ, ਉਹ ਲੈ ਲਓ ਤਾਂ ਤੁਹਾਡੀ ਗਰੋਥ ਹੋ ਹੀ ਜਾਂਦੀ ਹੈ। ਤੋ ਅੰਮ੍ਰਿਤ ਮਿੱਟੀ ਬਾਰੇ ਮੈਂ ਸੁਣਿਆ ਤਾਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਹੈਗੀ ਹੈ ਕ੍ਰਿਸ਼ੀ ਤੀਰਥ, ਉੱਥੇ ਦੀਪਕ ਸੱਚਦੇ ਹੈ। ਦੀਪਕ ਸੱਚਦੇ ਇੱਕ ਪ੍ਰਯੋਗ ਪਰਿਵਾਰ ਕਰਕੇ ਇੱਕ ਉਹਨਾਂ ਦਾ ਪਰਿਵਾਰ ਬਣਾਇਆ ਹੋਇਆ। ਕਈ ਲੋਕ ਹੁੰਦੇ ਨੇ ਜਿਹੜੇ ਸਿਰਫ ਪੈਸੇ ਔਰ ਪਾਵਰ ਦੇ ਨਾਲ ਡਰਿਵਨ ਹੁੰਦੇ ਨੇ, ਕਈ ਲੋਕ ਹੁੰਦੇ ਨੇ ਜਿਹੜੇ ਸਿਰਫ ਇਮੋਸ਼ਨ ਨਾਲ ਡਰਿਵਨ ਹੁੰਦੇ ਨੇ ਵੀ ਅਸੀਂ ਲੋਕ ਭਲਾਈ ਕਰਨੀ ਹੈ, ਇੱਕ ਹੁੰਦੇ ਨੇ ਜਿਹੜੇ ਇਹਦੇ ਵਿਚਾਲੇ ਹੁੰਦੇ ਨੇ, ਠੀਕ ਹੈ। ਅਤੇ ਪ੍ਰਯੋਗ ਪਰਿਵਾਰ ਦੇ ਵਿੱਚ ਤੁਹਾਡੇ ਵਰਗੇ ਪੜ੍ਹੇ ਲਿਖੇ ਬੰਦੇ ਔਰ ਗੁੜੇ ਹੋਏ ਔਰ ਜਿਨ੍ਹਾਂ ਦੇ ਅੰਦਰ ਇਮੋਸ਼ਨ ਵੀ ਸੀਗਾ ਵੀ ਅਸੀਂ ਕੁਛ ਕਰਨਾ ਹੈ, ਠੀਕ ਹੈ, ਹਰੇਕ 'ਚ ਨਹੀਂ ਹੁੰਦਾ ਉਹ, ਉਹਨਾਂ ਦਾ ਇੱਕ ਪ੍ਰਯੋਗ ਪਰਿਵਾਰ ਹੈ। ਔਰ ਉਹ ਕੀ ਕਰਦੇ ਨੇ, ਨਾਂ ਜਿਵੇਂ ਦੱਸਦਾ, ਉਹ ਬਹੁਤ ਸਾਰੇ ਐਕਸਪੈਰੀਮੈਂਟਸ ਕਰਦੇ ਨੇ ਔਰ ਅਜੋਕੀ ਸਾਇੰਸ ਦੇ ਨਾਲ ਲੈ ਕੇ ਨਾਲ ਜਿਹੜਾ ਨੇਟਿਵ ਤੁਹਾਡਾ ਵਿਜ਼ਡਮ ਹੈਗਾ, ਜਿਹੜਾ ਏਂਸ਼ੀਅੰਟ ਵਿਜ਼ਡਮ ਹੈ, ਉਹਨਾਂ ਦੋਨਾਂ ਨੂੰ ਲੈ ਕੇ ਕਰਦੇ ਨੇ। ਤਾਂ ਉਹਨਾਂ ਨੇ ਇਹਦਾ ਨਾਂ ਰੱਖਿਆ ਅੰਮ੍ਰਿਤ ਮਿੱਟੀ। ਕਰਦੇ ਕੀ ਨੇ ਇਹਦੇ ਵਿੱਚ? ਇੱਕ ਤਾਂ ਡੀਕੰਪੋਜੀਸ਼ਨ, ਜਿਹੜੀ ਅਸੀਂ ਡੀਕੰਪੋਜੀਸ਼ਨ ਕਰਦੇ ਹਾਂ, ਉਹਨੂੰ ਵਧੀਆ ਢੰਗ ਨਾਲ ਕਰਦੇ ਨੇ। ਉਹਨੂੰ ਹਵਾ ਜੀਵਾਣੂਆਂ ਨੂੰ ਚਾਹੀਦੀ ਹੈ ਤਾਂ ਪਲਟੀ ਮਰਵਾਉਂਦੇ ਨੇ, ਮਾਈਕਰੋਬਸ ਉਹਦੇ ਅੰਦਰ ਡਾਲਦੇ ਨੇ। ਇੱਕ ਤਰ੍ਹਾਂ ਦਾ ਉਹਦੇ ਵਿੱਚ ਉਹ ਬਾਇਓਮਾਸ ਨਹੀਂ ਡਾਲਦੇ, ਇਹ ਵੀ ਜਿਹੜਾ ਤੁਹਾਡਾ ਗਿਰਦਾ ਇਹ ਪੱਤੇ ਪੁੱਤੇ ਬੜੇ ਅਲੱਗ ਤਰ੍ਹਾਂ ਦੇ, ਉਹਨਾਂ ਨੇ ਫਾਰਮੂਲਾ ਬਣਾਇਆ ਹੋਇਆ ਵੀ ਆਹ ਪਾਣਾ। ਉਸ ਤੋਂ ਬਾਅਦ ਕੀ ਕਰਦੇ ਨੇ ਉਹ, ਉਹਦੇ ਵਿੱਚ ਨਾ ਉੱਪਰ ਛਟ ਰਸ ਕਹਿੰਦੇ ਨੇ ਉਹ ਇਸ ਭਾਸ਼ਾ ਦੇ ਵਿੱਚ ਵੀ, 6 ਰਸ ਦਾ ਇਸ ਤਰ੍ਹਾਂ ਕਰਕੇ, ਕੋਈ ਸਲੂਣਾ, ਕੋਈ ਨਮਕੀਨ, ਅਤੇ ਤੁਹਾਡਾ ਮਿਰਚ ਵਾਲਾ ਤਿੱਖਾ ਹੋ ਗਿਆ, ਮਿੱਠਾ ਹੋ ਗਿਆ, ਜਿਵੇਂ ਸੌਂਫ ਤੁਹਾਡੀ ਮਿੱਠੀ ਹੋ ਗਈ, ਮਿਰਚ ਤੁਹਾਡੀ ਤਿੱਖੀ ਹੋ ਗਈ, ਇਸ ਤਰ੍ਹਾਂ ਉਹਨਾਂ ਨੇ ਕੁਛ ਬੀਜ ਆਇਡੈਂਟੀਫਾਈ ਕਰੇ ਹੋਏ ਨੇ। ਤਾਂ ਉਹ ਬੈੱਡ ਦੇ ਉੱਤੇ ਉਹਨਾਂ ਨੂੰ ਬੀਜਾਂ ਨੂੰ ਪਾ ਦਿੰਦੇ ਨੇ। ਵੈਸੇ ਤਾਂ ਜਿੰਨਾ ਡਾਈਵਰਸ ਹੋਊਗਾ ਉਨਾ ਵਧੀਆ, ਕਿਉਂਕਿ ਹਰੇਕ ਰੂਟ ਨੇ ਮਾਈਕਰੋਬਸ ਖਿੱਚਣੇ ਨੇ ਅੰਦਰੋਂ, ਠੀਕ ਹੈ। ਤੋ ਉਹ ਰਾਈਜ਼ੋਸਫੇਅਰਸ ਉਹਦੇ ਵਿੱਚ ਬਣਦੇ ਨੇ। ਦੂਸਰਾ ਕੰਮ ਕੀ ਕਰਦੇ ਨੇ ਉਹ, ਉਹਨਾਂ ਦੀ ਭਾਸ਼ਾ ਅਲੱਗ ਹੈ, ਉਹਨੂੰ ਸ਼ਿਸ਼ੂ ਕਾਲ ਕਹਿ ਦਿੰਦੇ ਨੇ, ਫਿਰ ਉਹਨੂੰ ਯੁਵਾ ਕਾਲ ਕਹਿ ਦਿੰਦੇ ਨੇ, ਇਸ ਤਰ੍ਹਾਂ ਉਹਨਾਂ ਨੇ ਨਾਮ ਰੱਖੇ ਹੋਏ ਨੇ। ਬਟ ਬੇਸਿਕਲੀ ਕੀ ਹੈ ਕਿ ਹਰੇਕ ਗਰੋਥ ਦੇ ਉੱਤੇ ਤੁਹਾਨੂੰ ਪਤਾ ਕਿ ਅਲੱਗ ਤਰ੍ਹਾਂ ਦੇ ਫਾਈਟੋਕੈਮੀਕਲਸ, ਫਾਈਟੋ ਮਤਲਬ ਪਲਾਂਟ, ਕੈਮੀਕਲ ਅਸੀਂ ਸਮਝਦੇ ਹਾਂ ਰਸਾਇਣ, ਉਹਦੇ ਅੰਦਰ ਹੀ ਪੈਦਾ ਹੁੰਦੇ ਨੇ ਪਲਾਂਟਸ ਦੇ। ਤਾਂ ਉਹਨੂੰ ਉੱਪਰੋਂ ਕੱਟ ਕੇ ਉਹ ਉਹਦੇ ਵਿੱਚ ਹੀ ਡਾਲ ਦਿੰਦੇ ਨੇ। ਫਿਰ ਕੁਛ ਦਿਨ ਬਾਅਦ ਉਹ ਜਦੋਂ ਹੋਰ ਵੱਡਾ ਹੋ ਜਾਂਦਾ ਪਲਾਂਟ, ਫਿਰ ਉਹਦੀ ਪ੍ਰੂਨਿੰਗ ਕਰਕੇ ਵਿੱਚ ਡਾਲਦੇ। ਫਿਰ ਲਾਸਟ 'ਤੇ ਜਦੋਂ ਪੂਰਾ ਹੋ ਜਾਂਦਾ, ਜਿਹਨੂੰ ਗ੍ਰੀਨ ਉਹ ਕਹਿੰਦੇ ਹੋ ਤੁਸੀਂ, ਗ੍ਰੀਨ ਮਨਿਓਰਿੰਗ ਜਾਂ ਜੋ ਲਗਭਗ ਉਸ ਤਰ੍ਹਾਂ ਦਾ, ਬਟ 3 ਸਟੇਜ 'ਤੇ ਕੱਟ ਕੇ ਫਿਰ ਉਹਨੂੰ ਕੰਪੋਜ਼ ਕਰਦੇ ਨੇ। ਇਹ ਪੂਰੇ ਪ੍ਰੋਸੈਸ ਨੂੰ 5 ਤੋਂ 5.5 ਮਹੀਨੇ ਲੱਗਦੇ ਨੇ। ਅੱਛਾ। ਬਟ ਉਹ ਜਿਹੜੀ ਮਿੱਟੀ ਤਿਆਰ ਹੁੰਦੀ ਹੈ ਉਹਦੀ ਮਾਈਕਰੋਬੀਅਲ ਹੈਲਥ ਵੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਉਹਦੀ, ਅਤੇ ਉਹਦੇ ਵਿੱਚ ਕਿਉਂਕਿ ਇੰਨੀ ਜ਼ਿਆਦਾ ਡਾਇਵਰਸਿਟੀ ਹੁੰਦੀ ਹੈ ਤੁਹਾਡੀ, ਅਤੇ ਨਿਊਟਰੀਐਂਟਸ ਵੀ ਉਹਦੇ ਵਿੱਚ ਬਹੁਤ ਵਧੀਆ ਹੁੰਦੇ ਨੇ। ਅਸੀਂ ਮਤਲਬ ਮੈਂ ਆਪਣੇ ਉੱਥੇ 7.5 ਆਰਗੈਨਿਕ ਕਾਰਬਨ ਅਸੀਂ ਆਪਣੀ ਕਰ ਲਈ ਸੀ। ਸਾਰੇ ਪੰਜਾਬ 'ਚ ਸ਼ਾਇਦ 0.5 ਤੋਂ ਵੀ ਜ਼ਿਆਦਾ ਕਿਤੇ ਹੋਵੇ ਨਾ, ਬਟ ਇੰਨੀ ਹਾਈ ਕਾਰਬਨ ਦੇ ਉੱਪਰ ਵੀ ਪੌਦੇ ਸਹੀ ਨਹੀਂ ਹੁੰਦੇ। ਜੋ ਮੈਂ ਦੇਖਿਆ 3.5 4 ਦੇ ਉੱਤੇ ਬਹੁਤ ਵਧੀਆ ਹੁੰਦੇ ਨੇ। ਔਰ ਕਾਰਬਨ ਇੱਕ ਤਰ੍ਹਾਂ ਦੀ ਤਾਂ ਹੈ ਨਹੀਂ, 9 ਆਈਸੋਟੋਪਸ ਨੇ, ਕਿਸੇ 'ਚ ਮਾਈਕਰੋਬ ਰਹਿੰਦਾ ਅਤੇ ਕੋਈ ਕੁਛ, ਇਹਦੇ ਬਾਰੇ ਤਾਂ ਅਲੱਗ ਤੋਂ ਕਿਸੇ ਵੇਲੇ ਖਲਾਰਾ ਪਾ ਲਾਂਗੇ ਆਪਾਂ। ਤਾਂ ਅੰਮ੍ਰਿਤ ਮਿੱਟੀ ਮੋਸਟ ਸੂਟੇਬਲ ਹੈ। ਇਹਨੂੰ ਅਲੱਗ ਨਾਮ ਦੇ ਨਾਲ ਉਹ ਫਿਰ ਉਹਦੇ 'ਚ ਥੋੜ੍ਹਾ ਜਿਹਾ ਜਿਹੜਾ ਮੈਨੂੰ ਨਹੀਂ ਸੀ ਸਮਝ ਆ ਰਿਹਾ, ਅਤੇ ਉਹ ਕੀ ਕਰਦੇ ਸੀ ਕਿ ਡਰਮ ਦੇ ਅੰਦਰ ਜਦੋਂ ਕੰਸੋਰਸ਼ੀਅਮ ਬਣਾ ਰਹੇ ਨੇ, ਪਾਣੀ ਪਾ ਲਿਆ, ਖਾਣਾ ਪਾ ਲਿਆ, ਉਹਦੇ ਵਿੱਚ ਮਾਈਕਰੋਬਸ ਦੀ ਗਿਣਤੀ ਵਧਾਉਣ ਵਾਸਤੇ ਉਹਨੂੰ ਜਦੋਂ ਗੇੜਾ ਦਿੰਦੇ ਸੀ, ਐਕਚੁਅਲੀ ਤਾਂ ਆਕਸੀਜਨ ਡਿਜ਼ੋਲਵ ਕਰ ਰਹੇ ਹੋ ਤੁਸੀਂ, ਤਾਂ ਇੱਕ ਮੰਤਰ ਪੜ੍ਹਦੇ ਸੀ, ਕਹਿੰਦੇ 12 ਵਾਰੀ ਸਿੱਧਾ ਘੁਮਾਉਣਾ, 12 ਘੰਟੇ ਦਿਨ ਦੇ ਹੋ ਗਏ, ਅਤੇ 12 ਵਾਰੀ ਪੁੱਠਾ ਘੁਮਾਉਣਾ, 12 ਘੰਟੇ ਰਾਤ ਦੇ ਹੋ ਗਏ। ਉਹ ਚੀਜ਼ ਸ਼ਾਇਦ ਅਜੇ ਮੈਨੂੰ 100 ਸਾਲ ਬਾਅਦ ਸਮਝ ਆਵੇ, ਬਟ ਮੈਨੂੰ ਇਹ ਸਮਝ ਆ ਰਿਹਾ ਸੀ ਆਕਸੀਜਨ ਡਿਜ਼ੋਲਵ ਹੋ ਰਹੀ ਹੈ, ਬਬਲਸ ਨਿਕਲ ਰਹੇ ਨੇ, ਇਹਦਾ ਮਤਲਬ ਮਾਈਕਰੋਬੀਅਲ ਐਕਟੀਵਿਟੀ ਹੋ ਰਹੀ ਹੈ।
ਉਹਨੂੰ ਫਿਰ ਡੀਕੰਪੋਜੀਸ਼ਨ ਉਹਦੇ ਨਾਲ ਕਰਾਉਂਦੇ ਸੀ। ਤਾਂ ਅੰਮ੍ਰਿਤ ਮਿੱਟੀ ਜਿਹੜੀ ਹੈ ਇਹ ਉਹਦੇ ਬਹੁਤ ਸ਼ਾਨਦਾਰ ਰਿਜ਼ਲਟ ਹੈ। ਪਰ ਉਹਨੂੰ ਜੇ ਹੁਣ ਅਸੀਂ ਇੱਥੇ ਬਣਾਵਾਂਗੇ ਵੀ ਫਾਰਮ 'ਤੇ, ਉਹ ਮਸ਼ੀਨ ਆ ਗਈ ਅਤੇ ਕਿਉਂਕਿ ਬਹੁਤ ਵੱਡੇ ਸਕੇਲ 'ਤੇ ਜਦੋਂ ਤੁਸੀਂ ਬਣਾਉਣਾ ਕਈਆਂ ਦੇ ਨਾਲ ਤਾਂ ਤੁਸੀਂ ਉਹਨੂੰ ਕਰ ਵੀ ਨਹੀਂ ਸਕਦੇ, ਨਾਲੇ ਜਦ ਚੇਪਾ ਉਖੜਦਾ ਓਨਾ ਹੋਮੋਜੀਨੀਅਸ ਨਹੀਂ ਹੁੰਦਾ ਪੂਰਾ। ਅਤੇ ਉਹ ਜੇ ਤੁਸੀਂ ਉਹ ਮਿੱਟੀ ਬਣਾ ਲੈਂਦੇ ਹੋ ਔਰ ਉਹਨੂੰ ਤੁਸੀਂ ਇੰਟਰੋਡਿਊਸ ਕਰਦੇ ਹੋ, ਔਰਚਾਰਡਸ ਦੇ ਵਿੱਚ ਸੌਖੀ ਆ ਉਹ, ਕਿਉਂਕਿ ਉੱਥੇ ਮਿਨੀਮਮ ਡਿਸਟਰਬੈਂਸ ਹੁੰਦੀ ਹੈ। ਜੇ ਤੁਸੀਂ ਆਮ ਜਿਹੜਾ ਖੇਤ ਅਸੀਂ ਹਰ ਤੀਜੇ ਮਹੀਨੇ ਟਿਲ ਕਰ ਲੈਣਾ, ਉੱਥੇ ਤਾਂ ਮਾਈਕਰੋਬੀਅਲ ਐਕਟੀਵਿਟੀ ਨੂੰ ਜ਼ਿੰਦਾ ਰੱਖਣਾ ਬਹੁਤ ਮੁਸ਼ਕਿਲ ਹੈ। ਬਟ ਜਿੱਥੇ ਤੁਹਾਡੇ ਬਾਗ ਨੇ ਉਹਦੇ ਆਸ-ਪਾਸ ਅਸੀਂ ਐਕਸਪੈਰੀਮੈਂਟ ਕਰੇ ਨੇ, ਬਹੁਤ ਵਧੀਆ ਰਿਜ਼ਲਟ ਨੇ ਜੀ। ਇਹ ਹੱਲ ਹੈਗਾ ਜਿਹੜੀ ਆਪਣੀ ਆਹ ਮਿੱਟੀ ਖਰਾਬ ਹੋ ਰਹੀ ਆ ਅੰਮ੍ਰਿਤ ਮਿੱਟੀ, ਇਹਦਾ ਹੱਲ ਹੈਗਾ ਕਿ ਬਸ ਛੋਟੇ ਪੱਧਰ ਦੀ ਕੀਤਾ ਜਾ ਸਕਦਾ? ਨਹੀਂ, ਸਕੇਲ ਤਾਂ ਤੁਸੀਂ ਇਹ ਦੇਖੋ ਕਿ ਉਹਨੂੰ ਅੰਮ੍ਰਿਤ ਮਿੱਟੀ ਤਾਂ ਨਹੀਂ ਮੈਂ ਕਹੂੰਗਾ, ਕਿਉਂਕਿ ਉਹਦੇ ਉੱਪਰ ਉਹ ਗ੍ਰੀਨ ਮੈਨਿਓਰਿੰਗ ਨਹੀਂ ਕਰਦੇ, ਲੇਕਿਨ ਮਹਿੰਦਰਾ ਵਾਲੇ ਔਰ ਰਿਲਾਇੰਸ ਵਾਲੇ ਓਵਰਸੀਜ਼ ਬਾਹਰਲੇ ਮੁਲਕਾਂ ਦੇ ਵਿੱਚ ਵੀ ਔਰ ਇੱਥੇ ਵੀ ਇੰਦੌਰ ਦੇ ਕੋਲ, ਮਤਲਬ ਜਿੱਦਾਂ ਆਪਣਾ ਕੰਬਾਈਨ ਹਾਰਵੈਸਟ, ਇਹ ਤਾਂ ਮਸ਼ੀਨ ਛੋਟੀ ਹੈ, ਕੰਬਾਈਨ ਹਾਰਵੈਸਟ ਹੁੰਦਾ, ਇੰਨੇ ਬੜੇ ਬੜੇ ਉਹਨਾਂ ਦੇ ਵਿੰਡਰੋਜ਼ ਬਣੇ ਹੋਏ, ਟਨਾਂ ਦੇ ਟਨ ਦੇ ਹਿਸਾਬ ਨਾਲ ਉਹਨੂੰ ਕੰਪੋਸਟਿੰਗ ਉਹ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜੈਵਿਕ ਮਾਦਾ ਤਾਂ ਜ਼ਮੀਨ ਦੇ ਅੰਦਰ ਹੋਊਗਾ ਅਤੇ ਤਾਂ ਹੀ ਬਚਣੀ ਹੈ ਇਹ। ਤਾਂ ਉਹ ਸਾਡੇ ਤੋਂ ਅੱਗੇ ਸੋਚਦੇ ਹਾਂ, ਅਸੀਂ ਤਾਂ ਉੱਥੇ ਬੈਠੇ ਅਜੇ ਸੋਚ ਰਹੇ ਹਾਂ, ਸ਼ੁਰੂ ਵੀ ਨਹੀਂ ਕੀਤਾ ਕਿ ਕੋਈ ਸ਼ਾਇਦ ਸਾਡੇ ਵਾਸਤੇ ਆ ਕੇ ਕਰੂਗਾ। ਅਤੇ ਇਹ ਉਹ ਆਲਰੇਡੀ ਕਰ ਰਹੇ ਨੇ ਜੀ, ਉਹ ਪੂਰੇ ਦੇ ਪੂਰੇ ਦਰਖਤਾਂ ਦੀ ਚਿਪ ਕਰ ਦਿੰਦੇ ਨੇ, ਕਿਉਂਕਿ ਇਹਦੀ ਕਾਰਬਨ 425 ਹੈ, ਇਹਨੂੰ ਕਿੰਨੀ ਨਾਈਟ੍ਰੋਜਨ ਨਾਲ ਚਾਹੀਦੀ ਹੈ 25:1 ਬਣਾਉਣ ਵਾਸਤੇ, ਉਹ ਕਰਕੇ ਬਹੁਤ ਬੜੇ ਸਕੇਲ ਦੇ ਉੱਤੇ। ਔਰ ਫੋਰਨ ਦੇ ਵਿੱਚ ਤਾਂ ਬਾਹਰਲੀਆਂ ਕੰਟਰੀਜ਼ ਦੇ ਵਿੱਚ ਤਾਂ ਹਰ ਜਗ੍ਹਾ ਇਹਦਾ ਚਲਨ ਹੈ ਹੀ ਹੈ। ਅਸੀਂ ਹਾਲੇ ਸੋਚ ਰਹੇ ਹਾਂ, ਉਹ ਸੋਚਦੇ ਸੋਚਦੇ ਮੇਲਾ ਤਾਂ ਪਹਿਲਾਂ ਹੀ ਵਿਛੜ ਗਿਆ, ਹੁਣ ਪਤਾ ਨਹੀਂ ਕਿੱਥੇ ਅਸੀਂ ਪਹੁੰਚਾਂਗੇ ਜੀ। ਚਲੋ, ਮੈਂ ਅਖੀਰ ਦੇ ਵਿੱਚ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਮਿੱਟੀ ਹੈ ਪਹਿਲਾਂ ਖਰਾਬ ਹੋ ਰਹੀ ਹੈ, ਆਪਾਂ ਵੀ ਇਹਦੇ ਵਿੱਚ ਹੀ ਮਿੱਟੀ ਹੋਣਾ, ਅਤੇ ਅੰਤ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਮਿੱਟੀ ਬਾਰੇ, ਵੀ ਆਪਾਂ ਨੂੰ ਕੀ ਸੋਚਣਾ ਚਾਹੀਦਾ? ਕੁਛ ਹੱਲ ਇਹਦਾ ਹੋ ਸਕਦਾ ਜੇ ਹੁਣੇ ਸ਼ੁਰੂ ਕਰ ਲਈਏ ਜਾਂ ਨਹੀਂ? ਦੇਖੋ, ਜਦੋਂ ਵੀ ਸ਼ੁਰੂ ਕਰਾਂਗੇ ਉਦੋਂ ਹੀ ਜਲਦੀ ਹੈ ਇਹ, ਲੇਟ ਤਾਂ ਹੋ ਗਏ। ਹੁਣ ਜੋ ਹੋਣਾ ਸੀ ਉਹ ਹੋ ਗਿਆ, ਉਹਦੇ ਬਾਰੇ ਸੋਚੀ ਜਾਈਏ ਤਾਂ ਕੋਈ ਫਾਇਦਾ ਨਹੀਂ ਹੈਗਾ। ਅੰਗਰੇਜ਼ੀ ਜੋ ਕਹਿੰਦੇ ਨੇ ਕਿ ਐਕਸੀਲੈਂਸ ਦੇ ਚੱਕਰ 'ਚ ਗੁੱਡ ਨੂੰ ਕਿਲ ਨਹੀਂ ਕਰਨਾ ਚਾਹੀਦਾ। ਜੋ ਅਸੀਂ ਕਰ ਸਕਦੇ ਹਾਂ ਉਹ ਤਾਂ ਕਰੀਏ ਨਾ ਜੀ, ਕਿਉਂਕਿ ਜੇ ਇੱਕ ਸਮੁੰਦਰ ਦੇ ਵਿੱਚ ਵੀ ਤੁਸੀਂ ਕੰਕੜ ਵੀ ਮਾਰੋਗੇ ਨਾ, ਉਹ ਵੀ ਆਪਣੀ ਹਰਾਰਤ ਦਰਜ ਕਰਾਂਦਾ। ਸੁੱਤੇ ਰਹਿਣ ਦਾ ਟਾਈਮ ਨਹੀਂ ਹੈਗਾ। ਸਰਕਾਰਾਂ ਕੀ ਕਰ ਰਹੀਆਂ ਨੇ ਉਹ ਕਿਸੇ ਤੋਂ ਛੁਪਿਆ ਛੁਪਾਇਆ ਨਹੀਂ ਹੈਗਾ, ਕਿਉਂਕਿ ਸਰਕਾਰਾਂ ਦਾ ਕੰਮ ਹੈ ਉਹਨਾਂ ਦਾ ਲੁੱਟ ਖਸੁੱਟ ਕਰਨੀ ਹੈ, ਤਾਂ ਇਹਨੂੰ ਵੱਡਾ ਆਪਣੇ ਸਿਸਟਮ ਦੇ ਅੰਦਰ ਸਾਰਾ ਅੰਦਰ ਖਿੱਚਣਾ ਉਹਨਾਂ ਨੇ। ਉਹਨਾਂ ਤੋਂ ਜੇ ਬਚਣਾ ਤਾਂ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜੀ ਮਿੱਟੀ ਹੈ ਉਹਨੂੰ ਜਿਉਂਦਾ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਜੀ, ਕਿਉਂਕਿ ਜੇ ਤੁਹਾਡੀ ਮਿੱਟੀ ਜਿਉਂਦੀ ਨਹੀਂ ਹੈਗੀ ਤਾਂ ਤੁਸੀਂ ਬਾਜ਼ਾਰ ਦੇ ਉੱਤੇ ਨਿਰਭਰ ਹੋ। ਆਪਣੇ ਗਿਆਨ ਨੂੰ ਪੋਲਿਸ਼ ਕਰਨਾ ਬੜਾ ਜ਼ਰੂਰੀ ਹੈ। ਗਿਆਨ ਨੂੰ ਪੋਲਿਸ਼ ਕਰਨ ਵਾਸਤੇ ਯੂਨੀਵਰਸਿਟੀਆਂ ਦਾ ਹੱਥ ਬਿਲਕੁਲ ਨਹੀਂ ਛੱਡ ਸਕਦੇ। ਜਿਨ੍ਹਾਂ ਕੋਲ ਏਂਸ਼ੀਐਂਟ ਵਿਜ਼ਡਮ ਹੈ, ਜਿਹੜੇ ਉਹਦੇ 'ਤੇ ਐਕਸਪੈਰੀਮੈਂਟ ਕਰ ਰਹੇ ਨੇ, ਉਹਨਾਂ ਦਾ ਹੱਥ ਬਿਲਕੁਲ ਨਹੀਂ ਛੱਡ ਸਕਦੇ। ਉਹ ਆਪਣੇ ਆਪ 'ਚ ਯੂਨੀਵਰਸਿਟੀ ਨੇ। ਪਰ ਜੇ ਤੁਸੀਂ ਜਾਣਦੇ ਹੋ ਵੀ ਕਿਸੇ ਵੀ ਰਿਸਰਚ ਨੂੰ ਓਕੇ ਕਰਨਾ ਤਾਂ ਮਿਨੀਮਮ 3 ਸਾਲ ਉਸੇ ਜਗ੍ਹਾ 'ਤੇ ਉਹੀ ਰਿਜ਼ਲਟ ਆਉਣਗੇ, ਤਾਂ ਅਸੀਂ ਉਹਨੂੰ ਸਹੀ ਮੰਨ ਸਕਦੇ ਹਾਂ। ਇੱਕ ਇੰਡੀਵਿਜੂਅਲ ਕੋਲ ਇੰਨਾ ਸਮਾਂ ਕਿੱਥੇ ਹੈਗਾ, ਉਹ ਰਿਸਰਚ ਨਹੀਂ ਕਰ ਸਕਦਾ, ਛੋਟੇ ਹਿੱਸੇ 'ਚ ਤਾਂ ਕਰ ਸਕਦਾ। ਤੋ ਮਿੱਟੀ ਨੂੰ ਜਿਉਂਦਾ ਕਰਨਾ ਸਾਡੀ ਮਜਬੂਰੀ ਹੈ, ਸਾਡੇ ਕੋਲ ਆਪਸ਼ਨ ਨਹੀਂ ਹੈਗੀ, ਆਲਰੇਡੀ ਮਰੀ ਹੋਈ ਹੈ, ਡਰਟ ਹੈ। ਤਾਂ ਮੈਂ ਤਾਂ ਇਹੀ ਕਹੂੰਗਾ ਕਿ ਦੋਨੋਂ ਪਾਸੇ ਦੇ ਰਿਸਪੈਕਟ ਨੂੰ ਲੈ ਕੇ ਉਹਦੇ ਵਿਚਾਲੇ ਹਰ ਬੰਦੇ ਨੂੰ ਐਫਰਟ ਕਰਨਾ ਚਾਹੀਦਾ। ਔਰ ਕਿਸੇ ਦੇ ਕਹਾਏ ਦੇ ਉੱਤੇ ਇਹ ਜਿਹੜੇ 6 ਲੱਖ ਰੁਪਈਆ, 12 ਲੱਖ ਰੁਪਇਆ, 15 ਲੱਖ ਰੁਪਇਆ, 20 ਲੱਖ ਰੁਪਈਆ, ਉਹਦੇ ਵੱਲ ਘੱਟ ਧਿਆਨ ਦੇ ਕੇ ਅਸੀਂ ਕਰੀਏ ਕਿ ਮੇਰੀ ਜੇ ਜ਼ਮੀਨ ਸਹੀ ਹੋ ਜਾਵੇ ਔਰ ਇਹਦੇ ਉੱਤੇ ਮੈਂ ਬਾਇਓਡਾਇਵਰਸਿਟੀ ਕ੍ਰੀਏਟ ਕਰ ਲਵਾਂ, ਤਾਂ ਆਉਣ ਵਾਲਾ ਸਮੇਂ ਦੇ ਵਿੱਚ ਤੁਹਾਨੂੰ ਨਾ ਤਾਂ ਕੋਈ ਬਿੱਲ ਮਾਰ ਸਕਦਾ, ਨਾ ਕੋਈ ਬੰਦਾ ਮਾਰ ਸਕਦਾ, ਕਿਉਂਕਿ ਆਉਣ ਵਾਲਾ ਸਮਾਂ ਐਗਰੀਕਲਚਰ ਦਾ ਹੀ ਹੈ। ਬਹੁਤ ਲਿਊਕਰੇਟਿਵ ਬਿਜ਼ਨਸ ਹੋ ਰਿਹਾ ਹੈ ਇਹਦੇ 'ਚੋਂ। ਅਨਪੜ੍ਹ ਅੱਖਰ ਮੈਂ ਯੂਜ਼ ਨਹੀਂ ਕਰਦਾ, ਪਰ ਇਸ ਵਿਸ਼ੇ ਦੇ ਬਾਰੇ ਜਿਹਨੇ ਨਹੀਂ ਪੜ੍ਹਾਈ ਕੀਤੀ, ਜ਼ਰੂਰੀ ਨਹੀਂ ਯੂਨੀਵਰਸਿਟੀ ਜਾ ਕੇ, ਆਪਣੀ ਜ਼ਿੰਦਗੀ ਦੇ ਵਿੱਚ ਵੀ ਨਹੀਂ ਪੜ੍ਹਾਈ ਕੀਤੀ ਉਹਨੇ, ਉਹ ਸਾਰੇ ਬਾਹਰ ਹੋਣਗੇ। IT ਸੈਕਸ਼ਨ ਵਾਲੇ ਜਿੰਨੇ ਬੰਦੇ ਨੇ ਵਿਹਲੇ ਹੋ ਕੇ ਆ ਰਹੇ ਨੇ ਸਾਰੇ, ਇਹਨਾਂ ਦਾ ਐਕਸੈਸ ਹੈਗਾ, ਇਨਫੋਰਮੇਸ਼ਨ ਬਹੁਤ ਹੈ ਇੰਟਰਨੈਟ 'ਤੇ, ਨੌਲੇਜ ਨਹੀਂ ਹੈ, ਇਨਫੋਰਮੇਸ਼ਨ ਹੈ। ਉਹ ਜੋ ਛਾਂਟਣਾ ਪਊਗਾ ਕੀ ਸਹੀ ਹੈ, ਪ੍ਰੈਕਟੀਕਲ ਕਰਨਾ ਪਊਗਾ। ਤੋ ਆਪ ਨਾ ਮਰੀਏ, ਸਵਰਗ ਨਾ ਜਾਈਏ। ਅਤੇ ਦੋਨਾਂ ਦਾ ਹੱਥ ਪਕੜ ਕੇ ਮਿੱਟੀ ਨੂੰ ਜਿੰਦਾ ਕਰ ਦਿੰਦੇ ਤਾਂ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ। 4 ਸਾਲ ਪਹਿਲਾਂ ਮੈਂ ਕਿਹਾ ਸੀਗਾ ਕਿ ਕਿਸਾਨ ਅੰਦੋਲਨ ਹੋਣਾ, ਇਸ ਕਾਰਨ ਹੋਇਆ, ਅਤੇ ਮੈਂ ਅੱਜ ਇਹ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਆਉਣ ਵਾਲੇ 3-4 ਸਾਲ ਬਾਅਦ, ਇਸ ਵੇਲੇ ਬੋਇਲਿੰਗ ਪੋਟ ਹੈ ਹਿੰਦੁਸਤਾਨ, ਇਹਦੇ 'ਚੋਂ ਸਭ ਤੋਂ ਸਿਕਿਉਰਡ, ਸਭ ਤੋਂ ਲਿਊਕਰੇਟਿਵ ਔਰ ਸਭ ਤੋਂ ਵਧੀਆ ਜੇ ਕੋਈ ਬਿਜ਼ਨਸ ਹੋਊਗਾ ਉਹ ਫਾਰਮਿੰਗ ਹੋਣ ਵਾਲੀ ਹੈ। ਉਹ ਚਾਹੇ ਬੜੇ ਸਕੇਲ 'ਤੇ ਹੈ ਅਤੇ ਚਾਹੇ ਉਹ ਛੋਟੇ ਸਕੇਲ 'ਤੇ ਹੈ, ਪਰ ਕਮਰ ਕੱਸਾ
ਕਰਨਾ ਪਊਗਾ। ਕਿਸੇ ਨੇ ਨਹੀਂ ਆ ਕੇ ਤੁਹਾਨੂੰ ਲੰਗਰ ਲਾ ਕੇ ਦੇਣਾ। ਜੇ ਉਹ ਲਾ ਕੇ ਦੇ ਰਿਹਾ ਹੈ ਤਾਂ ਉਹ ਤੁਹਾਡੇ ਵਾਸਤੇ ਨਹੀਂ ਲਾ ਰਿਹਾ, ਉਹਦੀ ਆਪਣੀ ਕੋਈ ਹੋਊਗੀ ਮੋਕਸ਼ ਪ੍ਰਾਪਤੀ ਦੀ ਜਾਂ ਕੋਈ ਦੇਹ ਰੋਗਤਾ ਦੀ ਕੋਈ ਉਹਦੀ ਨੀਅਤ ਹੋਊਗੀ। ਕਿਉਂਕਿ ਜੇ ਉਹ ਨੀਅਤ ਨਾ ਹੋਵੇ, ਨਾ ਤਾਂ ਉਹ ਅਖਬਾਰ 'ਚ ਕਢਾਵੇ ਅਤੇ ਨਾ ਉਹ TV ਤੇ ਆਵੇ, ਤਾਂ ਪਤਾ ਵੀ ਨਹੀਂ ਲੱਗਣਾ ਕਿ ਕੌਣ ਕਿਹਦਾ ਉਹ ਕਰ ਗਿਆ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ ਤੁਹਾਡਾ। ਦੋਸਤੋ, ਜਿਵੇਂ ਅਸੀਂ ਆਪਣੀ ਮਾਂ ਦਾ ਆਦਰ ਸਤਿਕਾਰ ਕਰਦੇ ਹਾਂ, ਉਵੇਂ ਸਾਨੂੰ ਮਿੱਟੀ ਦਾ ਵੀ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਅਸੀਂ ਮਿੱਟੀ 'ਚੋਂ ਹੀ ਜੰਮੇ ਹਾਂ ਅਤੇ ਮਿੱਟੀ 'ਚ ਹੀ ਮਰ ਜਾਣਾ ਹੈ। ਧੰਨਵਾਦ।